ਪਿਆਰੇ ਬੱਚਿਓ, ਜਿਵੇਂ ਕਿ ਤੁਹਾਨੂੰ ਪਤਾ ਹੈ ਵੀ NTSC ਦੀ ਤਿਆਰੀ ਦੇ ਸੰਬੰਧ ਦੇ ਵਿੱਚ ਆਪਾਂ 9ਵੀਂ ਕਲਾਸ ਦੇ ਪਾਠ ਕੁਛ ਦਿਨਾਂ ਤੋਂ ਕਰਦੇ ਪਏ ਹਾਂ। 4 ਪਾਠ ਆਪਾਂ ਕਰ ਲਏ ਆ। 5ਵਾਂ ਪਾਠ ਅੱਜ ਆਪਾਂ ਕਰਨਾ ਆ ਕੁਦਰਤੀ ਬਨਸਪਤੀ ਅਤੇ ਜੰਗਲੀ ਜੀਵਨ, ਨੈਚੁਰਲ ਵੈਜੀਟੇਸ਼ਨ ਐਂਡ ਵਾਈਲਡ ਲਾਈਫ। ਸੋ ਬੱਚਿਓ, ਪਿੱਛੇ ਆਪਾਂ ਕਲਾਈਮੇਟ ਜਲਵਾਯੂ ਦੇ ਸੰਬੰਧ ਦੇ ਵਿੱਚ ਜਾਣਕਾਰੀ ਹਾਸਲ ਕੀਤੀ ਸੀ। ਅੱਜ ਆਪਾਂ ਦੇਖਾਂਗੇ ਵੀ ਆਪਾਂ ਇਸ ਪਾਠ ਦੇ ਵਿੱਚ ਕੀ ਪੜ੍ਹਨਾ ਆ। ਜੀਵ ਮੰਡਲ, ਬਾਇਓਸਫੀਅਰ, ਫਲੋਰਾ ਤੇ ਫੌਨਾ, ਈਕੋਸਿਸਟਮ, ਧਰਾਤਲ, ਰਿਲੀਫ ਕਹਿ ਦਿੰਦੇ ਇਹਨੂੰ ਇੰਗਲਿਸ਼ ਦੇ ਵਿੱਚ, ਜਲਵਾਯੂ ਕਲਾਈਮੇਟ, ਇਹਦੇ ਬਾਰੇ ਆਪਾਂ ਲਾਸਟ ਲੈਸਨ ਪੜ੍ਹ ਚੁੱਕੇ ਹਾਂ। ਕੁਦਰਤੀ ਬਨਸਪਤੀ ਦੀਆਂ ਕਿਸਮਾਂ, ਜੰਗਲੀ ਜੀਵਨ, ਵਾਈਲਡ ਲਾਈਫ, ਇਹ ਕੁਛ ਟੌਪਿਕ ਨੇ ਜਿਨ੍ਹਾਂ ਦੇ ਸੰਬੰਧ ਦੇ ਵਿੱਚ ਆਪਾਂ ਇਸ ਲੈਸਨ ਦੇ ਵਿੱਚ ਪੜ੍ਹਨਾ ਹੈ। ਤਾਂ ਸਭ ਤੋਂ ਪਹਿਲਾਂ ਸਾਡਾ ਬਾਇਓਸਫੀਅਰ, ਜੀਵ ਮੰਡਲ। ਜਿਵੇਂ ਕਿ ਬੱਚਿਓ ਸ਼ਬਦ ਤੋਂ ਹੀ ਕਲੀਅਰ ਹੋ ਜਾਂਦਾ ਹੈ, ਜੀਵ ਮਤਲਬ ਪ੍ਰਾਣੀ, ਉਹ ਜੀਵ ਜੰਤੂ ਜਾਂ ਆਪਾਂ ਇਨਸਾਨ ਵੀ ਇਹਦੇ ਵਿੱਚ ਆ ਜਾਂਦੇ ਜਿਨ੍ਹਾਂ ਦੇ ਵਿੱਚ ਜਾਨ ਹੈ। ਠੀਕ ਹੈ, ਉਹਨੂੰ ਆਪਾਂ ਬਾਇਓਸਫੀਅਰ ਦੇ ਵਿੱਚ ਲੈਂਦੇ ਹਾਂ। ਤਾਂ ਬੱਚਿਓ ਤੁਸੀਂ ਦੇਖੋਗੇ ਆ ਤੁਹਾਡੇ ਸਾਹਮਣੇ ਇੱਕ ਪਿਕਚਰ ਆ ਰਹੀ ਹੈ ਜਿਹਦੇ ਵਿੱਚ ਐਟਮੋਸਫੇਅਰ ਵੀ ਆ, ਹਾਈਡਰੋਸਫੇਅਰ ਵੀ ਆ, ਬਾਇਓਸਫੇਅਰ ਵੀ ਆ ਅਤੇ ਲਿਥੋਸਫੇਅਰ ਵੀ ਆ। ਸੋ ਬੱਚਿਓ, ਇਹ ਸਾਰੀਆਂ ਚੀਜ਼ਾਂ ਦੇ ਬਾਰੇ ਸੰਖੇਪ ਵਿੱਚ ਆਪਾਂ ਜਾਣਕਾਰੀ ਹਾਸਲ ਕਰਦੇ ਹਾਂ, ਕਿਉਂਕਿ ਜੇਕਰ ਸਾਨੂੰ ਇਹ ਸਾਰਾ ਪਤਾ ਹੋਊਗਾ ਫਿਰ ਹੀ ਆਪਾਂ ਅੱਗੇ ਜਾ ਕੇ ਜਿਹੜਾ ਆ ਬਾਇਓਸਫੇਅਰ ਦੇ ਨਾਲ ਇਹਦਾ ਕੋਰਿਲੇਸ਼ਨ ਦੇਖ ਸਕਦੇ ਹਾਂ। ਤਾਂ ਬੱਚਿਓ, ਸਭ ਤੋਂ ਪਹਿਲਾਂ ਆਪਾਂ ਐਟਮੋਸਫੇਅਰ ਬਾਰੇ ਗੱਲ ਕਰਦੇ ਹਾਂ। ਤਾਂ ਐਟਮੋਸਫੇਅਰ ਕੀ ਆ? ਆਮ ਤੌਰ 'ਤੇ ਆਪਾਂ ਦੇਖਦੇ ਹਾਂ ਵੀ ਸਾਡਾ ਆਲਾ ਦੁਆਲਾ, ਜਿੱਥੇ ਅਸੀਂ ਖੜ੍ਹੇ ਹਾਂ ਉਹਦੇ ਆਲੇ ਦੁਆਲੇ ਨੂੰ ਅਸੀਂ ਐਟਮੋਸਫੇਅਰ ਕਹਿੰਦੇ ਹਾਂ। ਧਰਤੀ ਤੋਂ ਉੱਪਰ ਨੂੰ ਜਾਈਏ ਉਹ ਐਟਮੋਸਫੇਅਰ ਆ ਜਾਂਦਾ। ਇਹਦੇ ਸੰਬੰਧ ਦੇ ਵਿੱਚ ਤੁਹਾਨੂੰ ਮੈਂ ਵੀ ਦਿਖਾ ਦਿੰਦਾ। ਇੱਕ ਸਾਡੇ ਕੋਲ ਸਲਾਈਡ ਹੈਗੀ ਆ ਜਿਹਦੇ ਵਿੱਚ ਜਿਹੜਾ ਸਾਡਾ ਐਟਮੋਸਫੇਅਰ ਆ ਉਹਨੂੰ ਅਸੀਂ 5 ਭਾਗਾਂ 'ਚ ਵੰਡਦੇ ਹਾਂ: ਟ੍ਰੋਪੋਸਫੇਅਰ, ਸਟ੍ਰੈਟੋਸਫੇਅਰ, ਮੀਸੋਸਫੇਅਰ, ਥਰਮੋਸਫੇਅਰ ਅਤੇ ਐਕਸੋਸਫੇਅਰ। ਇਹ ਕੁਛ ਪਰਤਾਂ ਆ। ਜਦੋਂ ਆਪਾਂ ਧਰਤੀ ਦੇ ਉੱਪਰ ਖੜ੍ਹੇ ਹੁੰਦੇ ਹਾਂ ਤਾਂ ਉੱਪਰ ਨੂੰ ਦੇਖਦੇ ਹਾਂ ਤਾਂ ਕੁਛ ਪਰਤਾਂ ਆ। ਦੇਖੋ ਵਿੱਚ ਇਹਨਾਂ ਦੀ ਦੂਰੀ ਵੀ ਲਿਖੀ ਹੋਈ ਆ ਵੀ ਕਿਹੜੀ ਕਿੰਨੀ ਦੂਰ ਆ। ਠੀਕ ਹੈ, ਮਾਈਲਸ ਦੇ ਵਿੱਚ ਦਿੱਤਾ ਹੋਇਆ, ਕਿਲੋਮੀਟਰਸ ਵੀ ਦਿੱਤੇ ਹੋਏ, 25 ਕਿਲੋਮੀਟਰ, 50 ਕਿਲੋਮੀਟਰ, 85 ਕਿਲੋਮੀਟਰ, 600 ਕਿਲੋਮੀਟਰ। ਤਾਂ ਇਹਦੇ ਬਾਰੇ ਜਿਹੜੀ ਜਾਣਕਾਰੀ ਉਹ ਆਪਾਂ ਅਲੱਗ ਟੌਪਿਕ ਦੇ ਵਿੱਚ ਡਿਸਕਸ ਕਰਾਂਗੇ, ਕਿਉਂਕਿ ਸਾਡਾ ਟੌਪਿਕ ਇਹ ਨਹੀਂ ਹੈਗਾ। ਸਾਨੂੰ ਇਹ ਪਤਾ ਹੋਣਾ ਚਾਹੀਦਾ ਵੀ ਐਟਮੋਸਫੇਅਰ ਕਹਿੰਦੇ ਕਿਹਨੂੰ। ਠੀਕ ਹੈ ਬੱਚਿਓ, ਐਟਮੋਸਫੇਅਰ ਤੋਂ ਬਾਅਦ ਅਗਲੀ ਆਪਾਂ ਗੱਲ ਕਰਾਂਗੇ ਹਾਈਡਰੋਸਫੇਅਰ ਦੀ। ਹਾਈਡਰੋ ਦਾ ਮਤਲਬ ਹੁੰਦਾ ਪਾਣੀ, ਜਲ। ਆਪਾਂ ਨੂੰ ਪਤਾ ਧਰਤੀ ਦੇ ਉੱਤੇ ਬਹੁਤ ਵੱਡਾ ਭਾਗ, ਤਕਰੀਬਨ 71% ਜਿਹੜਾ ਆ ਹਿੱਸਾ ਉਹ ਪਾਣੀ ਆ। ਠੀਕ ਹੈ, ਇਸ ਕਰਕੇ ਧਰਤੀ ਨੂੰ ਬਲੂ ਪਲੈਨਟ ਵੀ ਕਹਿੰਦੇ ਆ ਬੱਚਿਓ। ਹੁਣ ਇਹ ਜਿਹੜਾ ਪਾਣੀ ਆ, ਜੇਕਰ ਆਪਾਂ ਇਹਦੇ ਬਾਰੇ ਜਾਣਕਾਰੀ ਹਾਸਲ ਕਰਨੀ ਆ ਤਾਂ ਤੁਸੀਂ ਦੇਖੋਗੇ ਬੱਚਿਓ ਸਾਡੇ ਕੋਲ ਇੱਕ ਸਲਾਈਡ ਆ ਪਾਣੀ ਦੇ ਸੰਬੰਧ ਦੇ ਵਿੱਚ ਵੀ ਜਿਹੜਾ ਸਾਡੇ ਕੋਲ ਪਾਣੀ ਇਸ ਧਰਤੀ 'ਤੇ ਉਹ ਟੋਟਲ, ਜੇਕਰ ਆਪਾਂ ਉਹਨੂੰ ਲੈ ਕੇ ਚੱਲੀਏ 100%, ਵੀ ਮੰਨ ਲਓ ਜਿਹੜਾ 100% ਪਾਣੀ ਆ ਉਹਦੇ ਵਿੱਚੋਂ ਹੁਣ ਆਪਾਂ ਦੇਖਦੇ ਹਾਂ, ਜੇਕਰ ਆਪਾਂ ਕਹਿੰਦੇ ਵੀ ਪਾਣੀ ਪਾਣੀ ਕਰਦੇ ਹਾਂ ਆਪਾਂ ਨੂੰ ਪਾਣੀ, ਫਿਰ ਵੀ ਆਪਾਂ ਜਿੱਧਰੋਂ ਵੀ ਸਾਨੂੰ ਕੋਈ ਕਹਿੰਦਾ, ਸਾਨੂੰ ਟੀਚਰ, ਸਾਨੂੰ ਸਾਡੇ ਆਲੇ ਦੁਆਲੇ ਸਾਰੇ ਕਹਿੰਦੇ ਵੀ ਪਾਣੀ ਬਚਾਓ। ਹੁਣ ਜੇ ਸਾਡੀ ਧਰਤੀ 'ਤੇ ਇੰਨਾ ਪਾਣੀ ਆ, ਠੀਕ ਹੈ, ਸਮੁੰਦਰ ਐਡੇ ਵੱਡੇ ਵੱਡੇ ਆ, ਦਰਿਆ ਆ, ਝੀਲਾਂ ਆ, ਝਰਨੇ ਆ, ਜੇਕਰ ਇੰਨਾ ਪਾਣੀ ਸਾਡੇ ਕੋਲ ਆ ਫਿਰ ਅਸੀਂ ਪਾਣੀ ਬਚਾਉਣ ਦੀ ਗੱਲ ਕਿਉਂ ਕਰਦੇ ਹਾਂ? ਇਸ ਕਰਕੇ ਕਰਦੇ ਹਾਂ ਬੱਚਿਓ ਕਿਉਂਕਿ ਪਾਣੀ ਤਾਂ ਸਾਡੇ ਕੋਲ ਹੈਗਾ ਆ, ਪਰ ਤੁਸੀਂ ਦੇਖੋਗੇ ਇਹ 'ਚੋਂ 97.2% ਜਿਹੜਾ ਆ ਉਹ ਸਮੁੰਦਰਾਂ 'ਚ ਆ, ਯਾਨੀ ਸਮੁੰਦਰ ਦਾ ਪਾਣੀ ਆ। ਸਮੁੰਦਰ ਦਾ ਪਾਣੀ ਜਿਹੜਾ ਸਾਡੇ ਲਈ ਵਰਤਣਯੋਗ ਨਹੀਂ ਹੈਗਾ, ਕਿਉਂਕਿ ਉਹ ਪਾਣੀ ਖਾਰਾ ਹੁੰਦਾ ਆ। ਠੀਕ ਹੈ ਬੱਚਿਓ, ਤਾਂ ਇਹ ਪਾਣੀ ਸਾਡੇ ਲਈ ਵਰਤਣਯੋਗ ਨਹੀਂ ਹੈਗਾ। ਅਤੇ ਸਾਡੇ ਕੋਲ ਫਿਰ ਬਾਕੀ ਕਿਹੜਾ ਪਾਣੀ ਰਹਿ ਗਿਆ? ਦੇਖੋ, ਬਾਕੀ ਸਾਡੇ ਕੋਲ ਰਹਿ ਗਿਆ 2.8% ਪਾਣੀ ਆ ਸਿਰਫ। ਠੀਕ ਹੈ, ਹੁਣ 2.8% ਦੇ ਵਿੱਚੋਂ ਵੀ ਜਿਹੜਾ ਸਾਰਾ ਪਾਣੀ ਅਸੀਂ ਨਹੀਂ ਵਰਤ ਸਕਦੇ। ਕਿਉਂ ਨਹੀਂ ਵਰਤ ਸਕਦੇ? ਕਿਉਂਕਿ ਇਹਦੇ ਵਿੱਚੋਂ ਜਿਹੜਾ ਆ ਕੁਛ ਹਿੱਸਾ, ਕਿੰਨਾ, 2.77% ਆ। ਠੀਕ ਹੈ, ਸਟੋਰਡ ਇਨ ਆਈਸ ਸ਼ੀਟ ਐਂਡ ਗਰਾਊਂਡ ਵਾਟਰ, ਜਿਹੜਾ ਪਾਣੀ ਬਰਫ਼ ਦੇ ਰੂਪ ਦੇ ਵਿੱਚ ਪਹਾੜਾਂ 'ਤੇ ਜੰਮਿਆ ਪਿਆ ਆ। ਠੀਕ ਹੈ ਬੱਚਿਓ, ਅਤੇ ਇਹ ਪਾਣੀ
ਪਿਘਲ ਕੇ ਦਰਿਆਵਾਂ ਦੇ ਰਾਹੀਂ ਜਿਹੜਾ ਸਾਡੇ ਤੱਕ ਪਹੁੰਚਦਾ ਆ। ਅਤੇ ਇਹ ਸਾਰਾ ਅਸੀਂ ਇਹ ਵਰਤ ਨਹੀਂ ਪਾ ਰਹੇ ਹੈਗੇ। ਅਤੇ ਸਾਡੇ ਕੋਲ ਸਿਰਫ ਕਿੰਨਾ ਪਾਣੀ ਹੈਗਾ ਜਿਹੜਾ 0.03% ਪਾਣੀ ਆ ਜਿਹੜਾ ਤਾਜ਼ਾ ਪਾਣੀ ਆ, ਜਿਹੜਾ ਦਰਿਆਵਾਂ ਦੇ ਰਾਹੀਂ ਜਿਹੜਾ ਆਉਂਦਾ ਆ। ਠੀਕ ਹੈ, ਇਹਨੂੰ ਵੀ ਜੇਕਰ ਅਸੀਂ ਵਰਤਣਾ ਹੋਵੇ ਤਾਂ ਇਹਨੂੰ ਟਰੀਟਮੈਂਟ ਪਲਾਂਟ ਦੇ ਰਾਹੀਂ ਪਿਊਰੀਫਾਈ ਕਰਕੇ ਅਸੀਂ ਵਰਤ ਸਕਦੇ ਹਾਂ। ਅਤੇ ਸਾਡੇ ਕੋਲ ਰਹਿ ਗਿਆ ਬਾਕੀ ਬਚਿਆ ਗਰਾਊਂਡ ਵਾਟਰ, ਧਰਤੀ ਹੇਠਲਾ ਪਾਣੀ, ਤਾਂ ਉਹਦੀ ਮਾਤਰਾ ਬਹੁਤ ਘੱਟ ਹੈ। ਇਸੇ ਕਰਕੇ ਆਪਾਂ ਕਹਿੰਦੇ ਹਾਂ ਵੀ ਪਾਣੀ ਬਚਾਓ। ਅਤੇ ਬੱਚੋ ਇਹ ਕੀ ਆ, ਸਾਡਾ ਹਾਈਡਰੋਸਫੇਅਰ ਆ। ਸਮਝ ਗਏ। ਹੁਣ ਤੀਸਰੀ ਚੀਜ਼ ਅੱਗੇ ਬੱਚਿਓ ਕੀ ਹੈਗੀ ਆ, ਲੀਥੋਸਫੇਅਰ। ਲੀਥੋਸਫੇਅਰ ਇਹਨੂੰ ਆਪਾਂ ਕਹਿੰਦੇ ਹਾਂ ਥਲ ਮੰਡਲ। ਠੀਕ ਹੈ, ਐਟਮੋਸਫੇਅਰ ਨੂੰ ਕਹਿੰਦੇ ਵਾਯੂਮੰਡਲ, ਹਾਈਡਰੋਸਫੇਅਰ ਨੂੰ ਕਹਿੰਦੇ ਜਲ ਮੰਡਲ, ਬਾਇਓਸਫੇਅਰ ਨੂੰ ਆਪਾਂ ਕਹਿੰਦੇ ਹਾਂ ਜੀਵ ਮੰਡਲ, ਅਤੇ ਲੀਥੋਸਫੇਅਰ ਨੂੰ ਅਸੀਂ ਕਹਿੰਦੇ ਹਾਂ ਥਲ ਮੰਡਲ। ਜਾਣੀ ਜਿਹੜੀ ਧਰਤੀ ਆ ਬੱਚੋ ਇਹ ਕੀ ਆ, ਇਹ ਲੀਥੋਸਫੇਅਰ ਆ। ਠੀਕ ਹੈ, ਤਾਂ ਅਸੀਂ ਦੇਖਾਂਗੇ ਵੀ ਸਾਨੂੰ ਜਿਹੜੀ ਸਾਡੀ ਧਰਤੀ ਆ ਉਹਨੂੰ ਅਸੀਂ ਕੀ ਕੀਤਾ ਹੋਇਆ ਆ, 7 ਮਹਾਂਦੀਪਾਂ ਵਿੱਚ ਵੰਡਿਆ ਹੋਇਆ ਹੈ। ਠੀਕ ਹੈ ਬੱਚਿਓ, ਤਾਂ ਆਹ ਦੇਖੋ ਮਹਾਂਦੀਪ ਨੇ ਸਾਡੇ ਵਰਲਡ ਦਾ ਮੈਪ ਜੇਕਰ ਅਸੀਂ ਦੇਖਾਂਗੇ ਨਾ, ਆਹ ਏਸ਼ੀਆ ਮਹਾਂਦੀਪ ਆ, ਆਹ ਆਸਟ੍ਰੇਲੀਆ ਆ, ਆਹ ਅਫਰੀਕਾ ਆ, ਆਹ ਯੂਰਪ ਆ। ਠੀਕ ਹੈ, ਆਹ ਦੱਖਣੀ ਅਮਰੀਕਾ ਆ, ਆਹ ਉੱਤਰੀ ਅਮਰੀਕਾ ਆ। ਤਾਂ ਇਹ ਸਾਰੇ ਜਿਹੜੇ 6 ਇਹ ਹੋ ਗਏ, ਅਤੇ 7ਵਾਂ ਆ ਗਿਆ ਅਟਲਾਂਟਿਕ। ਤਾਂ ਇਹ ਮਹਾਂਦੀਪ ਜਿਹੜੇ ਸਾਰੇ ਹੈਗੇ ਆ ਇਹ ਸਾਡੇ ਲੀਥੋਸਫੀਅਰ 'ਚ ਆਉਂਦੇ ਆ। ਯਾਨੀ ਜਿਹੜੀ ਸਾਡੇ ਥਲ ਮੰਡਲ ਆ, ਜਿਹੜੀ ਧਰਤੀ 'ਤੇ ਅਸੀਂ ਖੜ੍ਹੇ ਹੁੰਦੇ ਹਾਂ ਉਹਨੂੰ ਅਸੀਂ ਲੀਥੋਸਫੀਅਰ ਕਹਿੰਦੇ ਹਾਂ। ਠੀਕ ਹੈ ਬੱਚਿਓ, ਤਾਂ ਇਹ ਤਾਂ ਹੋ ਗਈਆਂ ਸਾਡੀਆਂ 3 ਚੀਜ਼ਾਂ। ਠੀਕ ਹੈ, ਜਲ ਮੰਡਲ, ਥਲ ਮੰਡਲ ਅਤੇ ਵਾਯੂਮੰਡਲ। ਹੁਣ ਜਿਹੜੀ ਜਗ੍ਹਾ 'ਤੇ ਇਹ ਤਿੰਨੇ ਆਹ ਦੇਖੋ ਗੋਲਾ ਪਹਿਲਾਂ ਹੀ ਬਣਿਆ ਹੋਇਆ ਸੀ, ਜਿਹੜੀ ਜਗ੍ਹਾ 'ਤੇ ਇਹ ਮਿਲਦੇ ਆ ਇਹਨੂੰ ਅਸੀਂ ਜੀਵ ਮੰਡਲ ਕਹਿੰਦੇ ਹਾਂ। ਕਿਉਂਕਿ ਜੇ ਕੋਈ ਵੀ ਜੀਵ ਇਹਨਾਂ ਤਿੰਨਾਂ ਚੀਜ਼ਾਂ ਤੋਂ ਬਿਨਾਂ ਹੋਂਦ ਵਿੱਚ ਨਹੀਂ ਰਹਿ ਸਕਦਾ। ਠੀਕ ਹੈ, ਤਾਂ ਪਹਿਲਾ ਸਾਡਾ ਟੌਪਿਕ ਸੀਗਾ ਜੀਵ ਮੰਡਲ। ਇਹਦੇ ਵਿੱਚ ਕੀ ਹੈ ਬੱਚਿਓ, ਦੇਖੋ ਇੱਕ ਇਨਸਾਨ ਆ ਨਾ ਜਿਹੜਾ, ਉਹ ਪਾਣੀ ਤੋਂ ਬਿਨਾਂ ਵੀ ਨਹੀਂ ਰਹਿ ਸਕਦਾ, ਉਹ ਹਵਾ ਤੋਂ ਬਿਨਾਂ ਵੀ ਨਹੀਂ ਰਹਿ ਸਕਦਾ, ਅਤੇ ਉਹ ਧਰਤੀ ਤੋਂ ਬਿਨਾਂ ਵੀ ਨਹੀਂ ਰਹਿ ਸਕਦਾ। ਠੀਕ ਹੈ, ਕੋਈ ਵੀ ਵਿਅਕਤੀ ਜਿਹੜਾ ਆ ਉਹ ਹਵਾ ਦੇ ਵਿੱਚ ਜਿਹੜਾ ਘਰ ਬਣਾ ਕੇ ਨਹੀਂ ਰਹਿ ਸਕਦਾ, ਉਹਨੂੰ ਧਰਤੀ 'ਤੇ ਹੀ ਘਰ ਬਣਾਉਣਾ ਪੈਣਾ। ਪਾਣੀ ਦੀ ਵੀ ਉਹਨੂੰ ਲੋੜ ਪੈਣੀ ਆ, ਉਹਨੂੰ ਹਵਾ ਦੀ ਵੀ ਲੋੜ ਪੈਣੀ ਆ। ਇੱਦਾਂ ਹੀ ਸਾਰੇ ਜਾਨਵਰ ਆ। ਠੀਕ ਹੈ, ਉਹਨਾਂ ਨੂੰ ਵੀ ਤਿੰਨੇ ਚੀਜ਼ਾਂ ਦੀ ਲੋੜ ਪੈਣੀ ਆ। ਤਾਂ ਇਹ ਸਾਡਾ ਜੀਵ ਮੰਡਲ ਜਿਹੜਾ ਆ ਉਹ ਇਹਨਾਂ ਤਿੰਨਾਂ ਚੀਜ਼ਾਂ ਤੋਂ ਬਿਨਾਂ ਹੋਂਦ ਵਿੱਚ ਨਹੀਂ ਆ ਸਕਦਾ। ਸੋ ਬੱਚਿਓ, ਇਹ ਪਹਿਲੀ ਗੱਲ ਜਿਹੜੀ ਸਾਡੇ ਟੌਪਿਕ ਦੀ ਇਹ ਸੀਗੀ ਜੀਵ ਮੰਡਲ ਬਾਰੇ, ਉਹ ਆਪਾਂ ਡਿਸਕਸ ਕਰ ਲਈ ਆ। ਠੀਕ ਹੈ, ਹੁਣ ਦੇਖੋ ਥੋੜ੍ਹੀ ਜਿਹੀ ਜਾਣਕਾਰੀ ਹੋਰ ਆਪਾਂ ਦੇਖ ਲੈਂਦੇ। ਇੱਕ ਹੋਰ ਸਾਡੇ ਕੋਲ ਸਲਾਈਡ ਹੈਗੀ ਆ, ਇਹਦੇ ਵਿੱਚ ਦੇਖੋ ਬਹੁਤ ਕੁਛ ਹੈਗਾ, ਜਾਨਵਰ ਵੀ ਹੈਗੇ ਆ। ਠੀਕ ਹੈ, ਮੱਛਲੀਆਂ ਵੀ ਹੈਗੀਆਂ ਆ, ਪੰਛੀ ਵੀ ਹੈਗੇ ਆ, ਅਤੇ ਦਰਖਤ ਵੀ ਹੈਗੇ ਆ। ਠੀਕ ਹੈ ਨਾ, ਅਤੇ ਡੈਡ ਐਨੀਮਲ ਵੀ ਆ। ਹੁਣ ਤੁਸੀਂ ਦੇਖੋ ਸਾਰੀਆਂ ਚੀਜ਼ਾਂ ਇੱਕ ਦੂਜੇ 'ਤੇ ਡਿਪੈਂਡ ਕਰਦੀਆਂ। ਹੁਣ ਇਨਸਾਨ ਆ, ਅਸੀਂ ਲੋਕ ਕੀ ਖਾਂਦੇ ਹਾਂ, ਜੋ ਅਸੀਂ ਖਾਂਦੇ ਹਾਂ, ਅਸੀਂ ਪੇੜ ਪੌਦੇ ਜਾਂ ਅਨਾਜ ਖਾਂਦੇ ਹਾਂ, ਜਾਂ ਅਸੀਂ ਜਾਨਵਰਾਂ ਨੂੰ ਮਾਰ ਕੇ ਖਾਂਦੇ ਹਾਂ, ਜਾਂ ਅਸੀਂ ਮਛਲੀਆਂ ਖਾਂਦੇ ਹਾਂ, ਜਾਂ ਅਸੀਂ ਮਾਸ ਖਾਂਦੇ ਹਾਂ, ਕੁਛ ਵੀ ਖਾਂਦੇ ਹਾਂ, ਤਾਂ ਉਹ ਇੱਕ ਦੂਜੀ ਚੀਜ਼ 'ਤੇ ਡਿਪੈਂਡ ਕਰਦਾ। ਇੱਦਾਂ ਹੀ ਜਿਹੜੇ ਜਾਨਵਰ ਆ, ਕੋਈ ਪੱਤੇ ਖਾਂਦੇ ਆ, ਕੋਈ ਇੱਕ ਦੂਜੇ ਕੀੜਿਆਂ ਮਕੌੜਿਆਂ ਨੂੰ ਖਾਂਦੇ ਆ। ਇਸ ਤਰ੍ਹਾਂ ਕਰਕੇ ਇਹ ਜਿਹੜੇ ਜਾਨਵਰ ਜਿਹੜੇ ਹੈਗੇ ਆ ਉਹ ਇੱਕ ਦੂਜੇ 'ਤੇ ਡਿਪੈਂਡ ਕਰਦੇ ਆ। ਇਹਨੂੰ ਅਸੀਂ ਜੀਵ ਮੰਡਲ ਕਹਿੰਦੇ ਹਾਂ। ਦੂਸਰਾ ਟੌਪਿਕ ਸੀਗਾ ਸਾਡੇ ਬੱਚਿਓ ਫਲੋਰਾ ਅਤੇ ਫੌਨਾ। ਠੀਕ ਹੈ, ਬੜਾ ਸੌਖਾ ਜਿਹਾ ਆ, ਕਈ ਵਾਰੀ ਸਾਨੂੰ ਇਹਨਾਂ ਦੋਵਾਂ ਨਾਵਾਂ 'ਚ ਭੁਲੇਖਾ ਪੈਂਦਾ ਆ। ਕਿਸੇ ਖੇਤਰ ਜਾਂ ਕਿਸੇ ਸਮੇਂ ਵਿੱਚ ਮੌਜੂਦ ਸਾਰੇ ਪ੍ਰਾਣੀਆਂ ਨੂੰ, ਪ੍ਰਾਣੀ ਮਤਲਬ ਜੀਵਾਂ ਨੂੰ ਫੌਨਾ ਕਿਹਾ ਜਾਂਦਾ ਆ। ਠੀਕ ਹੈ ਨਾ, ਅਤੇ ਕਿਸੇ ਖੇਤਰ ਵਿੱਚ ਸਾਰੀ ਬਨਸਪਤੀ ਨੂੰ ਫਲੋਰਾ ਕਿਹਾ ਜਾਂਦਾ ਆ। ਤਾਂ ਆਪਾਂ ਪਹਿਲਾਂ ਗੱਲ ਕਰਾਂਗੇ ਫਲੋਰਾ ਦੀ। ਹੁਣ ਇੱਕ ਸ਼ਬਦ ਦੇਖੋ ਹੁੰਦਾ ਫਲਾਰ, ਫੁੱਲ ਨੂੰ ਕਹਿੰਦੇ ਨਾ ਫਲਾਰ, ਇਹ ਤਕਰੀਬਨ ਉਹਦੇ ਨਾਲ ਰਲਦਾ ਮਿਲਦਾ। ਤਾਂ ਅਸੀਂ ਇਸ ਤੋਂ ਅੰਦਾਜ਼ਾ ਲਾ ਸਕਦੇ ਹਾਂ ਵੀ ਜਿਹੜਾ ਫਲਾਰ ਆ ਉਹ ਬਨਸਪਤੀ 'ਚ ਆਉਂਦਾ ਆ, ਆਪਣੇ ਪੌਦਿਆਂ 'ਚ ਆਉਂਦਾ ਆ। ਇਸ ਕਰਕੇ ਆਪਾਂ ਫਲੋਰਾ ਜਿਹੜਾ ਸ਼ਬਦ ਹੈਗਾ ਉਹਨੂੰ ਬਨਸਪਤੀ ਨਾਲ ਰਿਲੇਟ ਕਰਨਾ ਆ, ਕਿਉਂਕਿ ਆਮ ਤੌਰ 'ਤੇ ਬੱਚਿਆਂ ਨੂੰ ਭੁਲੇਖਾ ਲੱਗਦਾ ਵੀ ਫਲੋਰਾ ਅਤੇ ਫੌਨਾ ਕੀ ਆ। ਤਾਂ ਫਲੋਰਾ ਜਿਵੇਂ ਫਲਾਰ ਸ਼ਬਦ ਹੈਗਾ, ਇਸ ਦੇ ਨਾਲ ਰਿਲੇਟ ਕਰਕੇ ਆਪਾਂ ਚੱਲਾਂਗੇ ਤਾਂ ਸਾਨੂੰ ਪਤਾ ਲੱਗ ਜੂਗਾ ਵੀ ਜਿਹੜੀ ਬਨਸਪਤੀ ਆ ਉਹਦੇ ਨਾਲ ਸੰਬੰਧਿਤ ਜਿਹੜੀ ਗੱਲ ਹੈਗੀ ਆ ਉਹ ਫਲੋਰਾ 'ਚ ਆਏਗੀ,
ਇਸੇ ਤਰ੍ਹਾਂ ਬੱਚਿਓ ਆ ਫੌਨਾ ਆ, ਇਹਦੇ ਵਿੱਚ ਇਹ ਸ਼ਬਦ ਹੈਗਾ ਏ, ਇਹਨੂੰ ਯਾਦ ਰੱਖਿਓ। ਇਹ ਤੋਂ ਐਨੀਮਲ ਹੁੰਦੇ ਆ, ਠੀਕ ਹੈ ਨਾ। ਤਾਂ ਇਸੇ ਤੋਂ ਆਪਾਂ ਅੰਦਾਜ਼ਾ ਲਾਉਣਾ ਵੀ ਫੌਨਾ ਕੀ ਹੁੰਦਾ। ਜਿਹੜੀ ਆਪਾਂ ਸਟੱਡੀ ਕਰਦੇ ਹਾਂ ਨਾ ਪ੍ਰਾਣੀਆਂ ਬਾਰੇ, ਜੀਵਾਂ ਬਾਰੇ ਕਰਦੇ ਹਾਂ, ਉਹ ਫੌਨਾ ਦੇ ਵਿੱਚ ਆਊਗਾ। ਇਹ ਇਹਨਾਂ ਦੋਵਾਂ ਦੇ ਵਿੱਚ ਅੰਤਰ ਆ। ਤਾਂ ਅਗਲੀ ਚੀਜ਼ ਜਿਹੜੀ ਬੱਚਿਓ ਆਪਾਂ ਪੜ੍ਹਨੀ ਸੀਗੀ ਉਹ ਹੈਗਾ ਈਕੋਸਿਸਟਮ। ਆਮ ਤੌਰ 'ਤੇ ਤੁਸੀਂ ਜਿਹੜਾ ਸਾਇੰਸ ਦੇ ਵਿੱਚ ਜਾਂ ਸਮਾਜਿਕ 'ਚ ਵੀ ਇਹ ਈਕੋਸਿਸਟਮ ਬਾਰੇ ਜਾਣਕਾਰੀ ਹਾਸਲ ਕੀਤੀ ਹੋਣੀ ਆ। ਹੁਣ ਈਕੋਸਿਸਟਮ ਕੀ ਆ, ਹੁਣ ਦੇਖੋ ਇਸ ਜੀਵ ਮੰਡਲ ਦੇ ਉੱਤੇ ਜਿਹੜਾ ਆ ਈਕੋਸਿਸਟਮ ਜਿਹੜਾ ਆ ਉਹ ਬਹੁਤ ਜ਼ਰੂਰੀ ਆ, ਕਿਉਂਕਿ ਇੱਕ ਖੇਤਰ ਵਿੱਚ ਪ੍ਰਾਣੀਆਂ ਅਤੇ ਪੌਦਿਆਂ ਨੂੰ ਸਾਰਿਆਂ ਨੂੰ ਇੱਕ ਦੂਜੇ 'ਤੇ ਜਿਹੜਾ ਆ ਨਿਰਭਰ ਹੋਣਾ ਪੈਂਦਾ ਆ। ਉਹਨੂੰ ਹੀ ਅਸੀਂ ਜਿਹੜਾ ਆ ਉਸ ਜਿਹੜਾ ਸਿਸਟਮ ਆ ਉਹਨੂੰ ਇੱਕ ਦੂਜੇ ਦੇ ਉੱਤੇ ਜਿਹੜਾ ਡਿਪੈਂਡ ਰਹਿਣ ਦੀ ਜਿਹੜੀ ਪ੍ਰਣਾਲੀ ਆ ਉਹਨੂੰ ਹੀ ਅਸੀਂ ਈਕੋਸਿਸਟਮ ਕਹਿੰਦੇ ਹਾਂ। ਦੇਖੋ ਕੀ ਆ, ਕੁਛ ਪੁਆਇੰਟ ਲਿਖੇ ਹੋਏ ਵਿੱਚ ਮੈਂ ਉਹਨਾਂ ਨੂੰ ਆਪਾਂ ਸਮਝਦੇ ਹਾਂ ਡਿਟੇਲ ਦੇ ਵਿੱਚ। ਪਹਿਲਾ ਹੈਗਾ ਇੰਟਰੈਕਸ਼ਨ ਬਿਟਵੀਨ ਆਲ ਲਿਵਿੰਗ ਆਰਗਨਿਜ਼ਮ। ਲਿਵਿੰਗ ਜਿਹੜੇ ਜਿੰਦਾ ਹੁੰਦੇ, ਜਿਹੜੀਆਂ ਵੀ ਚੀਜ਼ਾਂ ਜਾਣ ਵਾਲੀਆਂ ਜਿਹਦੇ ਵਿੱਚ ਜਾਨ ਆ, ਉਹਨਾਂ ਸਾਰੀਆਂ ਚੀਜ਼ਾਂ ਦਾ ਇੰਟਰੈਕਸ਼ਨ ਹੁੰਦਾ। ਉਹ ਇੱਕ ਦੂਜੇ ਦੇ ਨਾਲ ਜਾਂ ਇੱਕ ਦੂਜੇ 'ਤੇ ਉੱਤੇ ਨਿਰਭਰ ਕਰਦੇ ਆ, ਠੀਕ ਹੈ। ਉਹਨੂੰ ਅਸੀਂ ਜਿਹੜਾ ਈਕੋਸਿਸਟਮ 'ਚ ਲੈਂਦੇ ਹਾਂ। ਪਹਿਲੀ ਗੱਲ ਤਾਂ ਇਹ ਆ। ਦੂਜੀ ਗੱਲ ਹੈ ਫਿਜ਼ੀਕਲ ਅਤੇ ਕੈਮੀਕਲ ਫੈਕਟਰ। ਹੁਣ ਫਿਜ਼ੀਕਲ ਦੇ ਵਿੱਚ ਕੀ ਆ, ਫਿਜ਼ੀਕਲ ਜਿਹੜੀ ਚੀਜ਼ ਸਾਨੂੰ ਦਿਖਦੀ ਆ, ਠੀਕ ਹੈ ਨਾ। ਹੁਣ ਅਸੀਂ ਜਿਹੜਾ ਆ ਜਦੋਂ ਕੁਛ ਖਾਂਦੇ ਹਾਂ, ਮੰਨ ਲਓ ਅਸੀਂ ਰੋਟੀ ਖਾਂਦੇ ਹਾਂ ਤਾਂ ਕਣਕ ਤੋਂ ਖਾਂਦੇ ਬਣੀ ਹੋਈ ਖਾਂਦੇ ਹਾਂ ਨਾ, ਜੂਸ ਪੀਂਦੇ ਹਾਂ ਜਾਂ ਕਿਸੇ ਮੱਛੀ ਨੂੰ ਖਾਂਦੇ ਹਾਂ, ਜਾਂ ਉਹ ਸਾਰਾ ਕੁਛ ਸਾਨੂੰ ਫਿਜ਼ੀਕਲ ਆ ਦਿਖਦਾ। ਹੁਣ ਜਿਹੜੇ ਜਾਨਵਰ ਆ ਉਹ ਫਲ ਖਾਂਦੇ ਆ ਜਾਂ ਪੱਤੇ ਖਾਂਦੇ ਆ ਜਾਂ ਦਰਖਤ ਦੀਆਂ ਟਾਹਣੀਆਂ ਖਾਂਦੇ, ਉਹ ਫਿਜ਼ੀਕਲ ਫੈਕਟਰ ਹੈਗੇ ਆ। ਹੁਣ ਕੈਮੀਕਲ ਫੈਕਟਰ ਕੀ ਆ, ਹੁਣ ਆਪਾਂ ਹਵਾ ਜਿਹੜੀ ਆ ਆਪਣੇ ਅੰਦਰ ਖਿੱਚਦੇ ਹਾਂ, ਠੀਕ ਹੈ ਨਾ। ਪਾਣੀ ਨੂੰ ਵੀ ਆਪਾਂ ਕੈਮੀਕਲ ਦੇ ਵਿੱਚ ਹੀ ਲੈਂਦੇ ਹਾਂ। ਇਹ ਜਿਹੜਾ ਪ੍ਰੋਸੈਸ ਹੈਗਾ ਉਹ ਕੈਮੀਕਲ ਫੈਕਟਰ ਆ। ਔਰ ਈਕੋਸਿਸਟਮ ਦੇ ਵਿੱਚ ਫਿਜ਼ੀਕਲ ਅਤੇ ਕੈਮੀਕਲ ਫੈਕਟਰ ਜਿਹੜੇ ਆ ਉਹ ਕੰਮ ਕਰਦੇ ਆ। ਤੀਜੀ ਚੀਜ਼ ਹੈਗੀ ਆ ਬੱਚਿਓ, ਈਕੋਸਿਸਟਮ ਦੇ ਵਿੱਚ ਜਿਹੜੀ ਐਨਰਜੀ ਆ ਉਹ ਟਰਾਂਸਫਰ ਹੁੰਦੀ ਆ। ਟਰਾਂਸਫਰ ਮਤਲਬ ਹੁੰਦਾ ਇੱਕ ਤੋਂ ਦੂਜੇ ਕੋਲ ਜਾਂਦੀ ਆ। ਹੁਣ ਆਪਾਂ ਕੀ ਆ, ਮੰਨ ਲਓ ਮੈਂ ਹੀ ਆ ਨਾ, ਅਤੇ ਮੈਂ ਜੇ ਰੋਟੀ ਖਾਂਦਾ ਆ ਨਾ ਜਾਂ ਮੈਂ ਫਲ ਖਾਂਦਾ ਆ, ਤਾਂ ਫਲ ਦੇ ਵਿੱਚ ਕੀ ਆ, ਫਲ ਖਾ ਕੇ ਮੈਨੂੰ ਐਨਰਜੀ ਮਿਲਦੀ ਹੈ ਨਾ। ਮੈਂ ਰੋਟੀ ਖਾਂਦਾ ਅਤੇ ਮੈਨੂੰ ਮੇਰੇ ਸਰੀਰ ਨੂੰ ਤਾਕਤ ਮਿਲਦੀ ਆ, ਮੈਂ ਦੁੱਧ ਪੀਂਦਾ ਅਤੇ ਤਾਕਤ ਮਿਲਦੀ ਹੈ ਨਾ। ਤਾਂ ਉਹ ਐਨਰਜੀ ਜਿਹੜੀ ਉਹ ਦੁੱਧ ਦੇ ਵਿੱਚ ਸੀ, ਜਿਹੜੀ ਫਲ ਦੇ ਵਿੱਚ ਸੀਗੀ, ਉਹ ਐਨਰਜੀ ਜਿਹੜੀ ਰੋਟੀ ਦੇ ਵਿੱਚ ਸੀਗੀ ਉਹ ਉੱਥੋਂ ਟਰਾਂਸਫਰ ਹੋ ਕੇ ਮੇਰੇ ਅੰਦਰ ਆ ਗਈ ਆ, ਠੀਕ ਹੈ ਨਾ। ਮਟੀਰੀਅਲ ਕੀ ਹੁੰਦਾ, ਵਸਤੂ, ਔਰ ਇਹ ਵਸਤੂ ਦੇ ਰੂਪ 'ਚ ਹੁੰਦੀ ਹੈ। ਇੱਦਾਂ ਹੀ ਜਾਨਵਰ, ਇੱਕ ਜਾਨਵਰ ਦੂਜੇ ਵੱਡਾ ਜਾਨਵਰ ਛੋਟੇ ਨੂੰ ਖਾਂਦਾ ਆ, ਜਾਂ ਜਿਹੜੇ ਜਾਨਵਰ ਆ ਉਹ ਪੱਤੇ ਖਾਂਦੇ ਆ ਜਾਂ ਫਲ ਖਾਂਦੇ, ਉਹ ਐਨਰਜੀ ਜਿਹੜੀ ਹੈ ਦੂਜੀ ਚੀਜ਼ ਤੋਂ ਉਹਦੇ ਅੰਦਰ ਆਉਂਦੀ ਆ। ਇਹ ਈਕੋਸਿਸਟਮ ਦਾ ਬੱਚੋ ਇੱਕ ਮਹੱਤਵਪੂਰਨ ਹਿੱਸਾ ਆ। ਦੇਖੋ ਜੋ ਫੋਟੋ ਬਣੀ ਆ, ਇਹ ਸਾਰੀਆਂ ਚੀਜ਼ਾਂ ਇੱਕ ਦੂਜੇ 'ਤੇ ਡਿਪੈਂਡੈਂਟ ਆ। ਇਹਨੂੰ ਅਸੀਂ ਕਹਿੰਦੇ ਈਕੋਸਿਸਟਮ। ਹੁਣ ਉਸ ਤੋਂ ਅੱਗੇ ਬੱਚਿਓ ਜਿਹੜੀ ਗੱਲ ਆਪਾਂ ਜ਼ਰੂਰੀ ਕਰਨੀ ਆ, ਜਿਹਦੇ ਬਾਰੇ ਸਾਨੂੰ ਜਾਣਕਾਰੀ ਹੋਣੀ ਚਾਹੀਦੀ ਆ, ਵੀ ਸਾਡੇ ਭਾਰਤ ਦੇ ਵਿੱਚ ਇੱਕ ਫੋਰੈਸਟ ਸਰਵੇ ਆਫ ਇੰਡੀਆ ਆ, ਠੀਕ ਹੈ। ਜਿਹੜਾ ਸਾਡੇ ਸਾਰੇ ਦੇਸ਼ ਦੇ ਵਿੱਚ ਜਿੰਨੇ ਵੀ ਜੀਵ ਜੰਤੂ ਆ, ਜਿੰਨੇ ਵੀ ਸਾਧਨ ਆ, ਉਹਨਾਂ ਦਾ ਅਨੁਮਾਨ ਲਗਾਉਂਦਾ। ਅਤੇ ਕਈ ਵਾਰੀ ਪ੍ਰਸ਼ਨ ਆ ਜਾਂਦਾ ਆ ਵੀ ਫੋਰੈਸਟ ਸਰਵੇ ਆਫ ਇੰਡੀਆ ਦਾ ਹੈੱਡਕੁਆਟਰ ਕਿੱਥੇ। ਹੈੱਡਕੁਆਟਰ ਹੁੰਦਾ ਵੀ ਇੱਕ ਮੇਨ ਜਗ੍ਹਾ ਜਿੱਥੋਂ ਸਾਰੇ ਦੇਸ਼ ਦੇ ਵਿੱਚ ਜਿਹੜਾ ਆ ਕੰਮ ਕੀਤਾ ਜਾਂਦਾ ਆ ਜਾਂ ਕੰਮ ਦਾ ਪ੍ਰਬੰਧ ਕੀਤਾ ਜਾਂਦਾ ਹੈ। ਤਾਂ ਬੱਚਿਓ ਉਹ ਤੁਸੀਂ ਯਾਦ ਰੱਖਣਾ, ਉਹ ਹੈਗਾ ਦੇਹਰਾਦੂਨ ਦੇ ਵਿੱਚ, ਠੀਕ ਹੈ। ਹੈੱਡਕੁਆਟਰ ਫੋਰੈਸਟ ਸਰਵੇ ਆਫ ਇੰਡੀਆ ਦਾ ਕਿੱਥੇ ਆ, ਦੇਹਰਾਦੂਨ ਦੇ ਵਿੱਚ ਆ। ਅਗਲੀ ਗੱਲ ਉਹਨਾਂ ਕੀਤੀ ਆ, ਇੱਕ ਮਿੰਟ ਕਿਉਂਕਿ ਸਲਾਈਡਾਂ ਪਿਛਲੀਆਂ ਆ ਗਈਆਂ। ਅਗਲੀ ਗੱਲ ਜਿਹੜੀ ਉਹਨਾਂ ਕੀਤੀ ਆ ਉਹ ਇਹ ਆ ਵੀ ਫੋਰੈਸਟ ਸਰਵੇ ਆਫ ਇੰਡੀਆ ਜਿਹੜਾ ਆ ਉਹਦੇ ਖੇਤਰੀ ਦਫ਼ਤਰ ਕਿੱਥੇ ਆ। ਖੇਤਰੀ ਦਫ਼ਤਰ ਹੁੰਦਾ ਜਿਵੇਂ ਇੱਕ ਆਪਣਾ ਸਾਰੇ ਆਪਣੇ ਦੇਸ਼ ਦੀ ਰਾਜਧਾਨੀ ਜਿਹੜੀ ਦਿੱਲੀ ਆ ਨਾ, ਉਹ ਹੈੱਡਕੁਆਟਰ ਆ। ਅਤੇ ਬਾਕੀ ਜਿਹੜੀਆਂ ਸਾਰੇ ਦੇਸ਼ ਦੇ ਵਿੱਚ ਜਿਹੜੇ ਹਰੇਕ ਰਾਜ ਦੇ ਵਿੱਚ ਰਾਜਧਾਨੀਆਂ ਜਾਂ ਮੇਨ ਉਹਨਾਂ ਦੇ ਜਿਹੜੇ ਦਫ਼ਤਰ ਆ ਉਹਨੂੰ ਅਸੀਂ ਖੇਤਰੀ ਦਫ਼ਤਰ ਕਹਾਂਗੇ ਨਾ। ਤਾਂ ਉਹ ਖੇਤਰੀ ਦਫ਼ਤਰ ਵਿੱਚੋਂ 4 ਆ, ਸ਼ਿਮਲਾ, ਕਲਕੱਤਾ, ਨਾਗਪੁਰ ਅਤੇ ਬੈਂਗਲੋਰ, ਠੀਕ ਹੈ ਨਾ। ਯਾਨੀ ਇਹ ਉਹ ਡਿਪਾਰਟਮੈਂਟ ਆ ਜਿਹੜਾ ਦੇਸ਼ ਦੀ ਹਰੇਕ ਚੀਜ਼ ਦਾ ਸਰਵੇ ਕਰਦਾ ਆ, ਉਹਨੂੰ ਜਾਂਚ ਪੜਤਾਲ ਕਰਦਾ ਆ, ਅੰਦਾਜ਼ਾ ਲਾਉਂਦਾ ਆ ਵੀ ਦੇਸ਼ ਦੇ ਵਿੱਚ ਕਿੰਨੇ ਤਰ੍ਹਾਂ ਦੀ ਬਨਸਪਤੀ ਹੈ, ਕਿੰਨੇ ਤਰ੍ਹਾਂ ਦੇ ਜਾਨਵਰ ਹੈ, ਕਿੰਨੇ ਤਰ੍ਹਾਂ ਦੇ ਪੰਛੀ ਆ, ਕੀ ਕੁਛ ਆ। ਇਹ ਸਾਰੀ ਜਾਣਕਾਰੀ ਜਿਹੜੀ ਆ ਇਹ ਫੋਰੈਸਟ ਸਰਵੇ ਆਫ ਇੰਡੀਆ ਜਿਹੜਾ ਡਿਪਾਰਟਮੈਂਟ ਆ
ਉਹ ਲਾਉਂਦਾ ਆ। ਸੋ ਬੱਚਿਓ ਆ ਇਹਦੀ ਬਿਲਡਿੰਗ ਆ, ਠੀਕ ਹੈ। ਦੇਖੋ ਕੰਸਲਟੈਂਟ ਰਿਕਰੂਟਮੈਂਟ ਇਨ FCI ਦੇਹਰਾਦੂਨ, ਠੀਕ ਹੈ। ਦੇਹਰਾਦੂਨ ਸ਼ਬਦ ਜਿਹੜਾ ਯਾਦ ਰੱਖਣਾ, ਇਹ ਇਹਦਾ ਹੈੱਡਕੁਆਟਰ ਆ। ਹੁਣ ਅਗਲੀ ਗੱਲ ਜਿਹੜੀ ਅਸੀਂ ਕਰਨੀ ਸੀਗੀ ਸਾਡੇ ਇਸ ਵਿਸ਼ੇ ਦੇ ਵਿੱਚ ਹੈਗੀ ਆ ਕੁਦਰਤੀ ਬਨਸਪਤੀ। ਹੁਣ ਇੱਕ ਤਾਂ ਬੱਚਿਓ ਕੁਦਰਤੀ ਬਨਸਪਤੀ ਬਾਰੇ ਵੀ ਸਾਨੂੰ ਪਤਾ ਹੋਣਾ ਚਾਹੀਦਾ ਵੀ ਉਹ ਕੀ ਹੁੰਦੀ ਆ। ਦੇਖੋ ਆਪਾਂ ਆਪਣੇ ਆਲੇ ਦੁਆਲੇ ਦੇਖਦੇ ਹਾਂ ਨਾ, ਬਹੁਤ ਸਾਰੇ ਬੂਟੇ ਅਸੀਂ ਆਪ ਲਾਉਂਦੇ ਹਾਂ, ਨਰਸਰੀ ਤੋਂ ਲੈ ਆਉਂਦੇ ਜਾਂ ਕਿਤੇ ਹੋਰ ਲੱਗਿਆ ਦੇਖ ਕੇ ਉੱਥੋਂ ਪੁੱਟ ਕੇ ਲੈ ਕੇ ਆਪਾਂ ਬੀਜ ਦਿੱਤਾ ਨਾ। ਅਤੇ ਕੁਛ ਬੂਟੇ ਜਿਹੜੇ ਆ, ਕੁਛ ਦਰਖਤ ਜਿਹੜੇ ਆਪਣੇ ਆਪ ਹੀ ਹੋ ਜਾਂਦੇ, ਕੁਛ ਝਾੜੀਆਂ ਆਪਣੇ ਆਪ ਹੀ ਹੋ ਜਾਂਦੀਆਂ। ਅਤੇ ਜਿਹੜੀਆਂ ਚੀਜ਼ਾਂ ਆਪਣੇ ਆਪ ਹੋ ਜਾਂਦੀਆਂ ਜਿਹਦੇ ਵਿੱਚ ਇਨਸਾਨ ਦਾ ਕੋਈ ਹੱਥ ਨਹੀਂ ਹੈਗਾ, ਉਹਨੂੰ ਅਸੀਂ ਕੁਦਰਤੀ ਬਨਸਪਤੀ ਕਹਿੰਦੇ ਹਾਂ, ਠੀਕ ਹੈ। ਯਾਨੀ ਅਸੀਂ ਨਾ ਕੋਈ ਬੂਟਾ ਲਾਉਂਦੇ ਹਾਂ, ਨਾ ਉਹਦਾ ਕੋਈ ਪਾਲਣ ਪੋਸ਼ਣ ਕਰਦੇ, ਉਹ ਆਪਣੇ ਆਪ ਹੀ ਵੱਧਦੀ ਆ, ਉਹ ਆ ਕੁਦਰਤੀ ਬਨਸਪਤੀ, ਠੀਕ ਹੈ ਜੀ। ਇਹ ਸਾਨੂੰ ਪਤਾ ਹੋਣਾ ਚਾਹੀਦਾ। ਹੁਣ ਇਹ ਆ ਵੀ ਕੁਦਰਤੀ ਬਨਸਪਤੀ ਦੀ ਖੇਤਰੀ ਭਿੰਨਤਾ ਮਤਲਬ ਇਹ ਆ ਵੀ ਪੰਜਾਬ 'ਚ ਹੋਰ ਤਰ੍ਹਾਂ ਦੀ ਕੁਦਰਤੀ ਬਨਸਪਤੀ ਆ, ਯਾਨੀ ਪੇੜ ਪੌਦੇ ਹੋਰ ਤਰ੍ਹਾਂ ਦੇ ਆ, ਹਰਿਆਣੇ 'ਚ ਹੋਰ ਤਰ੍ਹਾਂ ਦੇ ਆ, ਰਾਜਸਥਾਨ 'ਚ ਹੋਰ ਤਰ੍ਹਾਂ ਦੇ ਆ, ਮੱਧ ਪ੍ਰਦੇਸ਼ 'ਚ ਹੋਰ ਤਰ੍ਹਾਂ ਦੇ, ਕੇਰਲ ਦੇ ਵਿੱਚ ਹੋਰ ਤਰ੍ਹਾਂ ਦੇ ਆ, ਹਿਮਾਲਯ 'ਚ ਹੋਰ ਤਰ੍ਹਾਂ ਦੇ ਆ। ਉਹਦੇ ਲਈ ਕਿਹੜੇ ਤੱਤ ਜਿਹੜੇ ਜ਼ਿੰਮੇਵਾਰ ਆ ਉਹਨਾਂ ਦੇ ਬਾਰੇ ਆਪਾਂ ਪੜ੍ਹਨਾ ਆ। ਤਾਂ ਬੱਚਿਓ ਸਭ ਤੋਂ ਪਹਿਲਾ ਤੱਤ ਹੈਗਾ ਆ ਭੂਮੀ। ਹੁਣ ਭੂਮੀ ਤੁਹਾਨੂੰ ਪਤਾ ਹੀ ਆ, ਧਰਤੀ ਨੂੰ ਕਹਿੰਦੇ ਭੂਮੀ। ਜਿੱਥੇ ਆਪਾਂ ਖੜ੍ਹੇ ਹਾਂ ਉਹ ਭੂਮੀ ਆ, ਉਹ ਲੈਂਡ ਆ, ਠੀਕ ਹੈ ਜੀ। ਹੁਣ ਦੇਖੋ ਆ ਇੱਕ ਤੁਹਾਡੇ ਸਾਹਮਣੇ ਤਸਵੀਰ ਆ, ਇਹਦੇ ਵਿੱਚ ਕਈ ਚੀਜ਼ਾਂ ਹੈਗੀਆਂ ਅਤੇ ਤੁਹਾਨੂੰ ਪਤਾ ਲੱਗਦਾ ਵੀ ਆਹ ਕੀ ਆ। ਆਪਾਂ ਪੜ੍ਹਿਆ ਫਿਜ਼ੀਕਲ ਫੈਕਟਰਸ ਆਫ ਇੰਡੀਆ ਦੇ ਵਿੱਚ, ਇਹ ਬੱਚਿਓ ਕੀ ਆ, ਪਠਾਰ ਆ, ਪਲੈਟਿਊ ਜਿਹਨੂੰ ਕਹਿੰਦੇ ਹਾਂ ਅਸੀਂ। ਆਹ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਕੀ ਆ, ਇਹ ਆ ਮਾਊਂਟੇਨ, ਠੀਕ ਹੈ ਜੀ। ਬੱਚਿਓ ਆਹ ਕੀ ਆ, ਇਹ ਪਲੇਨ ਆ, ਮੈਦਾਨ ਜਿਹਨੂੰ ਆਪਾਂ ਕਹਿੰਦੇ ਹਾਂ, ਹੈ ਨਾ, ਠੀਕ ਹੈ। ਆਹ ਜਿਹੜੇ ਹੈਗੇ ਆ ਇਹ ਤੱਟ ਦੇ ਇਲਾਕੇ ਆ ਜਿਹੜੇ ਸਮੁੰਦਰ ਦੇ ਨਾਲ। ਇਹ ਸਿਰਫ ਤੁਹਾਨੂੰ ਉਦਾਹਰਨ ਦੇਣ ਦੀ ਇੱਕ ਫੋਟੋ ਹੈਗੀ ਵੀ ਤੁਹਾਨੂੰ ਉਹ ਤੋਂ ਪਤਾ ਲੱਗ ਜਾਏ ਵੀ ਕੀ ਆ। ਹੁਣ ਬੱਚਿਓ ਦੇਖਿਆ ਜਾਵੇ ਤਾਂ ਆਹ ਜੋ ਵੀ ਕੁਛ ਹੈਗਾ ਨਾ, ਇਹ ਸਾਰਾ ਦਾ ਸਾਰਾ ਕਿਹਦੇ ਉੱਤੇ ਆ, ਲੈਂਡ ਦੇ ਉੱਤੇ ਆ, ਭੂਮੀ ਦੇ ਉੱਤੇ ਆ। ਅਤੇ ਭੂਮੀ ਅਲੱਗ-ਅਲੱਗ ਹੋ ਗਈ ਨਾ, ਕਿਤੇ ਪਠਾਰ ਆ, ਕਿਤੇ ਪਹਾੜ ਆ, ਕਿਤੇ ਪੱਧਰੇ ਮੈਦਾਨ ਆ, ਠੀਕ ਹੈ। ਕਿਤੇ ਭੂਮੀ ਦੇ ਉੱਤੇ ਪਾਣੀ ਆ। ਹੁਣ ਜਿਹੜਾ ਪਾਣੀ ਆ ਨਾ, ਜਿੱਥੇ ਪਾਣੀ ਦੀਆਂ ਦੇਖੋ ਫੋਟੋਆਂ ਬਣੀਆਂ ਨਾ, ਆਹ ਪਾਣੀ ਆ ਨਾ। ਹੁਣ ਇਹਦੇ ਹੇਠਾਂ ਵੀ ਕੀ ਆ, ਜ਼ਮੀਨ ਹੁੰਦੀ ਹੈ ਨਾ। ਜੇ ਕਿਸੇ ਦਰਿਆ ਦੇ ਵਿੱਚ ਤੁਸੀਂ ਪੈਰ ਰੱਖਦੇ ਆ ਤਾਂ ਜਦੋਂ ਥੱਲੇ ਨੂੰ ਜਾਂਦੇ ਤਾਂ ਜ਼ਮੀਨ ਦੇ ਉੱਤੇ ਪੈਰ ਰੱਖਦੇ ਥਾਂ ਜਾਂਦੇ, ਫਿਰ ਤੁਹਾਨੂੰ ਅੱਗੇ ਪਤਾ ਲੱਗਦਾ ਵੀ ਹੁਣ ਇਸ ਤੋਂ ਅੱਗੇ ਪਾਣੀ ਜਿਹੜਾ ਡੂੰਘਾ, ਯਾਨੀ ਪਾਣੀ ਦੇ ਹੇਠਾਂ ਵੀ ਜ਼ਮੀਨ ਆ, ਉਹ ਵੀ ਜਿਹੜੀ ਸਾਡੀ ਧਰਤੀ ਆ। ਸੋ ਇਹ ਪਹਿਲੀ ਚੀਜ਼ ਹੈਗੀ ਹੈ ਲੈਂਡ, ਠੀਕ ਹੈ। ਅਤੇ ਕੁਦਰਤੀ ਬਨਸਪਤੀ ਡਿਪੈਂਡ ਕਰਦੀ ਹੈ। ਜੇਕਰ ਪਠਾਰ ਆ ਉੱਥੇ ਕੁਦਰਤੀ ਬਨਸਪਤੀ ਹੋਰ ਤਰ੍ਹਾਂ ਹੋਊਗੀ, ਜੇਕਰ ਪਹਾੜ ਆ ਉੱਥੇ ਹੋਰ ਤਰ੍ਹਾਂ ਦੀ ਹੋਊਗੀ, ਜੇ ਮੈਦਾਨ ਆ ਤਾਂ ਉੱਥੇ ਹੋਰ ਹੋਊਗੀ, ਜੇ ਤੱਟ ਦੇ ਇਲਾਕੇ ਆ ਜਾਂ ਦੀਪ ਸਮੂਹ ਆ ਤਾਂ ਉੱਥੇ ਕੁਦਰਤੀ ਬਨਸਪਤੀ ਬੱਚਿਓ ਹੋਰ ਤਰ੍ਹਾਂ ਦੀ ਹੋਊਗੀ। ਅਤੇ ਇਹ ਪਹਿਲਾ ਫੈਕਟਰ ਆ ਜਿਹੜਾ ਕੁਦਰਤੀ ਬਨਸਪਤੀ ਨੂੰ ਦੱਸਦਾ ਆ ਜੋ ਕਿਹੋ ਜਿਹੀ ਹੋ ਸਕਦੀ। ਦੂਜੀ ਚੀਜ਼ ਹੈ ਮਿੱਟੀ। ਹੁਣ ਤੁਸੀਂ ਕਹੋਗੇ ਵੀ ਮਿੱਟੀ ਜਾਂ ਸੋਇਲ ਅਤੇ ਲੈਂਡ 'ਚ ਕੀ ਫ਼ਰਕ ਆ? ਕੋਈ ਫ਼ਰਕ ਨਹੀਂ ਗਾ ਬੱਚਿਓ। ਲੈਂਡ ਜਾਂ ਭੂਮੀ ਆਪਾਂ ਉਹਨੂੰ ਪੂਰੇ ਰੂਪ 'ਚ ਕਹਿੰਦੇ ਹਾਂ, ਉਹਦੀ ਉੱਪਰਲੀ ਪਰਤ ਨੂੰ ਕਹਿੰਦੇ ਹਾਂ, ਠੀਕ ਹੈ ਨਾ। ਹੁਣ ਜਿਹੜੇ ਪਹਾੜ ਆ, ਪਹਾੜਾਂ ਨੂੰ ਮਿੱਟੀ ਨਹੀਂ ਕਹਿ ਸਕਦੇ ਆਪਾਂ, ਸੋਇਲ ਨਹੀਂ ਕਹਿ ਸਕਦੇ। ਉੱਥੇ ਪਹਾੜੀ ਮਿੱਟੀ ਹੋਊਗੀ, ਉਹ ਅਲੱਗ ਚੀਜ਼ ਹੈਗੀ ਆ, ਠੀਕ ਹੈ। ਤਾਂ ਧਰਤੀ ਪੂਰਨ ਰੂਪ 'ਚ ਆ ਜਾਂਦੀ ਆ, ਲੈਂਡ ਪੂਰੀ ਰੂਪ 'ਚ ਆ ਜਾਂਦੀ ਆ, ਠੀਕ ਹੈ ਨਾ। ਹੁਣ ਜਿਵੇਂ ਪਠਾਰ ਆ, ਪਠਾਰ ਉਹ ਧਰਤੀ ਦਾ ਹਿੱਸਾ ਆ, ਪਹਾੜ ਧਰਤੀ ਦਾ ਹਿੱਸਾ ਆ। ਹੁਣ ਉੱਥੇ ਜਿਹੜੀ ਮਿੱਟੀ ਮਿਲਦੀ ਆ, ਮਿੱਟੀ ਦੀ ਕਿਸਮ ਜਿਹੜੀ ਮਿਲਦੀ ਆ, ਉਹ ਅਲੱਗ ਚੀਜ਼ ਹੈਗੀ। ਆਪਾਂ ਫਿਰ ਭੂਮੀ ਨੂੰ ਅਤੇ ਮਿੱਟੀ ਨੂੰ ਇੱਦਾਂ ਅਲੱਗ-ਅਲੱਗ ਕਰ ਸਕਦੇ ਹਾਂ। ਹੁਣ ਬੱਚਿਓ ਦੇਖੋ ਸਾਡੇ ਦੇਸ਼ ਦਾ ਨਕਸ਼ਾ ਆ ਅਤੇ ਕੁਛ ਖਾਸ ਜਿਹੜੀ ਇਹ ਮਿੱਟੀ ਦੀਆਂ ਕਿਸਮਾਂ ਇਹਦੇ ਵਿੱਚ ਤੁਹਾਨੂੰ ਦੱਸੀਆਂ, ਹੋਰ ਵੀ ਇਸ ਤੋਂ ਇਲਾਵਾ ਹੈਗੀਆਂ, ਪਰ ਮੇਨ ਆਪਾਂ ਤੁਹਾਨੂੰ ਦੱਸੀਆਂ। ਦੇਖੋ ਪਰਬਤੀ ਮਿੱਟੀ ਆ, ਐਰੋ ਬਣਿਆ ਹੋਇਆ, ਪਰਬਤੀ ਮਿੱਟੀ ਪਰਬਤਾਂ 'ਚ ਹੋਊਗੀ, ਪਹਾੜਾਂ 'ਚ ਹੋਊਗੀ, ਠੀਕ ਹੈ ਜੀ। ਹੁਣ ਜਲੋੜੀ ਮਿੱਟੀ ਬਾਰੇ ਆਪਾਂ ਪਹਿਲਾਂ ਵੀ ਪੜ੍ਹ ਚੁੱਕੇ ਹਾਂ, ਜਿਹੜੀ ਗੰਗਾ, ਬ੍ਰਹਮਪੁੱਤਰ ਅਤੇ ਸਿੰਧ ਦੇ ਮੈਦਾਨਾਂ ਨੇ ਬਣਾਈ ਆ। ਆਹ ਦੇਖੋ ਸਾਰੀ ਇਹ ਕੀ ਆ, ਇਹ ਜਲੋੜੀ ਮਿੱਟੀ ਆ, ਯਾਨੀ ਹੜ੍ਹਾਂ ਤੋਂ ਬਣੀ ਹੋਈ ਆ। ਜਦੋਂ ਪਾਣੀ ਨਾਲ ਆਪਣੇ ਮਿੱਟੀ ਲੈ ਕੇ ਆਉਂਦਾ ਆ, ਉਹਦੀ ਪਰਤ ਜਿਹੜੀ ਆ ਮੈਦਾਨੀ ਇਲਾਕੇ 'ਚ ਵਿਛਾ ਦਿੰਦਾ, ਨੀਵੇਂ ਇਲਾਕੇ 'ਚ, ਉਹਨੂੰ ਆਪਾਂ ਜਲੋੜੀ ਮਿੱਟੀ ਕਹਿੰਦੇ ਹਾਂ। ਫਿਰ ਬੱਚਿਓ ਅੱਗੇ ਆਹ ਜਿਹੜਾ ਇਲਾਕਾ ਦੇਖੋ ਲਾਲ ਰੰਗ ਵੀ ਲਾਲ ਆ, ਇਹ ਲਾਲ ਮਿੱਟੀ ਆ।
ਫਿਰ ਆ ਮਹਾਰਾਸ਼ਟਰ ਦਾ, ਮੱਧ ਪ੍ਰਦੇਸ਼ ਦਾ ਇਲਾਕਾ, ਗੁਜਰਾਤ ਦਾ, ਇੱਕ ਕਾਲੀ ਮਿੱਟੀ ਆ। ਕਾਲੀ ਮਿੱਟੀ ਦਾ ਐਰੋ ਇੱਥੇ ਜਾਣਾ ਸੀਗਾ, ਉਹ ਹੈ ਨਹੀਂ ਗਾ, ਆਪਾਂ ਗਲਤ ਸ਼ਾਇਦ ਰਹਿ ਗਿਆ। ਠੀਕ ਹੈ। ਉਸ ਤੋਂ ਬਾਅਦ ਲੈਟਰਾਈਟ ਮਿੱਟੀ ਆ। ਠੀਕ ਹੈ, ਆ ਲੈਟਰਾਈਟ ਮਿੱਟੀ ਆ। ਅਤੇ ਆ ਖਾਰੀ ਮਿੱਟੀ ਆ ਬੱਚਿਓ, ਇਹ ਰਾਜਸਥਾਨ ਵਾਲੇ ਇਲਾਕੇ ਦੇ ਵਿੱਚ ਆ, ਜਿੱਥੇ ਥਾਰ ਮਾਰੂਥਲ ਆ। ਠੀਕ ਹੈ, ਇਹ ਹੈਗਾ ਸਾਡਾ ਇਲਾਕਾ ਜਿਹੜਾ ਭਾਰਤ ਦਾ। ਖਾਸ ਜਿਹੜੀਆਂ ਮਿੱਟੀ ਦੀਆਂ ਕਿਸਮਾਂ, ਇਹ ਤੁਹਾਨੂੰ ਇਹਨਾਂ ਦੇ ਬਾਰੇ ਜਾਣਕਾਰੀ ਦਿੱਤੀ ਹੈ। ਪਹਿਲੀ ਭੂਮੀ ਸੀ, ਦੂਜਾ ਸੀ ਮਿੱਟੀ, ਤੀਜਾ ਬੱਚੋ ਤਾਪਮਾਨ, ਟੈਂਪਰੇਚਰ। ਹੁਣ ਤੁਹਾਨੂੰ ਪਤਾ ਹੀ ਹੈ ਵੀ ਤਾਪਮਾਨ ਕੀ ਹੁੰਦਾ। ਆਪਾਂ ਨੂੰ ਬੁਖਾਰ ਹੁੰਦਾ ਅਤੇ ਆਪਾਂ ਜਿਹੜਾ ਆ ਥਰਮਾਮੀਟਰ ਦੇ ਨਾਲ ਡਾਕਟਰ ਕੋਲ ਮੇਜਰ ਕਰਾਉਂਦੇ ਹਾਂ। ਡਾਕਟਰ ਦੱਸਦਾ ਸਾਨੂੰ, ਹਾਂਜੀ ਤੁਹਾਡਾ ਜਿਹੜਾ ਬੋਡੀ ਦਾ ਟੈਂਪਰੇਚਰ ਵਧਿਆ ਹੋਇਆ, ਤੁਹਾਨੂੰ ਬੁਖਾਰ ਆ ਨਾ। ਇੱਦਾਂ ਹੀ ਜਿਹੜਾ ਆ ਸਾਡਾ ਬਾਹਰਲਾ ਤਾਪਮਾਨ ਹੁੰਦਾ। ਜਿਵੇਂ ਹੁਣ ਸਰਦੀਆਂ 'ਚ ਸਾਡੇ ਪੰਜਾਬ 'ਚ ਤਾਪਮਾਨ ਘੱਟ ਹੁੰਦਾ, ਹੁਣ ਗਰਮੀਆਂ 'ਚ 41-42 ਡਿਗਰੀ ਹੋ ਜਾਂਦੇ ਹਨ। ਰੋਜ਼ ਆਪਾਂ ਟੀ ਵੀ 'ਚ ਸੁਣਦੇ ਹਾਂ, ਸਾਨੂੰ ਗਰਮੀ ਲੱਗਦੀ, ਸਾਨੂੰ ਠੰਡ ਲੱਗਦੀ। ਕਿਉਂ ਲੱਗਦੀ? ਕਿਉਂਕਿ ਤਾਪਮਾਨ ਜਿਹੜਾ ਉਹ ਚੀਜ਼ਾਂ ਨੂੰ ਮਹਿਸੂਸ ਕਰਾਉਂਦਾ ਆ। ਠੀਕ ਹੈ ਬੱਚਿਓ। ਹੁਣ ਦੇਖੋ, ਇੱਕ ਤੁਹਾਡੇ ਸਾਹਮਣੇ ਭਾਰਤ ਦਾ ਨਕਸ਼ਾ ਹੈਗਾ। ਠੀਕ ਹੈ, ਇਹਦੇ ਵਿੱਚ ਹੁਣ ਤਾਪਮਾਨ ਦੇ ਰੰਗ ਵੀ ਦਿੱਤੇ ਹੋਏ। ਦੇਖੋ, ਕਿਤੇ ਬਿਲੋ ਮਤਲਬ 20 ਡਿਗਰੀ ਤੋਂ ਘੱਟ, 20 ਤੋਂ ਲੈ ਕੇ 8 ਡਿਗਰੀ ਤੱਕ ਆ। ਕਿਤੇ ਜਿਹੜਾ ਆ 20 ਤੋਂ 22 ਡਿਗਰੀ ਤੱਕ ਆ, 22 ਤੋਂ 25 ਤੱਕ ਆ, 25 ਤੋਂ 27 ਤੱਕ ਆ, 27.5 ਤੋਂ ਉੱਪਰ। ਯਾਨੀ ਅਲੱਗ-ਅਲੱਗ ਰੰਗ ਦਿੱਤੇ ਹੋਏ ਆ। ਦੇਖੋ, ਸਾਰੇ ਉਹ ਮੈਚ ਕਰਦੇ ਆ ਕਿ ਆਹ ਰੰਗ ਇੱਥੇ ਪਹਾੜੀ ਇਲਾਕੇ ਦੇ ਵਿੱਚ ਹੈਗਾ। ਆਹ ਪਹਾੜਾਂ ਦੇ ਨਾਲ ਵਾਲੇ ਇਲਾਕੇ ਤਾਪਮਾਨ ਜਿਹੜਾ ਥੋੜ੍ਹਾ ਜਿਹਾ ਘੱਟ ਜਾਂਦਾ, ਜਿਵੇਂ ਹਿਮਾਚਲ ਪ੍ਰਦੇਸ਼ ਦਾ ਇਲਾਕਾ ਆ। ਠੀਕ ਹੈ, ਜੰਮੂ ਕਸ਼ਮੀਰ ਦਾ ਇਲਾਕਾ ਜਿਹੜਾ, ਉਹਦੇ 'ਚ ਜ਼ਿਆਦਾ ਠੰਡ ਹੁੰਦੀ, ਉੱਥੋਂ ਹੇਠਾਂ ਘੱਟ ਠੰਡ ਹੁੰਦੀ ਹੈ। ਸਾਡੇ ਪੰਜਾਬ ਦੇ ਵਿੱਚ ਆ ਦੇਖੋ, ਆਹ ਵਾਲਾ ਆਹ ਆਉਂਦਾ, ਇਹਦੇ 'ਚ ਜਿਵੇਂ ਗਰਮੀਆਂ ਸਰਦੀਆਂ 'ਚ ਟੈਂਪਰੇਚਰ ਬਦਲਦਾ ਰਹਿੰਦਾ। ਇਹ ਤਾਂ ਬੱਚੋ ਐਵਰੇਜ ਐਨੂਅਲ ਟੈਂਪਰੇਚਰ ਲਿਖਿਆ। ਐਨੂਅਲ ਹੁੰਦਾ ਸਾਲਾਨਾ, ਐਵਰੇਜ ਹੁੰਦਾ ਨਾ ਔਸਤਨ। ਯਾਨੀ ਸਾਰੇ ਸਾਲ ਦਾ ਜਿਹੜਾ ਟੈਂਪਰੇਚਰ ਆ, ਉਹਨੂੰ ਜੇਕਰ ਨਾਪ ਲਈਏ ਤਾਂ ਉਹਦੀ ਐਵਰੇਜ ਕੱਢ ਲਈਏ ਤਾਂ ਉਹ ਇਹ ਬੱਚਿਓ ਆਹ ਲਿਸਟ ਦਿੱਤੀ ਹੋਈ ਆ। ਅਤੇ ਇਹ ਅਲੱਗ-ਅਲੱਗ ਸਾਰਾ ਟੈਂਪਰੇਚਰ ਦਿੱਤਾ। ਸਭ ਤੋਂ ਜਿਹੜਾ ਦੇਖੋ ਜ਼ਿਆਦਾ ਆਹ ਇਲਾਕਾ ਜਿਹੜਾ, ਇੱਥੇ ਟੈਂਪਰੇਚਰ ਜ਼ਿਆਦਾ ਹੁੰਦਾ। ਠੀਕ ਹੈ, ਤਾਂ ਇਹ ਆ ਤਾਪਮਾਨ। ਇਹ ਸਾਡੀ ਕੁਦਰਤੀ ਬਨਸਪਤੀ ਨੂੰ, ਇਹ ਉਹ ਚੀਜ਼ਾਂ ਜਿਹੜੀਆਂ ਸਾਡੀ ਕੁਦਰਤੀ ਬਨਸਪਤੀ ਨੂੰ ਜਿਹੜੀਆਂ ਤੈਅ ਕਰਦੀਆਂ ਵੀ ਉਹ ਕਿਹੋ ਜਿਹੀਆਂ ਹੋਣੀਆਂ। ਆਪਾਂ ਉਹਦੇ ਸੰਬੰਧ ਦੇ ਵਿੱਚ ਪੜ੍ਹਦੇ ਪਏ ਹਾਂ ਵੀ ਜਿਹੜੀ ਕੁਦਰਤੀ ਬਨਸਪਤੀ ਆ, ਉਹਦੀ ਭੂਗੋਲਿਕ ਭਿੰਨਤਾ ਜਿਹੜੀ ਆ, ਉਹਦੀ ਖੇਤਰੀ ਭਿੰਨਤਾ ਜਿਹੜੀ ਆ, ਉਹ ਕਿਤੇ ਡਿਪੈਂਡ ਕਰਦੀ ਆ? ਭੂਮੀ 'ਤੇ, ਮਿੱਟੀ 'ਤੇ ਅਤੇ ਤਾਪਮਾਨ 'ਤੇ। ਜਿਹੋ ਜਿਹੀ ਭੂਮੀ ਹੋਊਗੀ, ਜੇ ਪਹਾੜ ਹੋਣਗੇ ਤਾਂ ਜਿਹੜੀ ਆ ਕੁਦਰਤੀ ਬਨਸਪਤੀ ਹੋਰ ਤਰ੍ਹਾਂ ਦੀ ਹੋਊਗੀ। ਸੰਘਣੇ ਦਰਖਤ ਹੋਣਗੇ। ਜੇਕਰ ਪੱਧਰਾ ਮੈਦਾਨ ਆ ਜਾਂ ਖੁਸ਼ਕ ਇਲਾਕਾ ਆ, ਅਤੇ ਉੱਥੇ ਕੁਦਰਤੀ ਬਨਸਪਤੀ ਹੋਰ ਤਰ੍ਹਾਂ ਹੋਊਗੀ। ਜਿੱਥੇ ਤਾਪਮਾਨ ਵੱਧ ਆ, ਜ਼ਿਆਦਾ ਆ, ਉੱਥੇ ਕੁਦਰਤੀ ਬਨਸਪਤੀ ਜਿਹੜੀ ਆ ਉਹ ਹੋਰ ਤਰ੍ਹਾਂ ਦੀ ਹੋਊਗੀ। ਉਹਦੇ ਬਾਰੇ ਅੱਗੇ ਡਿਟੇਲ 'ਚ ਆਪਾਂ ਪੜ੍ਹਾਂਗੇ ਨਾ। ਇਹ ਉਹ ਫੈਕਟਰ ਆ ਜਿਹੜੇ ਕਿਸੇ ਵੀ ਕੁਦਰਤੀ ਬਨਸਪਤੀ ਨੂੰ ਤੈਅ ਕਰਦੇ ਆ। ਅੱਗੇ ਆ ਬੱਚਿਓ ਸੂਰਜ ਦੀ ਰੋਸ਼ਨੀ। ਹੁਣ ਤੁਸੀਂ ਕਹੋਗੇ ਵੀ ਸੂਰਜ ਦੀ ਰੋਸ਼ਨੀ ਦਾ ਕੀ ਸੰਬੰਧ ਹੈਗਾ ਕਿਸੇ ਵੀ ਪੇੜ ਪੌਦੇ ਦੇ ਨਾਲ? ਆਪਾਂ ਸਾਇੰਸ 'ਚ ਪੜ੍ਹਿਆ ਫੋਟੋਸਿੰਥਸਿਸ ਪ੍ਰੋਸੈਸ ਜਿਹੜਾ ਹੈਗਾ, ਉਹਦੇ ਵਿੱਚ ਜਿਹੜੀ ਆ ਸੂਰਜ ਦੀ ਰੋਸ਼ਨੀ ਤੋਂ ਬਿਨਾਂ ਕੋਈ ਵੀ ਬੂਟਾ ਜਿਹੜਾ ਆ, ਕੋਈ ਵੀ ਪੌਦਾ ਵੱਧ ਨਹੀਂ ਸਕਦਾ। ਜੇਕਰ ਕਿਸੇ ਜਗ੍ਹਾ 'ਤੇ ਸੂਰਜ ਦੀ ਰੋਸ਼ਨੀ ਸਹੀ ਨਹੀਂ ਪੈ ਰਹੀ ਅਤੇ ਉਹ ਪੌਦਾ ਜਿਹੜਾ, ਉਹਦੀ ਗਰੋਥ ਚੰਗੀ ਤਰ੍ਹਾਂ ਨਹੀਂ ਹੁੰਦੀ। ਉਹ ਇੱਕ ਪ੍ਰੋਸੈਸ ਹੈਗਾ। ਤਾਂ ਸੂਰਜ ਦੀ ਰੋਸ਼ਨੀ ਡਿਪੈਂਡ ਕਰਦੀ ਆ ਵੀ ਕਿਹੜੇ ਇਲਾਕੇ 'ਚ ਕਿਵੇਂ ਪੈਂਦੀ ਹੈ। ਹੁਣ ਆਹ ਦੇਖੋ, ਮੰਨ ਲਓ ਸੂਰਜ ਹੈ ਨਾ, ਆਹ ਇਕੁਏਟਰ ਆ, ਯਾਨੀ ਭੂ-ਮੱਧ ਰੇਖਾ, ਇੱਧਰ ਵੀ ਇਕੁਏਟਰ ਆ। ਪਰ ਆਹ ਸਮਰ ਆ, ਸਮਰ ਮਤਲਬ ਗਰਮੀਆਂ ਦਾ ਮੌਸਮ, ਵਿੰਟਰ ਮਤਲਬ ਸਰਦੀਆਂ ਦਾ ਮੌਸਮ। ਠੀਕ ਹੈ ਨਾ। ਹੁਣ ਗਰਮੀਆਂ ਦੇ ਵਿੱਚ ਆਹ ਪਾਸਾ ਸੂਰਜ ਦੇ ਅੱਗੇ ਰਹਿੰਦਾ, ਅਤੇ ਸਾਨੂੰ ਪਤਾ ਵੀ ਸੂਰਜ ਦੀਆਂ ਕਿਰਨਾਂ ਜਿਹੜੀਆਂ ਇਕੁਏਟਰ 'ਤੇ, ਭੂ-ਮੱਧ ਰੇਖਾ 'ਤੇ ਸਿੱਧੀਆਂ ਪੈਂਦੀਆਂ। ਯਾਨੀ ਭੂ-ਮੱਧ ਰੇਖਾ ਸੂਰਜ ਦੇ ਲਾਗੇ ਆ। ਠੀਕ ਹੈ, ਜੇਕਰ ਭੂ-ਮੱਧ ਰੇਖਾ ਸੂਰਜ ਦੇ ਲਾਗੇ ਆ ਤਾਂ ਕੀ ਹੋਊਗਾ ਬੱਚਿਓ? ਹੁਣ ਦੇਖੋ, ਆਹ ਦੇਖੋ ਸੂਰਜ ਦੇ ਲਾਗੇ ਆਹ ਇਲਾਕਾ, ਇੱਥੇ ਜ਼ਿਆਦਾ ਗਰਮੀ ਹੋਊਗੀ। ਆਹ ਇਲਾਕਾ ਪਿੱਛੇ ਹੈ, ਇੱਥੇ ਘੱਟ ਗਰਮੀ ਹੋਊਗੀ, ਕਿਉਂਕਿ ਸੂਰਜ ਦੀ ਰੋਸ਼ਨੀ, ਸੂਰਜ ਦੀਆਂ ਕਿਰਨਾਂ ਇੱਥੇ ਜਿਹੜੀਆਂ ਟੇਢੀਆਂ ਪੈਂਦੀਆਂ ਅਤੇ ਘੱਟ ਪੈਂਦੀਆਂ। ਇੱਦਾਂ ਹੀ ਬੱਚਿਓ ਆਹ ਪ੍ਰੋਸੈਸ ਇੱਦਾਂ ਹੈਗਾ, ਆਹ ਪ੍ਰੋਸੈਸ ਇੱਦਾਂ ਹੈਗਾ। ਤਾਂ ਜਿਹੜਾ ਇਲਾਕਾ ਸੂਰਜ ਦੇ ਸਾਹਮਣੇ ਆਊਗਾ, ਜਿੱਥੇ ਜ਼ਿਆਦਾ ਧੁੱਪ ਰਹੂਗੀ, ਉੱਥੋਂ ਦੀ ਕੁਦਰਤੀ ਬਨਸਪਤੀ ਹੋਰ ਤਰ੍ਹਾਂ ਦੀ ਹੋਊਗੀ। ਅਤੇ ਜਿੱਥੇ ਘੱਟ ਧੁੱਪ ਪਊਗੀ, ਉੱਥੇ ਬਨਸਪਤੀ ਹੋਰ ਤਰ੍ਹਾਂ ਦੀ ਹੋਊਗੀ। ਇਹ ਆ ਸੂਰਜ ਦੀ ਰੋਸ਼ਨੀ ਦੀ ਮਿਆਦ, ਮਤਲਬ ਕਿੰਨਾ ਟਾਈਮ ਸੂਰਜ ਦੀ ਰੋਸ਼ਨੀ ਇੱਕ ਖੇਤਰ 'ਚ ਪੈਂਦੀ ਆ, ਉਸ ਹਿਸਾਬ ਨਾਲ ਕੁਦਰਤੀ ਬਨਸਪਤੀ ਹੁੰਦੀ ਆ। ਦੇਖੋ, ਸਾਰੇ ਸੰਸਾਰ ਦਾ ਹਿਸਾਬ ਲਾਇਆ ਹੋਇਆ ਬੱਚਿਓ। ਇੱਥੇ ਇੱਕ ਸਾਡੀ ਜਿਹੜੀ ਹੈਗੀ ਭੂ-ਮੱਧ ਰੇਖਾ ਹੈਗੀ ਆ, ਜਿਹੜੀ ਧਰਤੀ ਨੂੰ ਅੱਧ 'ਚ ਵੰਡਦੀ ਆ। ਠੀਕ ਹੈ ਬੱਚਿਓ। ਤਾਂ ਉਸ ਹਿਸਾਬ ਦੇ ਨਾਲ ਸੂਰਜ ਜਿਹੜਾ ਭੂ-ਮੱਧ ਰੇਖਾ 'ਤੇ ਸਿੱਧਾ ਪੈਂਦਾ, ਆਹ ਸੂਰਜ ਹੈ ਮੰਨ ਲਓ। ਠੀਕ ਹੈ,
ਤੇ ਇੰਨਾ ਕੁ ਏਰੀਆ ਜਿਹੜਾ ਆ ਉਹ ਟ੍ਰੋਪੀਕਲ ਰੇਂਜ 'ਚ ਆਉਂਦਾ ਆ। ਊਸ਼ਨ ਬਨਸਪਤੀ ਇੱਥੇ ਮਿਲਦੀ, ਊਸ਼ਨ ਖੇਤਰ ਕਹਿੰਦੇ ਆ ਅਸੀਂ। ਠੀਕ ਹੈ, ਇੱਕ ਸ਼ੀਤ ਹੁੰਦਾ, ਇੱਕ ਊਸ਼ਨ ਹੁੰਦਾ। ਊਸ਼ਨ ਹੁੰਦਾ ਗਰਮ, ਸ਼ੀਤ ਹੁੰਦਾ ਠੰਡਾ। ਊਸ਼ਨ ਹੁੰਦਾ ਗਰਮ, ਸ਼ੀਤ ਹੁੰਦਾ ਠੰਡਾ। ਠੀਕ ਹੈ, ਤਾਂ ਹੁਣ ਸੂਰਜ ਦੀ ਕਿਰਨ ਇੱਥੇ ਜ਼ਿਆਦਾ ਪੈਣੀਆਂ ਇਸ ਏਰੀਏ ਦੇ 'ਚ। ਠੀਕ ਹੈ ਨਾ, ਇਹਨੂੰ ਜ਼ਿਆਦਾ ਟਾਈਮ ਜਿਹੜੀ ਸੂਰਜ ਦੀ ਰੋਸ਼ਨੀ ਮਿਲਦੀ ਆ, ਇਸ ਕਰਕੇ ਜਿਹੜਾ ਇੱਥੋਂ ਦੀ ਬਨਸਪਤੀ ਹੋਰ ਤਰ੍ਹਾਂ ਦੀ ਹੋਊਗੀ। ਆ ਟਾਈਮ ਦਿੱਤਾ ਹੋਇਆ ਵਿੱਚੋਂ ਦੇਖੋ, ਜਿੱਥੇ ਨੀਲਾ ਰੰਗ ਆ ਉੱਥੇ ਸਾਲ ਦੇ ਵਿੱਚ 1200 ਤੋਂ 1600 ਘੰਟੇ ਤੱਕ ਜਿਹੜਾ ਆ ਸੂਰਜ ਦੀ ਰੋਸ਼ਨੀ ਮਿਲਦੀ ਆ। ਜਿਹੜਾ ਪੀਲਾ ਰੰਗ ਆ ਜਾਂ ਲਾਲ ਰੰਗ 'ਤੇ ਦੇਖੋ 4000 ਘੰਟੇ ਤੱਕ ਸੂਰਜ ਦੀ ਰੋਸ਼ਨੀ ਮਿਲਦੀ ਹੈ। ਤਾਂ ਇਹ ਵੀ ਕੁਦਰਤੀ ਬਨਸਪਤੀ ਨੂੰ ਤੈਅ ਕਰਦੇ ਆ। ਅਗਲੀ ਗੱਲ ਹੈ ਬੱਚਿਓ ਵਰਖਾ। ਹੁਣ ਵਰਖਾ ਤਾਂ ਸਭ ਤੋਂ ਜ਼ਰੂਰੀ ਚੀਜ਼ ਹੈਗੀ ਹੈ ਪੇੜ ਪੌਦਿਆਂ ਲਈ। ਜੇਕਰ ਵਰਖਾ ਨਹੀਂ ਹੋਊਗੀ ਤਾਂ ਪੇੜ ਪੌਦੇ ਵਧਣਗੇ ਫੁੱਲਣਗੇ ਨਹੀਂ। ਪਾਣੀ ਤੋਂ ਬਿਨਾਂ ਤਾਂ ਕੋਈ ਬੂਟਾ ਚੱਲ ਨਹੀਂ ਸਕਦਾ ਨਾ। ਤਾਂ ਇਹ ਡਿਪੈਂਡ ਕਰਦਾ ਹੈ ਵੀ ਕਿਹੜੇ ਖੇਤਰ 'ਚ ਵਰਖਾ ਕਿੰਨੀ ਕੁ ਆ। ਉਸ ਹਿਸਾਬ ਦੇ ਨਾਲ ਜਿਹੜਾ ਆ ਉੱਥੋਂ ਦੀ ਕੁਦਰਤੀ ਬਨਸਪਤੀ ਵੱਧਦੀ ਘਟਦੀ ਆ ਅਤੇ ਪੇੜ ਪੌਦੇ ਦਰਖਤ ਜਿਹੜੇ ਉਸ ਹਿਸਾਬ ਦੇ ਉਸ ਖੇਤਰ ਦੇ ਵਿੱਚ ਹੁੰਦੇ। ਹੁਣ ਦੇਖੋ, ਆਹ ਸਾਡੇ ਕੋਲ ਇੱਕ ਨਕਸ਼ਾ ਹੈ ਭਾਰਤ ਦਾ, ਅਤੇ ਇਹਦੇ ਵਿੱਚ ਭਾਰਤ ਦੀ ਸਾਲਾਨਾ ਔਸਤਨ ਵਰਖਾ ਵਾਲੇ ਖੇਤਰ ਦੱਸੇ ਹੋਏ ਆ। ਆਹ ਥੱਲੇ ਨਾ ਦੱਸਿਆ ਹੋਇਆ ਵੀ ਕਿੱਥੇ ਕਿੰਨੀ ਵਰਖਾ ਹੁੰਦੀ ਆ। ਠੀਕ ਹੈ, ਤਾਂ ਇਹਦੇ ਵਿੱਚ ਕੀ ਆ, ਤੁਸੀਂ ਦੇਖੋ ਜਿਹੜਾ ਲਾਲ ਖੇਤਰ ਹੈ ਉੱਥੇ ਸਭ ਤੋਂ ਜ਼ਿਆਦਾ ਵਰਖਾ ਹੁੰਦੀ ਆ। ਆਹ ਲਾਲ ਖੇਤਰ ਹੈ ਇੱਥੇ। ਫਿਰ ਅੱਗੋਂ ਪੀਲਾ ਖੇਤਰ ਹੈਗਾ। ਠੀਕ ਹੈ ਜੀ, ਆਹ ਪੀਲਾ ਖੇਤਰ ਹੈ। ਇਹ ਕਿਹੜੀ ਆ ਭਲਾ? ਇਹ ਪੱਛਮੀ ਤੱਟ ਦੇ ਮੈਦਾਨ ਆ। ਹੁਣ ਆਹ ਖੇਤਰ ਜਿਹੜਾ ਪਹਿਲਾਂ ਤੁਹਾਨੂੰ ਦੱਸਿਆ ਮੈਂ, ਆਹ ਵਾਲਾ ਜਿਹੜਾ ਜਿਹਦਾ ਲਾਲ ਆ ਜਿਹੜਾ, ਇਹ ਵਿੱਚ ਚੇਰਾਪੂੰਜੀ ਦਾ ਇਲਾਕਾ ਆ। ਮਾਨਸਰਾਮ ਨਾਂ ਦੀ ਜਗ੍ਹਾ ਹੈ ਜਿੱਥੇ ਤੁਹਾਨੂੰ ਸਰ ਨੇ ਦੱਸਿਆ ਸੀਗਾ ਸਭ ਤੋਂ ਵੱਧ ਸੰਸਾਰ ਦੀ ਵਰਖਾ ਹੁੰਦੀ ਆ। ਉਹਦੇ ਬਾਰੇ ਅੱਗੇ ਵੀ ਗੱਲ ਕਰਾਂਗੇ ਆਪਾਂ। ਠੀਕ ਹੈ, ਇਹ ਸਭ ਤੋਂ ਵੱਧ ਵਰਖਾ ਇੱਥੇ ਹੁੰਦੀ ਆ, ਉਸ ਤੋਂ ਘੱਟ ਬੱਚੋ ਇਸ ਏਰੀਏ ਦੇ ਵਿੱਚ ਹੁੰਦੀ ਹੈ। ਠੀਕ ਹੈ, ਇਹਦੇ ਨਾਲ ਹੀ ਫਿਰ ਅੱਗੇ ਅੱਗੇ ਘਟਦੇ 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 ਸਭ ਤੋਂ ਘੱਟ ਆਸ ਵਰਖਾ ਇਸ ਏਰੀਏ 'ਚ ਹੁੰਦੀ। ਇਹ ਥਾਰ ਮਾਰੂਥਲ ਹੈ ਰਾਜਸਥਾਨ ਦਾ। ਠੀਕ ਹੈ ਨਾ, ਇਹ ਤੁਹਾਨੂੰ ਮੈਂ ਦੱਸਦਾ ਅੱਗੇ। ਦੇਖੋ, ਲੋਐਸਟ ਰੇਨਫਾਲ ਰੀਜਨ ਇਨ ਇੰਡੀਆ, ਸਭ ਤੋਂ ਘੱਟ ਵਰਖਾ ਕਿੱਥੇ ਹੁੰਦੀ ਆ? ਆ ਬਣਿਆ ਹੋਇਆ ਤੁਹਾਨੂੰ ਨਕਸ਼ੇ 'ਚ ਬਣਾਉਣਾ ਵੀ ਆ ਜਾਏ ਜਾਂ ਤੁਹਾਨੂੰ ਉੱਦਾਂ ਕੁਐਸਚਨ ਆ ਜਾਏ ਵੀ ਸਭ ਤੋਂ ਘੱਟ ਵਰਖਾ ਸੰਸਾਰ ਆਪਣੇ ਭਾਰਤ ਦੀ ਕਿੱਥੇ ਹੁੰਦੀ ਆ, ਤਾਂ ਤੁਸੀਂ ਕਹਿਣਾ ਰਾਜਸਥਾਨ ਦੇ ਵਿੱਚ। ਜੇ ਜਗ੍ਹਾ ਵੀ ਆ ਜਾਏ ਤਾਂ ਥਾਰ ਮਾਰੂਥਲ ਦਾ ਇਲਾਕਾ ਹੈਗਾ, ਇੱਥੇ ਸਭ ਤੋਂ ਘੱਟ ਵਰਖਾ ਹੁੰਦੀ ਆ। ਸਭ ਤੋਂ ਵੱਧ ਵਰਖਾ ਵਾਲਾ ਖੇਤਰ ਆ ਦੇਖੋ ਜੀ, ਆ ਲਾਲ ਕੀਤਾ ਹੋਇਆ। ਨਕਸ਼ੇ 'ਚ ਭਰਨਾ ਵੀ ਤੁਹਾਡੇ ਲਈ ਸੌਖਾ ਹੈ। ਮੇਘਾਲਿਆ ਦੇ ਵਿੱਚ ਚੇਰਾਪੂੰਜੀ ਦੇ ਵਿੱਚ ਜਗ੍ਹਾ ਆ ਮਾਨਸਰਾਮ। ਆਮ ਤੌਰ 'ਤੇ ਆਪਾਂ ਇਹ ਕਹਿੰਦੇ ਵੀ ਚੇਰਾਪੂੰਜੀ ਵਿੱਚ ਸੰਸਾਰ ਦੀ ਸਭ ਤੋਂ ਵੱਧ ਵਰਖਾ ਹੁੰਦੀ ਆ, ਪਰ ਚੇਰਾਪੂੰਜੀ ਦੇ ਵਿੱਚ ਵੀ ਇੱਕ ਜਗ੍ਹਾ ਆ, ਉਹਦਾ ਨਾਂ ਆ ਮਾਨਸਰਾਮ। ਠੀਕ ਹੈ, ਇੰਨੀ ਵਰਖਾ ਹੁੰਦੀ ਆ। ਆਪਾਂ ਕਲਾਈਮੇਟ ਵਾਲੇ 'ਚ ਪੜ੍ਹਿਆ ਸੀ 1221 ਸੈਂਟੀਮੀਟਰ ਸਾਲਾਨਾ ਵਰਖਾ ਹੁੰਦੀ ਆ। ਨਹੀਂ ਤਾਂ ਆਮ ਤੌਰ 'ਤੇ ਸਾਡੇ ਦੇਸ਼ 'ਚ ਜਿਹੜੀ ਵਰਖਾ ਹੈਗੀ ਆ 100 ਤੋਂ 200 ਸੈਂਟੀਮੀਟਰ ਆ ਐਵਰੇਜ, ਜਿਹੜੀ ਬਾਕੀ ਸਾਰੇ ਖੇਤਰਾਂ ਦੇ ਵਿੱਚ। ਔਰ ਇੱਥੇ ਤੁਸੀਂ ਦੇਖੋ ਕਿੱਥੇ 100 ਤੋਂ 200 ਸੈਂਟੀਮੀਟਰ ਹੈ, ਕਿੱਥੇ 1200 ਸੈਂਟੀਮੀਟਰ। ਇੰਨੀ ਜ਼ਿਆਦਾ ਵਰਖਾ ਜਿਹੜੀ ਆ ਇੱਥੇ ਹੁੰਦੀ ਆ। ਤਾਂ ਜਗ੍ਹਾ ਯਾਦ ਰੱਖਿਓ ਤੁਸੀਂ, ਮਾਨਸਰਾਮ, ਚੇਰਾਪੂੰਜੀ, ਮੇਘਾਲਿਆ। ਕਿਉਂਕਿ ਕੁਐਸਚਨ ਦੇ ਵਿੱਚ ਤੁਹਾਨੂੰ ਕਿਹੜਾ ਆਪਸ਼ਨ ਆਉਣਾ ਆ ਉਹ ਪਤਾ ਨਹੀਂ ਗਾ। ਇਹਨਾਂ ਤਿੰਨੋਂ 'ਚੋਂ ਜਿਹੜਾ ਆਪਸ਼ਨ ਆਊਗਾ ਉਸ ਹਿਸਾਬ ਦੇ ਨਾਲ ਤੁਸੀਂ ਜਿਹੜਾ ਆਪਣਾ ਆਨਸਰ ਭਰ ਸਕਦੇ। ਹੁਣ ਬੱਚਿਓ ਆਹ ਦੇਖੋ, ਇਹ ਕੀ ਚੀਜ਼ ਹੈਗੀ ਆ? ਤੁਸੀਂ ਆਮ ਤੌਰ 'ਤੇ ਜਿਹੜਾ ਇਹਨੂੰ ਕਿਤੇ ਦੇਖਿਆ ਹੋਊਗਾ, ਜਾਂ ਜੇ ਤੁਸੀਂ ਨਹੀਂ ਦੇਖਿਆ ਤੇ ਤੁਹਾਨੂੰ ਮੈਂ ਦੱਸਦਾ ਵੀ ਇਹ ਕੀ ਆ। ਇਹ ਬੱਚਿਓ ਇੱਕ ਨਾਲ ਡੰਡਾ ਜਿਹਾ ਲੱਗਾ, ਦੇਖੋ ਇਹਦੇ ਉੱਤੇ ਆ ਇੱਕ ਯੰਤਰ ਆ। ਯੰਤਰ ਨਹੀਂ ਕਹਿ ਸਕਦੇ ਇਹਨੂੰ, ਆਪਾਂ ਕਹਿ ਸਕਦੇ ਜਿਵੇਂ ਤੁਹਾਡੇ ਲੈਬ ਦੇ ਵਿੱਚ ਟੈਸਟ ਟਿਊਬ ਹੁੰਦੀ ਆ ਨਾ, ਜਿਹਦੇ ਵਿੱਚ ਤੁਸੀਂ ਕੋਈ ਨਾ ਕੋਈ ਪ੍ਰੈਕਟੀਕਲ ਕਰਦੇ ਹੋ। ਆ ਇੱਥੇ ਇਹਦੀ ਮਿਣਤੀ ਲਿਖੀ ਹੋਈ 0 10 20 15 10 ਸੈਂਟੀਮੀਟਰ ਜਾਂ ਮਿਲੀਮੀਟਰ ਇੱਦਾਂ ਕਰਕੇ ਨਾ ਇਹ ਲਿਖਿਆ ਹੋਣਾ। ਠੀਕ ਹੈ ਬੱਚਿਓ, ਤਾਂ ਇਹ ਹੈ ਕੀ ਆ? ਇਹ ਆ ਰੇਨ ਗੌਜ਼ ਇਹਨੂੰ ਕਹਿੰਦੇ ਆ, ਯਾਨੀ ਹਵਾ ਨੂੰ ਆਪਣਾ ਮੀਂਹ ਨੂੰ ਬਾਰਿਸ਼ ਨੂੰ ਮਾਪਣ ਦਾ ਯੰਤਰ ਇਹਨੂੰ ਕਹਿੰਦੇ। ਠੀਕ ਹੈ, ਇਹ ਸਾਰੇ ਦੇਸ਼ ਦੇ ਵਿੱਚ ਵੱਖ-ਵੱਖ ਖੇਤਰਾਂ ਵਿੱਚ ਇਹ ਲਾਏ ਗਏ ਆ। ਇਹਦੇ ਵਿੱਚ ਜਦੋਂ ਵੀ ਬਾਰਿਸ਼ ਹੁੰਦੀ ਆ ਤਾਂ ਬੱਚੋ ਪਾਣੀ ਦੇਖੋ ਉੱਪਰੋਂ ਮੂੰਹ ਖੁੱਲ੍ਹਾ ਇਹਦਾ, ਪਾਣੀ ਇਹਦੇ ਵਿੱਚ ਇੱਥੇ ਡਿੱਗਦਾ ਆ, ਅਤੇ ਜਿੰਨਾ ਚਿਰ ਮੀਂਹ ਪੈਂਦਾ ਆ ਫਿਰ ਉਹ ਪਾਣੀ ਇਹਦੇ ਵਿੱਚ ਉਹਦੀ ਮਾਤਰਾ ਇੱਥੇ ਹੋ ਜਾਂਦੀ ਆ। ਤਾਂ ਫਿਰ ਸਾਨੂੰ ਜਿਹੜਾ ਪਤਾ ਲੱਗ ਜਾਂਦਾ ਵੀ ਜਿਹੜੀ ਅੱਜ ਜਿਹੜੀ ਬਾਰਿਸ਼ ਹੈਗੀ ਆ ਉਹ
20 ਸੈਂਟੀਮੀਟਰ ਹੋਈ ਆ ਜਾਂ 30 ਸੈਂਟੀਮੀਟਰ, ਜਿੰਨਾ 'ਚ ਪਾਣੀ ਭਰਿਆ ਜਾਂਦਾ ਹੈ। ਠੀਕ ਹੈ। ਹੁਣ ਇੱਦਾਂ ਦਾ ਇੱਕ ਹੋਰ ਵੀ ਹੈਗਾ, ਤੁਹਾਨੂੰ ਅੱਗੇ ਦਿਖਾਉਣਾ ਫੋਟੋ। ਆ ਦੇਖੋ ਇਸ ਤਰ੍ਹਾਂ ਵੀ ਆ। ਇਹ ਥਾਂ ਥਾਂ ਦੇ ਉੱਤੇ ਲਾਏ ਹੋਏ ਸਾਡੇ ਜਿਹੜਾ ਇਹਦੇ ਨਾਲ ਰਿਲੇਟਡ ਡਿਪਾਰਟਮੈਂਟ ਹੈਗਾ, ਉਹਨਾਂ ਦੇ ਲੋਕ ਜਿਹੜੇ ਜਦੋਂ ਵੀ ਮੀਂਹ ਪੈਂਦਾ ਆ ਉਹਦੀ ਰੀਡਿੰਗ ਨੂੰ ਨੋਟ ਕਰਦੇ ਆ ਆਪਣੇ ਰਜਿਸਟਰ ਦੇ ਵਿੱਚ। ਜਦੋਂ ਰਜਿਸਟਰ 'ਚ ਉਹ ਨੋਟ ਕਰ ਲੈਂਦੇ ਆ, ਫਿਰ ਉਸ ਚੀਜ਼ ਨੂੰ ਜਿਹੜਾ ਆ ਰੋਜ਼ ਦੇ ਰੋਜ਼ ਜਾਂ ਤੀਜੇ ਚੌਥੇ ਜਦੋਂ ਵੀ ਬਾਰਿਸ਼ ਹੁੰਦੀ ਆ ਉਹਨੂੰ ਨੋਟ ਕਰੀ ਜਾਂਦੇ। ਫਿਰ ਮਹੀਨੇ ਦੀ ਵਰਖਾ, ਔਸਤਨ ਵਰਖਾ ਕੱਢ ਲੈਂਦੇ। ਫਿਰ ਇੱਦਾਂ ਹੀ ਸਾਲਾਨਾ ਵਰਖਾ ਕੱਢ ਲੈਂਦੇ ਵੀ ਇਸ ਖੇਤਰ 'ਚ ਇਸ ਸਾਲ ਦੇ ਵਿੱਚ ਇੰਨੀ ਵਰਖਾ ਹੋਈ ਆ। ਇਹ ਪਿਛਲੇ ਜਿੰਨੇ ਵੀ ਮਤਲਬ ਕਿ ਸਾਲ ਲੰਘੇ, ਸਾਰੇ ਸਾਲਾਂ ਦਾ ਰਿਕਾਰਡ ਜਿਹੜਾ ਹੈ ਇਸ ਡਿਪਾਰਟਮੈਂਟ ਕੋਲ, ਜਿਹੜਾ ਆਪਾਂ ਪੜ੍ਹਿਆ ਸੀਗਾ ਸਰਵੇ, ਜਿਹੜਾ ਕਿਹੜਾ ਸੀਗਾ ਆਪਣੇ ਕੋਲ, ਫੋਰੈਸਟ ਸਰਵੇ ਆਫ ਇੰਡੀਆ ਦਾ ਜਿਹੜਾ ਡਿਪਾਰਟਮੈਂਟ ਆ, ਜਾਂ ਰੇਨਫਾਲ ਨਾਲ ਰਿਲੇਟਡ ਜਿਹੜਾ ਡਿਪਾਰਟਮੈਂਟ ਆ, ਉਹ ਇਹਦੀ ਗਿਣਤੀ ਮਿਣਤੀ ਕਰਦਾ ਰਹਿੰਦਾ ਆ। ਸੋ ਬੱਚਿਓ, ਇਹ ਆਪਣਾ ਅਗਲਾ ਟੌਪਿਕ ਵੀ ਕਲੀਅਰ ਹੋ ਗਿਆ ਵੀ ਕਿਹੜੇ ਤੱਤ ਆ ਜਿਹੜੇ ਕੁਦਰਤੀ ਬਨਸਪਤੀ ਨੂੰ ਤੈਅ ਕਰਦੇ ਆ। ਠੀਕ ਹੈ। ਹੁਣ ਅਗਲੀ ਗੱਲ ਅਸੀਂ ਕਰਨੀ ਹੈ ਵੀ ਜਿਹੜੀ ਭਾਰਤ ਦੇ ਵਿੱਚ ਕੁਦਰਤੀ ਬਨਸਪਤੀ ਮਿਲਦੀ ਆ, ਜਾਂ ਜਿਹੜੇ ਭਾਰਤ ਦੇ ਵਿੱਚ ਜੰਗਲ ਮਿਲਦੇ ਆ, ਉਹਦੀਆਂ ਕਿਸਮਾਂ ਕਿਹੋ ਜਿਹੀਆਂ ਆ। ਠੀਕ ਹੈ। ਤਾਂ ਹੁਣ ਉਹਦੇ ਵਿੱਚ ਦੇਖੋ ਕੀ ਆ। ਪਹਿਲਾ ਹੈਗਾ ਉਸ਼ਣ ਸਦਾਬਹਾਰ ਜੰਗਲ, ਜਿਹਨੂੰ ਆਪਾਂ ਕਹਿੰਦੇ ਹਾਂ ਟ੍ਰੋਪੀਕਲ ਐਵਰਗ੍ਰੀਨ ਫੋਰੈਸਟ। ਕਿਉਂਕਿ ਸਾਡੇ ਕੋਲ ਇੰਗਲਿਸ਼ ਮੀਡੀਅਮ ਦੇ ਵੀ ਬੱਚੇ ਹੈਗੇ ਆ ਅਤੇ ਮੋਸਟਲੀ ਸਾਡੇ ਕੋਲ ਪੰਜਾਬੀ ਦੇ ਆ, ਇਸ ਕਰਕੇ ਆਪਾਂ ਸਾਰਾ ਡਿਸਕਸ ਜਿਹੜਾ ਆ ਪੰਜਾਬੀ 'ਚ ਕਰਦੇ ਪਏ ਹਾਂ। ਪਰ ਜਿਹੜੀ ਟਰਮਸ ਇੰਗਲਿਸ਼ ਮੀਡੀਅਮ ਵਾਲੇ ਬੱਚਿਆਂ ਨੂੰ ਯਾਦ ਕਰਨ ਦੀ ਲੋੜ ਹੈਗੀ, ਉਹ ਅਸੀਂ ਨਾਲ ਦੀ ਨਾਲ ਇੰਗਲਿਸ਼ ਦੱਸੀ ਆ ਨਾ। ਦੂਸਰਾ ਆ ਊਸ਼ਣ ਪਤਝੜੀ ਜੰਗਲ ਜਾਂ ਮਾਨਸੂਨ ਜੰਗਲ। ਫਿਰ ਤੀਜਾ ਝਾੜੀਦਾਰ ਅਤੇ ਕੰਢੇਦਾਰ ਜੰਗਲ, ਸਕਰਬ ਐਂਡ ਥੋਰਨੀ ਫੋਰੈਸਟ। ਜਵਾਰੀ ਅਤੇ ਮੈਂਗਰੂਵ ਜੰਗਲ, ਟਾਈਡਲ ਔਰ ਮੈਂਗਰੂਵ ਫੋਰੈਸਟ। ਪਰਬਤੀ ਜੰਗਲ, ਮਾਊਂਟੇਨੀਅਸ ਫੋਰੈਸਟ। ਠੀਕ ਹੈ ਬੱਚਿਓ। ਤਾਂ ਇਹਨਾਂ ਦੀ ਜਾਣਕਾਰੀ ਹੋਣ ਤੋਂ ਪਹਿਲਾਂ ਸਾਨੂੰ ਜਿਹੜਾ ਆ ਪਤਾ ਹੋਣਾ ਚਾਹੀਦਾ ਆ ਵੀ ਟ੍ਰੋਪੀਕਲ ਰੀਜਨ ਕਿਹਨੂੰ ਕਹਿੰਦੇ ਆ, ਯਾਨੀ ਊਸ਼ਣ ਖੇਤਰ ਕਿਹੜਾ ਹੈਗਾ। ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਸੀਗਾ, ਇੱਕ ਬੱਚਿਓ ਊਸ਼ਣ ਖੇਤਰ ਆ, ਇੱਕ ਸ਼ੀਤ ਖੇਤਰ ਆ। ਠੀਕ ਹੈ। ਤਾਂ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਵੀ ਊਸ਼ਣ ਖੇਤਰ ਕਿਹੜਾ, ਕਿਉਂਕਿ ਆਪਣੇ ਦੇਸ਼ ਦੇ ਵਿੱਚ ਸਾਡਾ ਜਿਹੜਾ ਭਾਰਤ ਹੈ ਮੋਸਟਲੀ ਊਸ਼ਣ ਖੇਤਰ ਦੇ ਵਿੱਚ ਆਉਂਦਾ ਹੈ। ਤਾਂ ਤੁਸੀਂ ਦੇਖੋ ਆ ਇੱਕ ਵਿੱਚ ਪੱਟੀ ਬਣੀ ਹੋਈ ਆ, ਆਹ ਦੇਖੋ ਆਹ ਅਤੇ ਆਹ ਇੱਕ ਪੱਟੀ ਬਣੀ ਹੋਈ ਆ। ਆਪਾਂ ਪਿੱਛੇ ਪੜ੍ਹ ਚੁੱਕੇ ਹਾਂ ਟ੍ਰੋਪਿਕ ਆਫ ਕੈਂਸਰ, ਜਿਹਨੂੰ ਮਕਰ ਰੇਖਾ ਕਹਿੰਦੇ ਆ, ਟ੍ਰੋਪਿਕ ਆਫ ਕੈਪਰੀਕੋਨ, ਦੋਵਾਂ 'ਚ ਮਕਰ ਲਿਖਿਆ। ਇੱਥੇ ਬੱਚਿਓ ਆਹ ਵਾਲੀ ਕਰਕ ਰੇਖਾ ਆਉਣੀ ਸੀ। ਠੀਕ ਹੈ। ਕਰਕ, ਇਹਨੂੰ ਠੀਕ ਕਰ ਲਿਓ। ਟ੍ਰੋਪਿਕ ਆਫ ਕੈਂਸਰ ਕੀ ਹੈ, ਕਰਕ ਰੇਖਾ। ਟ੍ਰੋਪਿਕ ਆਫ ਕੈਪਰੀਕੋਨ ਜਿਹੜੀ ਆ ਇਹ ਮਕਰ ਰੇਖਾ। ਇਹ ਸਹੀ ਲਿਖਿਆ ਹੋਇਆ। ਇਹ ਤੁਸੀਂ ਜਿਹੜਾ ਥੋੜ੍ਹਾ ਜਿਹਾ ਠੀਕ ਕਰ ਲਿਓ, ਕਿਉਂਕਿ ਕਈ ਵਾਰੀ ਲਿਖਣ ਲੱਗੇ ਗਲਤ ਹੋ ਜਾਂਦਾ। ਅਤੇ ਆਹ ਹੈਗੀ ਸਾਡੀ ਭੂ ਮੱਧ ਰੇਖਾ। ਸਾਨੂੰ ਪਤਾ ਵੀ ਸੂਰਜ ਭੂ ਮੱਧ ਰੇਖਾ ਦੇ ਉੱਤੇ ਸਿੱਧੀਆਂ ਕਿਰਨਾਂ ਸਿੱਟਦਾ, ਅਤੇ ਸੂਰਜ ਜਿਹੜਾ ਆ ਭੂ ਮੱਧ ਰੇਖਾ ਦੇ ਕੋਲ ਆ। ਅਤੇ ਜਿਹੜਾ ਖੇਤਰ ਸੂਰਜ ਦੇ ਕੋਲ ਹੋਊਗਾ ਬੱਚਿਓ, ਉਹ ਆਹ ਖੇਤਰ ਆ। ਇਹਨੂੰ ਅਸੀਂ ਟ੍ਰੋਪੀਕਲ ਰੀਜਨ ਕਹਿੰਦੇ ਹਾਂ, ਊਸ਼ਣ ਖੇਤਰ ਕਹਿੰਦੇ ਹਾਂ। ਠੀਕ ਹੈ। ਇਹ ਤੁਸੀਂ ਹੁਣ ਤੁਹਾਨੂੰ ਪਤਾ ਲੱਗ ਜਾਣਾ ਚਾਹੀਦਾ ਵੀ ਊਸ਼ਣ ਖੇਤਰ ਕੀ ਆ। ਆਹ ਜਿਹੜਾ ਸਾਰਾ ਖੇਤਰ ਆ ਇਹ ਊਸ਼ਣ ਖੇਤਰ ਆ। ਊਸ਼ਣ ਖੇਤਰ ਮਤਲਬ ਗਰਮ ਖੇਤਰ ਆ। ਇਹਦੇ ਵਿੱਚ ਜਿੰਨੇ ਵੀ ਦੇਸ਼ ਆਉਣਗੇ ਨਾ, ਇੱਥੋਂ ਦਾ ਤਾਪਮਾਨ ਜ਼ਿਆਦਾਤਰ ਗਰਮ ਹੋਊਗਾ। ਇਹ ਦਿਮਾਗ 'ਚ ਗੱਲ ਬਿਠਾ ਲਿਓ। ਹੁਣ ਸਾਡਾ ਭਾਰਤ ਆ ਦੇਖੋ ਕਿੱਥੇ ਆ, ਆ ਭਾਰਤ। ਹੁਣ ਅੱਧਾ ਜਿਹੜਾ ਇਹਦੇ ਖੇਤਰ 'ਚ ਆਉਂਦਾ ਆ, ਅੱਧਾ ਥੱਲੇ ਆ ਜਾਂਦਾ। ਹੁਣ ਇਹਦਾ ਮਤਲਬ ਇਹ ਨਹੀਂ ਗਾ ਵੀ ਇਸ ਤੋਂ ਬਾਅਦ ਜਦੋਂ ਆਪਾਂ ਅੱਗੇ ਨੂੰ ਜਾਂਦੇ ਹਾਂ ਤਾਂ ਬਿਲਕੁਲ ਠੰਡ ਹੋ ਜਾਂਦੀ ਹੈ। ਹੌਲੀ ਹੌਲੀ ਜਿਹੜਾ ਤਾਪਮਾਨ ਜਿਹੜਾ ਹੈ ਥੱਲੇ ਨੂੰ ਘਟਦਾ ਜਾਂਦਾ ਇੱਦਾਂ। ਠੀਕ ਹੈ ਜੀ। ਹੁਣ ਸਾਡਾ ਜਿਹੜਾ ਪੰਜਾਬ ਆ, ਜੇਕਰ ਆਪਾਂ ਦੇਖੀਏ ਤਾਂ ਇੱਥੇ ਕੁ ਆਉਂਦਾ ਅਤੇ ਠੰਡਾ ਹੋਣਾ ਚਾਹੀਦਾ, ਪਰ ਠੰਡਾ ਨਹੀਂ ਹੈਗਾ। ਗਰਮੀਆਂ 'ਚ ਗਰਮ ਆ, ਸਰਦੀਆਂ 'ਚ ਠੰਡਾ ਆ। ਠੀਕ ਹੈ ਨਾ। ਉਹ ਕਿਉਂ ਡਿਪੈਂਡ ਕਰਦਾ, ਕਿਉਂਕਿ ਇਕੱਲਾ ਇੱਕ ਚੀਜ਼ ਵੀ ਕਿਸੇ ਚੀਜ਼ ਤਾਪਮਾਨ ਨੂੰ ਤੈਅ ਨਹੀਂ ਕਰਦੀ। ਹੁਣ ਜਿਵੇਂ ਹਿਮਾਲਿਆ ਪਰਬਤ ਹੈ, ਜੇ ਹਿਮਾਲਿਆ ਪਰਬਤ ਨਾ ਹੁੰਦਾ ਤਾਂ ਪੰਜਾਬ ਦੇ ਹਾਲਾਤ ਕੁਛ ਹੋਰ ਹੋਣੇ ਸੀ। ਆਪਾਂ ਪਹਿਲਾਂ ਪੜ੍ਹਿਆ ਹੋਇਆ ਸੀ ਨਾ, ਸਾਰਾ ਖੇਤਰ ਠੰਡਾ ਹੋਣਾ ਸੀ, ਕਿਉਂਕਿ ਇੱਥੋਂ ਜਿਹੜੀਆਂ ਠੰਡੀਆਂ ਹਵਾਵਾਂ ਆ ਉਹ ਭਾਰਤ ਦੇ ਵਿੱਚ ਐਂਟਰ ਕਰਨੀਆਂ ਸੀ। ਸੋ ਹੁਣ ਇਹ ਆ ਉਸ਼ਣ ਖੇਤਰ, ਯਾਨੀ ਇਹਨੂੰ ਆਪਾਂ ਕਹਿ ਸਕਦੇ ਗਰਮ ਖੇਤਰ ਆ। ਇੱਥੋਂ ਦਾ ਤਾਪਮਾਨ, ਇੱਥੋਂ ਦਾ ਜਿਹੜਾ ਵਾਤਾਵਰਨ ਜਿਹੜਾ ਉਹ ਗਰਮ ਹੋਊਗਾ ਹਮੇਸ਼ਾ। ਇਹ ਤੁਸੀਂ ਦਿਮਾਗ 'ਚ ਬਿਠਾ ਲੈਣਾ। ਅਤੇ ਇਹਨੂੰ ਯਾਨੀ ਆਪਾਂ ਕਰਕ ਰੇਖਾ ਅਤੇ ਮਕਰ ਰੇਖਾ ਦੇ ਵਿਚਕਾਰਲਾ ਖੇਤਰ ਜਿਹੜਾ ਉਹਨੂੰ ਅਸੀਂ ਟ੍ਰੋਪੀਕਲ ਰੀਜਨ ਕਹਿੰਦੇ ਹਾਂ।
ਇਸ ਕਰਕੇ ਤੁਹਾਨੂੰ ਦੱਸਿਆ ਜੀ ਇਹ ਸਾਰਾ ਜਿਹੜਾ ਸੰਸਾਰ ਦਾ ਨਕਸ਼ਾ ਹੈਗਾ ਉਹ ਤੁਹਾਨੂੰ ਦਿਖਾਇਆ। ਹੁਣ ਪਹਿਲੀ ਕਿਸਮ ਦੇ ਜੰਗਲ ਹੈਗੇ ਊਸ਼ਨ ਸਦਾਬਹਾਰ ਜੰਗਲ, ਜਿਹਨੂੰ ਆਪਾਂ ਕਹਿੰਦੇ ਟ੍ਰੋਪੀਕਲ ਐਵਰਗ੍ਰੀਨ ਫੋਰੈਸਟ। ਹੁਣ ਊਸ਼ਨ ਹੋ ਗਿਆ ਗਰਮ, ਸਦਾਬਹਾਰ ਆਪਾਂ ਉਹ ਚੀਜ਼ ਨੂੰ ਕਹਿੰਦੇ ਜਿਵੇਂ ਆਪਾਂ ਕਹਿੰਦੇ ਨਾ ਇੱਥੇ ਤਾਂ ਜਿਹੜੇ ਸਾਡੇ ਕੋਲ ਦਾ ਅਮਰੂਦ ਆ ਜਾਂ ਅੰਬ ਆ ਤਾਂ ਸਦਾਬਹਾਰ ਆ, ਲੱਗਦੇ ਰਹਿੰਦੇ, ਉਹ ਸਦਾਬਹਾਰ ਆ। ਠੀਕ ਹੈ, ਇੱਥੇ ਮਤਲਬ ਤੁਸੀਂ ਜਿਹੜਾ ਸਮਝ ਲਿਓ ਕੀ ਹੈਗਾ। ਹੁਣ ਆਹ ਖੇਤਰ ਆ ਭਾਰਤ ਦੇ ਨਕਸ਼ੇ ਵਿੱਚ, ਜਿੰਨਾ ਵੀ ਹਰਾ ਹਰਾ ਸਾਰਾ ਖੇਤਰ ਹੈਗਾ ਇਹ ਊਸ਼ਨ ਸਦਾਬਹਾਰ ਖੇਤਰ ਹੈਗੇ ਆ। ਅਤੇ ਇਹ ਉਹ ਜੰਗਲ ਆ ਜਿਨ੍ਹਾਂ ਦੇ ਪੱਤੇ ਜਿਹੜੇ ਆ, ਜਿਹੜੇ ਵੀ ਇੱਥੇ ਦਰਖਤ ਹੋਣਗੇ ਉਹ ਇੱਕਦਮ ਨਹੀਂ ਝੜਦੇ। ਠੀਕ ਹੈ, ਇਹਦੀਆਂ ਵਿਸ਼ੇਸ਼ਤਾਵਾਂ ਆਪਾਂ ਲਿਖੀਆਂ ਹੋਈਆਂ, ਦੇਖੋ ਕੀ ਲਿਖੀਆਂ, ਪੜ੍ਹ ਲਿਓ ਤੁਸੀਂ। ਸਦਾਬਹਾਰ ਜੰਗਲ ਨਿੱਘੇ ਅਤੇ ਗਿੱਲੇ ਖੇਤਰਾਂ ਵਿੱਚ ਪਾਏ ਜਾਂਦੇ ਆ। ਨਿੱਘੇ ਪਹਿਲਾਂ ਗੱਲ ਆ ਗਈ, ਨਿੱਘੇ ਮਤਲਬ ਗਰਮ, ਗਿੱਲੇ ਕਿਹਨੂੰ ਕਹਿੰਦੇ ਦਲਦਲੀ, ਜਿੱਥੇ ਪਾਣੀ ਜ਼ਿਆਦਾ ਹੁੰਦਾ। ਠੀਕ ਹੈ ਜੀ, ਉੱਥੇ ਪਾਏ ਜਾਂਦੇ ਜਿੱਥੇ ਖੁਸ਼ਕ ਮੌਸਮ ਦੇ ਨਾਲ ਬਾਰਿਸ਼ 200 ਸੈਂਟੀਮੀਟਰ ਤੋਂ ਵੱਧ ਹੁੰਦੀ ਆ। ਪੱਛਮੀ ਘਾਟ ਪੱਛਮੀ ਬੰਗਾਲ ਅਤੇ ਉੜੀਸਾ ਦੇ ਖੇਤਰ 'ਚ ਮਿਲਦੇ ਆ। ਭਾਰਤੀ ਦੀਪ ਸਮੂਹ, ਹੁਣ ਆ ਦੇਖੋ ਨਕਸ਼ਾ ਬਣਿਆ ਹੋਇਆ, ਇਹ ਸਾਰੇ ਊਸ਼ਨ ਸਦਾਬਹਾਰ ਜੰਗਲ ਆ। ਆਹ ਸਾਰਾ ਜਿਹੜਾ ਪੂਰਬੀ ਇਲਾਕਾ ਆ ਸਾਡਾ ਪੱਛਮੀ ਬੰਗਾਲ ਆ, ਉੜੀਸਾ ਆ, ਅਤੇ ਆਹ ਕੀ ਆ ਪੱਛਮੀ ਤੱਟ ਆ, ਅਤੇ ਆਹ ਸਾਡਾ ਦੀਪ ਸਮੂਹ ਅੰਡੇਮਾਨ ਨਿਕੋਬਾਰ। ਠੀਕ ਹੈ, ਅਤੇ ਲਕਸ਼ਦੀਪ, ਇੱਥੇ ਸਦਾਬਹਾਰ ਜੰਗਲ ਜਿਹੜੇ ਆ ਮਿਲਦੇ ਆ। ਸਮਝ ਗਏ ਗੱਲ? ਇਹ ਤੁਹਾਨੂੰ ਨਕਸ਼ੇ ਵੀ ਦੱਸਤਾ। ਫਿਰ ਅੱਗੇ ਇਹਦੀ ਕਰੈਕਟਰਸ ਹੋਰ ਵੀ ਹੈਗੇ ਆ ਵੀ ਰੁੱਖ ਬੜੀ ਤੇਜ਼ੀ ਨਾਲ ਵੱਧਦੇ ਆ। 60 ਮੀਟਰ ਉਚਾਈ ਤੱਕ, 60 ਸੈਂਟੀਮੀਟਰ ਲਿਖਿਆ ਹੋਇਆ, 60 ਮੀਟਰ ਸੈਂਟੀਮੀਟਰ ਨਹੀਂ ਗਾ, ਸੈਂਟੀ ਇੱਥੋਂ ਕੱਟ ਦਿਓ, 60 ਮੀਟਰ ਉਚਾਈ ਦੇ ਜਿਹੜੇ ਦਰਖਤ ਇੱਥੇ ਪਹੁੰਚ ਜਾਂਦੇ ਆ। ਠੀਕ ਹੈ ਜੀ, ਮਹੋਗਨੀ, ਐਂਬਨੀ, ਰੋਜ਼ਵੁੱਡ, ਟਾਹਲੀ, ਬਾਂਸ, ਰਬੜ, ਸਿੰਕੋਨਾ, ਮੈਗਨੋਲੀਆ, ਇੱਦਾਂ ਦੇ ਜਿਹੜੇ ਦਰਖਤ ਇੱਥੇ ਮਿਲਦੇ ਆ। ਲੰਗੂਰ, ਬਾਂਦਰ, ਹਿਰਨ, ਗੈਂਡਾ, ਇਹ ਜਾਨਵਰ ਜਿਹੜੇ ਇੱਥੇ ਪਾਏ ਜਾਂਦੇ ਆ। ਹੁਣ ਇੱਥੇ ਇੱਕ ਵਰਡ ਹੈਗਾ ਕਨੋਪੀ, ਇੱਕ ਫੀਚਰ ਹੈਗਾ। ਕਨੋਪੀ ਕੀ ਆ ਉਹਦੇ ਬਾਰੇ ਤੁਹਾਨੂੰ ਮੈਂ ਦੱਸਦਾ। ਆਹ ਕੁਛ ਇੰਗਲਿਸ਼ ਵਿੱਚ ਲਿਖੇ ਆ, ਜਿਹੜੇ ਬੱਚੇ ਇੰਗਲਿਸ਼ ਵਾਲੇ ਆ ਸਕਰੀਨਸ਼ਾਟ ਇੱਥੋਂ ਲੈ ਸਕਦੇ ਆ। ਹੁਣ ਆਹ ਦੇਖੋ, ਇਹ ਹੈਗੇ ਆ ਸਾਡੇ ਊਸ਼ਨ ਸਦਾਬਹਾਰ ਜੰਗਲ। ਇਹਦੇ ਵਿੱਚ ਕੀ ਹੈ, ਸਭ ਤੋਂ ਪਹਿਲਾਂ ਤਾਂ ਛੋਟੇ ਦਰਖਤ ਹੋਣਗੇ, ਫਿਰ ਵੱਡੇ ਦਰਖਤ ਹੋਣਗੇ, ਫਿਰ ਉਸ ਤੋਂ ਵੀ ਵੱਡੇ ਦਰਖਤ ਹੋਣਗੇ। ਯਾਨੀ ਛੋਟੇ ਦਰਖਤ ਹੋਣਗੇ, ਫਿਰ ਵੱਡੇ, ਫਿਰ ਵੱਡੇ। ਠੀਕ ਹੈ, ਇਹ ਇੱਕ ਦੀ ਆਹ ਕਨੋਪੀ ਆ ਬੱਚਿਓ। ਕਨੋਪੀ ਮਤਲਬ ਦੇਖੋ ਇੱਦਾਂ ਆ ਜਿਵੇਂ ਉੱਤੇ ਛਤਰੀ ਪੈ ਗਈ। ਕਨੋਪੀ ਦਾ ਮਤਲਬ ਹੁੰਦਾ ਛਤਰੀ, ਯਾਨੀ ਪੂਰਾ ਢੱਕ ਦੇਣਾ। ਹੁਣ ਤੋਂ ਥੱਲਿਓਂ ਸਾਨੂੰ ਜ਼ਮੀਨ ਬਿਲਕੁਲ ਨਹੀਂ ਦਿਖਦੀ ਪਈ। ਠੀਕ ਹੈ, ਇਹ ਆ ਕਨੋਪੀ। ਹੁਣ ਅਗਲੀ ਕਿਸਮ ਹੈਗੀ ਊਸ਼ਨ ਪਤਝੜੀ ਜਾਂ ਮੌਨਸੂਨੀ ਜੰਗਲ, ਟ੍ਰੋਪੀਕਲ ਡੈਸੀਡੂਅਸ ਔਰ ਮੌਨਸੂਨ ਫੋਰੈਸਟ, ਇਹ ਦੂਜੀ ਕਿਸਮ ਹੈਗੀ ਆ। ਠੀਕ ਹੈ ਜੀ, ਹੁਣ ਆਹ ਕੁਛ ਏਰੀਆ ਹੈਗਾ ਜਿਹੜਾ ਮਾਰਕ ਕੀਤਾ ਹੋਇਆ, ਇਹ ਸਾਡਾ ਜਿਹੜਾ ਪੂਰਬ ਦਾ ਇਲਾਕਾ ਹੈਗਾ, ਇੱਥੇ ਮੇਘਾਲਿਆ, ਅਸਾਮ, ਮਨੀਪੁਰ, ਇਹ ਕੁਛ ਇਲਾਕਾ ਜਿੱਥੇ ਇਹ ਜੰਗਲ ਜ਼ਿਆਦਾ ਮਿਲਦੇ ਆ। ਠੀਕ ਹੈ, ਹੁਣ ਇਹਦੇ ਫੀਚਰ ਵੀ ਕੁਛ ਦੱਸੇ ਹੋਏ ਆ। ਕੀ ਵਿਸ਼ੇਸ਼ਤਾਵਾਂ, ਇਹ ਘੱਟ ਸੰਘਣੇ ਹੁੰਦੇ, ਜਿਵੇਂ ਆਪਾਂ ਪਹਿਲਾਂ ਪੜ੍ਹਿਆ ਨਾ, ਉਹ ਬਹੁਤ ਸੰਘਣੇ ਆ। ਸੰਘਣੇ ਮਤਲਬ ਥੱਲੇ ਸਾਨੂੰ ਜ਼ਮੀਨ ਨਹੀਂ ਦਿਖਦੀ, ਕਨੋਪੀ ਬਣੀ ਹੋਈ ਆ। ਫਿਰ ਭਾਰਤ ਵਿੱਚ ਸਭ ਤੋਂ ਵੱਧ ਫੈਲੇ ਹੋਏ ਆ। ਹੁਣ ਤੁਸੀਂ ਕਹਿਣਾ ਏਰੀਆ ਤਾਂ ਥੋੜ੍ਹਾ ਦਿਖਾਇਆ ਹੈ ਨਾ, ਉਹ ਅੱਗੇ ਵੀ ਤੁਹਾਨੂੰ ਦਿਖਾਵਾਂਗੇ ਬੱਚਿਓ। ਇਸ ਖੇਤਰ ਵਿੱਚ 200 ਸੈਂਟੀਮੀਟਰ ਤੋਂ ਅਤੇ 70 ਸੈਂਟੀਮੀਟਰ ਤੱਕ ਬਾਰਿਸ਼ ਹੁੰਦੀ ਆ। ਇਹ ਜੰਗਲ ਦੀ ਕਿਸਮਾਂ ਵਿੱਚ ਰੁੱਖ ਗਰਮੀਆਂ ਵਿੱਚ ਲਗਭਗ 6 ਤੋਂ 8 ਹਫ਼ਤਿਆਂ ਵਿੱਚ ਆਪਣੇ ਪੱਤੇ ਡੇਗ ਦਿੰਦੇ ਆ। ਹੁਣ ਪੱਤਝੜੀ ਲਿਖਿਆ ਹੋਇਆ, ਪੱਤਝੜ ਮਤਲਬ ਹੁੰਦਾ ਪੱਤਿਆਂ ਦਾ ਝੜਨਾ, ਯਾਨੀ ਜੇ ਕੋਈ ਪੱਤਾ ਹੁੰਦਾ ਤਾਂ ਉਹ 6 ਤੋਂ 8 ਹਫ਼ਤੇ ਤੱਕ ਹੀ ਰਹਿੰਦਾ, ਫਿਰ ਉਹ ਝੜ ਜਾਂਦਾ ਕਿਉਂਕਿ ਹਵਾ ਵਿੱਚ ਨਮੀ ਦੀ ਮਾਤਰਾ ਘੱਟ ਹੁੰਦੀ ਆ। ਫਿਰ ਇਹ ਜੰਗਲ ਦੇਸ਼ ਦੇ ਪੂਰਬੀ ਹਿੱਸੇ 'ਚ ਮਿਲਦੇ, ਪੂਰਬੀ ਹਿੱਸਾ ਆ ਉਹ ਜਿਹੜਾ ਆਪਾਂ ਤੁਹਾਨੂੰ ਦਿਖਾਇਆ ਸੀਗਾ। ਠੀਕ ਹੈ, ਆਹ ਇੰਗਲਿਸ਼ ਦੇ ਵਿੱਚ ਇਹਦੇ ਫੀਚਰਸ ਹੈਗੇ, ਸੇਮ ਹੀ ਉਹ ਚੀਜ਼ ਜਿਹੜੀ ਆਪਾਂ ਡਿਸਕਸ ਕੀਤੀ ਸੀ। ਹੁਣ ਅਗਲੀ ਗੱਲ ਹੈਗੀ ਆ, ਆਪਾਂ ਇਸੇ ਦੀ ਗੱਲ ਕਰਦੇ ਪਏ ਹਾਂ ਵੀ ਊਸ਼ਨ ਪਤਝੜੀ ਜਿਹੜਾ ਮੌਨਸੂਨੀ ਜੰਗਲ ਆ, ਇਹ ਦੋ ਤਰ੍ਹਾਂ ਦਾ ਹੁੰਦਾ। ਇੱਕ ਹੁੰਦਾ ਤਰ ਅਤੇ ਇੱਕ ਹੁੰਦਾ ਖੁਸ਼ਕ। ਤਰ ਦਾ ਮਤਲਬ ਹੁੰਦਾ ਜਿਹਦੇ ਵਿੱਚ ਪਾਣੀ ਜ਼ਿਆਦਾ ਹੋਵੇ। ਆਪਾਂ ਕਹਿੰਦੇ ਨਾ ਵੀ ਜੇਕਰ ਅਸੀਂ ਕੋਈ ਜ਼ਮੀਨ ਦੇ ਉੱਤੇ ਕੁਛ ਆਪਾਂ ਬੀਜਣਾ ਆ, ਕੋਈ ਸਬਜ਼ੀ ਬੀਜਣੀ ਆ ਜਾਂ ਕੁਛ ਬੀਜਣਾ, ਇਹਨੂੰ ਪਹਿਲਾਂ ਤਰ ਕਰ ਲਓ। ਤਰ ਦਾ ਮਤਲਬ ਹੁੰਦਾ ਗਿੱਲਾ ਕਰ ਲਓ। ਖੁਸ਼ਕ ਦਾ ਮਤਲਬ ਹੁੰਦਾ ਵੀ ਜਿੱਥੇ ਪਾਣੀ ਘੱਟ ਹੋਵੇ। ਦੋ ਤਰ੍ਹਾਂ ਦੇ ਹੁੰਦੇ ਜੰਗਲ। ਤਰ ਪਤਝੜੀ ਜੰਗਲ 100 ਤੋਂ 200 ਸੈਂਟੀਮੀਟਰ ਤੱਕ ਵਰਖਾ ਹੁੰਦੀ ਆ। ਉੱਤਰ ਪੂਰਬੀ ਰਾਜ, ਪੱਛਮੀ ਘਾਟ, ਸ਼ਿਵਾਲਿਕ ਦੀਆਂ ਪਹਾੜੀਆਂ, ਛੱਤੀਸਗੜ੍ਹ, ਉੜੀਸਾ, ਇਹ ਖੇਤਰ ਇਹਦੇ 'ਚ ਆਉਂਦੇ ਆ। ਟੀਕ, ਸਾਲ, ਸੰਦਲਵੁੱਡ, ਦਿਓਦਾਰ, ਟਾਹਲੀ, ਖੈਰ, ਇਹ ਦਰਖਤ ਆ ਇੱਥੇ ਮਿਲਦੇ।
ਅੱਗੇ ਖੁਸ਼ਕ ਬਨਸਪਤੀ ਵਿੱਚ ਵਰਖਾ ਘੱਟ ਹੁੰਦੀ ਹੈ, 70 ਤੋਂ 100 ਸੈਂਟੀਮੀਟਰ ਹੁੰਦੀ। ਇੱਕ ਪਾਸੇ ਦੇਖੋ 100 ਤੋਂ 200 ਸੈਂਟੀਮੀਟਰ ਹੁੰਦੀ ਆ, ਉਹ ਤਰ ਬਨਸਪਤੀ 'ਚ ਹੁੰਦੀ ਆ। ਖੁਸ਼ਕ ਦੇ ਵਿੱਚ 70 ਤੋਂ 100 ਹੁੰਦੀ ਆ, ਠੀਕ ਹੈ। ਫਿਰ ਦਰਖਤ ਦਿੱਤੇ ਹੋਏ ਪਿੱਪਲ, ਟੀਕ, ਨਿੰਮ, ਸਫੇਦਾ, ਸ਼ੇਰ, ਚੀਤਾ, ਹਾਥੀ, ਹਿਰਨ, ਇਹ ਜਾਨਵਰ ਇੱਥੇ ਮਿਲਦੇ ਆ। ਹੁਣ ਇੱਕ ਨਕਸ਼ਾ ਉਹ ਸੀਗਾ ਜਿਹਦੇ ਵਿੱਚ ਸਿਰਫ ਆਪਾਂ ਆਹ ਖੇਤਰ ਦੱਸਿਆ ਸੀ, ਠੀਕ ਹੈ। ਉਸ਼ਣ ਪਤਝੜ ਜਾਂ ਮੌਨਸੂਨੀ ਜੰਗਲ ਦੇ ਵਿੱਚ ਪੂਰਬ ਦਾ ਇਲਾਕਾ। ਹੁਣ ਇਹਦੇ ਵਿੱਚ ਆਹ ਇਲਾਕਾ ਜਿਹੜਾ ਸਾਰਾ ਬੱਚਿਓ ਦੇਖੋ, ਆਹ ਹਰਾ ਜਿਹੜਾ ਨਾ, ਇਹ ਸਾਰਾ ਇਲਾਕਾ ਜਿਹੜਾ ਇਹਦੇ ਵਿੱਚ ਦੱਸਿਆ ਹੋਇਆ, ਪਰ ਇਹਦੇ 'ਚ ਦੋ ਤਰ੍ਹਾਂ ਦੀ ਬਨਸਪਤੀ ਮਿਲਦੀ ਆ, ਤਰ ਅਤੇ ਖੁਸ਼ਕ। ਕਿਤੇ ਤਰ ਹੋਊਗੀ, ਕਿਤੇ ਖੁਸ਼ਕ ਹੋਊਗੀ, ਠੀਕ ਹੈ। ਇਹ ਤੁਸੀਂ ਇਸ ਗੱਲ ਨੂੰ ਸਮਝ ਲੈਣਾ। ਹੁਣ ਦੇਖੋ ਇੱਕ ਸਰਵੇ ਆ 2017 ਵਿੱਚ ਹੋਇਆ ਸੀ, ਉਹਦੇ 'ਚ ਕੀ ਦੱਸਿਆ ਗਿਆ ਵੀ ਸਾਡੇ ਕੋਲ ਸਿਰਫ 7,08,273 ਸਕੁਅਰ ਕਿਲੋਮੀਟਰ ਜਿਹੜਾ ਆ ਜੰਗਲ ਆ। 21.53% ਭੂਮੀ ਕੁੱਲ ਬਣਦੀ ਆ। ਠੀਕ ਹੈ। ਉਹਦੇ 'ਚੋਂ ਕੁਛ ਆ ਸਾਰੀ ਡਿਟੇਲ ਦਿੱਤੀ ਹੋਈ ਹੈ ਵੀ ਕਿੰਨਾ ਜੋਗ੍ਰਾਫੀਕਲ ਏਰੀਆ ਹੈਗਾ, ਕਿਹੜੇ ਖੇਤਰ ਸਭ ਤੋਂ ਵੱਧ ਜੰਗਲ ਆ। ਦੇਖੋ ਆਹ ਵਾਲਾ ਖੇਤਰ ਹੈਗਾ ਹਿਮਾਚਲ, ਉੱਤਰਾਖੰਡ ਵਾਲਾ, ਉੱਧਰ ਅਰੁਣਾਚਲ ਪ੍ਰਦੇਸ਼, ਮਨੀਪੁਰ, ਮੇਘਾਲਿਆ ਵਾਲਾ ਖੇਤਰ ਆ, ਇੱਥੇ ਜੰਗਲ ਜ਼ਿਆਦਾ ਮਿਲਦੇ ਆ, ਠੀਕ ਹੈ ਜੀ। ਤੀਜੀ ਕਿਸਮ ਹੈਗੀ ਆ ਝਾੜੀਦਾਰ ਅਤੇ ਕੰਡੇਦਾਰ ਜੰਗਲ, ਸਕਰਬ ਅਤੇ ਥੋਰਨੀ ਫੋਰੈਸਟ। ਨਾਂ ਤੋਂ ਹੀ ਪਤਾ ਲੱਗ ਜਾਂਦਾ, ਜਿੱਥੇ ਝਾੜੀਆਂ ਜ਼ਿਆਦਾ ਹੋਣਗੀਆਂ। ਦੇਖੋ ਹੁਣ ਆਹ ਜੰਗਲ ਹੀ ਆ, ਵੈਸੇ ਇਹਨੂੰ ਜੰਗਲ ਨਹੀਂ ਕਹਿ ਸਕਦੇ ਕਿ ਝਾੜੀਆਂ ਹੀ ਆ, ਕਿਉਂਕਿ ਜੰਗਲਾਂ 'ਚ ਤਾਂ ਦਰਖਤ ਹੁੰਦਾ, ਸੰਘਣਾ ਹੁੰਦਾ, ਵਿੱਚੋਂ ਲੰਘਣਾ ਔਖਾ ਹੋ ਜਾਂਦਾ ਨਾ। ਹੁਣ ਪਰ ਇਹ ਵੀ ਆਪਾਂ ਜੰਗਲ ਦੀ ਕਿਸਮ ਲਈ ਆ। ਇੱਦਾਂ ਦੀਆਂ ਝਾੜੀਆਂ ਨਿੱਕੀਆਂ ਨਿੱਕੀਆਂ ਹੁੰਦੀਆਂ, ਇਹਦੀ ਜ਼ਿਆਦਾ ਉਚਾਈ ਨਹੀਂ ਹੁੰਦੀ, ਠੀਕ ਹੈ। ਇਹਨੂੰ ਟ੍ਰੋਪੀਕਲ ਥੋਰਨ ਫੋਰੈਸਟ ਕਹਿੰਦੇ ਆ। ਇਹਦੇ ਫੀਚਰ ਕੀ ਹੈਗੇ ਆ, 70 ਸੈਂਟੀਮੀਟਰ ਤੋਂ ਘੱਟ ਵਰਖਾ ਹੁੰਦੀ ਆ। ਪਹਿਲੇ ਜੰਗਲਾਂ 'ਚ 200 ਸੈਂਟੀਮੀਟਰ ਤੋਂ ਵੱਧ ਵਰਖਾ ਹੁੰਦੀ ਸੀ। ਦੂਜੇ ਕਿਸਮ ਦੇ ਜੰਗਲਾਂ ਦੇ ਵਿੱਚ, ਮਾਨਸੂਨੀ ਜੰਗਲਾਂ ਵਿੱਚ 100 ਤੋਂ 200 ਸੈਂਟੀਮੀਟਰ ਤੱਕ ਵਰਖਾ ਹੁੰਦੀ ਆ, 70 ਤੋਂ 200 ਸੈਂਟੀਮੀਟਰ ਤੱਕ ਵਰਖਾ ਹੁੰਦੀ ਆ। ਤੀਜਾ ਜਿਹੜਾ ਆਹ ਹੈਗਾ ਸਾਡਾ ਝਾੜੀਦਾਰ ਵਾਲਾ, ਇਹ 'ਚ 70 ਤੋਂ ਘੱਟ, ਠੀਕ ਹੈ। ਉਹੋ ਹੀ ਲੈ ਜਿਹੜੀ ਪਿੱਛੇ ਨੂੰ ਤੁਰੀ ਆਉਂਦੀ ਆ, 200, ਫਿਰ 200 ਤੋਂ ਪਿੱਛੇ ਨੂੰ ਆ ਜਾਈਏ 70 ਤੱਕ, ਇਹ ਦੂਜੀ ਕਿਸਮ, ਫਿਰ 70 ਤੋਂ ਹੇਠਾਂ ਤੀਜੀ ਕਿਸਮ ਹੈਗੀ। ਇੱਥੇ ਕੰਡੇਦਾਰ ਝਾੜੀਆਂ ਮਿਲਦੀਆਂ। ਗੁਜਰਾਤ, ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ, ਯੂਪੀ, ਹਰਿਆਣੇ 'ਚ ਮਿਲਦੇ ਆ। ਕਿੱਕਰ, ਕੈਕਟਸ, ਖਜੂਰ, ਖੈਰ, ਬੋਰ, ਇੱਦਾਂ ਦੇ ਦਰਖਤ ਜਿਹੜੇ ਇਹਦੇ 'ਤੇ ਮਿਲਦੇ ਆ। ਆਹ ਖੇਤਰ ਆ ਬੱਚੋ, ਆਹ ਸਾਰਾ ਖੇਤਰ ਆ। ਇਹਦੇ ਵਿੱਚ ਹੁਣ ਤੁਹਾਨੂੰ ਇੱਕ ਪਹਿਲਾਂ ਵੀ ਗੱਲ ਕੀਤੀ ਸੀਗੀ ਵੀ ਸਾਨੂੰ ਜਦੋਂ ਅਸੀਂ ਭਾਰਤ ਦੇ ਨਕਸ਼ੇ ਦੀ ਗੱਲ ਕਰਨੀ ਹੈ ਤਾਂ ਸਾਨੂੰ ਰਾਜਾਂ ਦਾ ਪਤਾ ਹੋਣਾ ਚਾਹੀਦਾ ਵੀ ਕਿਹੜਾ ਰਾਜ ਕਿੱਥੇ ਆ। ਆਹ ਖੇਤਰ ਆ ਜਿੱਥੇ ਇਹ ਝਾੜੀਦਾਰ ਅਤੇ ਕੰਢੇਦਾਰ ਜੰਗਲ ਮਿਲਦਾ ਆ। ਇਹਦੇ ਵਿੱਚ ਆਹ ਵਾਲਾ ਇੱਕ ਏਰੀਆ ਜਿਹੜਾ ਰਾਜਸਥਾਨ ਦਾ ਆ, ਆਹ ਵਾਲਾ ਏਰੀਆ ਤੁਹਾਡਾ ਯੂਪੀ ਦਾ ਆ, ਆਹ ਮੱਧ ਪ੍ਰਦੇਸ਼ ਦਾ ਆ, ਆਹ ਗੁਜਰਾਤ ਦਾ। ਸਭ ਤੋਂ ਜ਼ਰੂਰੀ ਹੈਗਾ ਤੁਹਾਨੂੰ ਇਹ ਪਤਾ ਹੋਵੇ ਵੀ ਨਕਸ਼ਾ ਜਿਹੜਾ ਆ ਉਹਦੇ ਵਿੱਚ ਕਿਹੜਾ ਰਾਜ ਕਿੱਥੇ ਆ, ਫਿਰ ਸਾਰੀ ਜਿਹੜੀ ਕਹਾਣੀ ਉਹ ਸਹੀ ਹੁੰਦੀ। ਇਸ ਖੇਤਰ ਦੇ ਵਿੱਚ ਇਹ ਜੰਗਲ ਮਿਲਦੇ ਆ। ਰੁੱਖ ਖਿੰਡੇ ਹੋਏ ਹਨ, ਖਿੰਡੇ ਹੋਏ ਮਤਲਬ ਇੱਕ ਇੱਥੇ ਲੱਗਾ, ਇੱਕ ਉਹ ਪਰਾਂ ਲੱਗਾ 50 ਮੀਟਰ ਦੂਰ। ਲੰਮੀਆਂ ਜੜ੍ਹਾਂ ਹੁੰਦੀਆਂ, ਡੂੰਘੀਆਂ ਅੰਦਰ ਤੱਕ ਗਈਆਂ, ਕਿਉਂਕਿ ਇੱਥੇ ਮੀਂਹ ਘੱਟ ਪੈਂਦਾ ਨਾ, ਜ਼ਮੀਨ ਉੱਪਰ ਸੁੱਕੀ ਹੁੰਦੀ ਹੈ ਅਤੇ ਜੜ੍ਹਾਂ ਲੰਮੀਆਂ ਇਸ ਕਰਕੇ ਹੁੰਦੀਆਂ ਵੀ ਧਰਤੀ ਹੇਠਾਂ ਤੋਂ ਜਿਹੜਾ ਜਿੰਨੀ ਉਹ ਜੜ੍ਹ ਡੂੰਘੀ ਹੋਊਗੀ, ਉਹ ਪਾਣੀ ਜਿਹੜਾ ਥੱਲਿਓਂ ਧਰਤੀ ਤੋਂ ਖਿੱਚੂਗਾ, ਕਿਉਂਕਿ ਪਾਣੀ ਤਾਂ ਚਾਹੀਦਾ ਦਰਖਤ ਨੂੰ। ਇਸ ਕਰਕੇ ਜੜ੍ਹਾਂ ਕੁਦਰਤੀ ਤੌਰ 'ਤੇ ਲੰਮੀਆਂ ਹੁੰਦੀਆਂ। ਬਨਸਪਤੀ ਦੀ ਕਿਸਮ ਅਲੱਗ ਆਪਣੇ ਆਪ ਹੋ ਜਾਂਦੀ ਹੈ। ਬਾਕੀ ਜਿਹੜੇ ਆਪਾਂ ਪਹਿਲਾਂ ਪੜ੍ਹੇ ਉੱਥੇ ਜਿਹੜੀਆਂ ਜੜ੍ਹਾਂ ਉੱਪਰ ਹੀ ਹੁੰਦੀਆਂ, ਕਿਉਂਕਿ ਪਾਣੀ ਉਹਨੂੰ ਵਰਖਾ ਦੇ ਰਾਹੀਂ ਉਹਨਾਂ ਨੂੰ ਮਿਲਦਾ ਰਹਿੰਦਾ। ਪੱਤੇ ਜ਼ਿਆਦਾਤਰ ਸੰਘਣੇ ਅਤੇ ਛੋਟੇ ਹੁੰਦੇ ਆ, ਜੋ ਕਿ ਨਮੀ ਨੂੰ ਬਣਾਈ ਰੱਖਦੇ ਆ। ਇਹਨਾਂ ਵਿੱਚ ਚੂਹੇ, ਖਰਗੋਸ਼, ਲੂੰਬੜੀ, ਬਘਿਆੜ, ਸ਼ੇਰ, ਜੰਗਲੀ ਗਧੇ, ਘੋੜੇ, ਊਠ ਇਹ ਮਿਲਦੇ ਆ, ਠੀਕ ਹੈ ਜੀ। ਇੰਗਲਿਸ਼ ਦੇ ਵਿੱਚ ਆ ਦਿੱਤੇ ਹੋਏ ਆ, ਇਹਨਾਂ ਨੂੰ ਨੋਟ ਕੀਤਾ ਜਾ ਸਕਦਾ। ਅਗਲੀ ਕਿਸਮ ਹੈਗੀ ਆ ਬੱਚਿਓ ਜਵਾਰੀ ਜਾਂ ਮੈਂਗਰੂਵ ਜੰਗਲ, ਟਾਈਡਲ ਔਰ ਮੈਂਗਰੂਵ ਫੋਰੈਸਟ, ਠੀਕ ਹੈ। ਹੁਣ ਇਹਦੇ ਵਿੱਚ ਕੀ ਆ, ਇਹ ਉਹ ਏਰੀਆ ਆ ਜਿੱਥੇ ਪਾਣੀ ਜ਼ਿਆਦਾ ਹੁੰਦਾ ਆ। ਔਰ ਬੱਚਿਓ ਤੁਹਾਨੂੰ ਮੈਂ ਦੱਸਦਾ ਵੀ ਇਹ ਜ਼ਿਆਦਾਤਰ ਡੇਲਟੇ ਵਾਲੇ ਖੇਤਰ 'ਚ ਮਿਲਦੇ ਆ। ਡੇਲਟਾ ਕੀ ਹੁੰਦਾ, ਤੁਹਾਨੂੰ ਪਹਿਲਾਂ ਦੱਸਿਆ ਵੀ ਜਦੋਂ ਨਦੀ ਪਿੱਛੋਂ ਆਉਂਦੀ ਆ, ਜਦੋਂ ਸਮੁੰਦਰ 'ਚ ਡਿੱਗਦੀ ਆ, ਅਤੇ ਸਮੁੰਦਰ 'ਚ ਡਿੱਗਣ ਤੋਂ ਪਹਿਲਾਂ ਉਹ ਆਪਣੇ ਆਹ ਮੰਨ ਲਓ ਪਿੱਛੋਂ ਨਦੀ ਆ ਰਹੀ ਆ, ਦੇਖੋ ਆਹ ਨਦੀ ਦਾ ਪਾਣੀ ਆ, ਇੱਥੋਂ ਜਾ ਰਿਹਾ, ਠੀਕ ਹੈ। ਆਹ ਵਿੱਚੋਂ ਇਹ ਵੰਡਿਆ ਗਿਆ, ਦੇਖੋ ਹੁਣ ਵਿੱਚ ਹਰਾ ਕੀ ਆ, ਇਹ ਹਰਾ ਕੀ ਆ, ਜ਼ਮੀਨ ਆ। ਇਹ ਜ਼ਮੀਨ ਕਿੱਥੋਂ ਆ ਗਈ, ਤੁਹਾਡੇ ਮਨ 'ਚ ਕੁਐਸਚਨ ਆਊਗਾ ਵੀ ਇਹ ਜ਼ਮੀਨ ਕਿੱਥੋਂ ਆ ਗਈ। ਸੋ ਬੱਚਿਓ ਜ਼ਮੀਨ ਜਿਹੜੀ ਆ ਉਹ ਕਿੱਥੋਂ ਆਉਣੀ ਸੀਗੀ, ਜਦੋਂ ਆਹ ਦਰਿਆ ਮੰਨ ਲਓ ਆਹ ਗੰਗਾ ਦਰਿਆ ਦਾ
ਜਾਂ ਜਿਹਦਾ ਵੀ ਆਪਾਂ ਇਹ ਹੈਗਾ ਸੁੰਦਰਬਨ ਦਾ ਡੇਲਟਾ ਹੈਗਾ, ਇਹ ਗੰਗਾ ਅਤੇ ਬ੍ਰਹਮਪੁੱਤਰ ਇਹਨੂੰ ਇਸ ਡੇਲਟੇ ਨੂੰ ਬਣਾਉਂਦੀ ਆ। ਦੇਖੋ ਡੇਲਟਾ ਇੰਨੀ ਦੂਰ ਤੱਕ ਫੈਲਿਆ ਹੋਇਆ, ਇਹ ਹੈਗਾ ਸੁੰਦਰਬਨ ਦਾ ਡੇਲਟਾ। ਸੰਸਾਰ ਦਾ ਸਭ ਤੋਂ ਵੱਡਾ ਡੇਲਟਾ ਆ ਬੱਚਿਓ, ਇਹ ਯਾਦ ਰੱਖਿਓ ਤੁਸੀਂ, ਠੀਕ ਹੈ। ਆ ਬੰਗਲਾਦੇਸ਼ ਆ ਇੰਡੀਆ ਆ। ਬੰਗਲਾਦੇਸ਼ ਦੇ ਵਿੱਚ ਅੱਧਾ ਅੱਧਾ ਇੰਡੀਆ ਦੇ ਵਿੱਚ ਆ, ਪੱਛਮੀ ਬੰਗਾਲ ਦੇ ਵਿੱਚ। ਅਤੇ ਇਹਦੇ ਵਿੱਚ ਕੀ ਆ, ਆਹ ਜਿਹੜੀ ਜ਼ਮੀਨ ਆ ਇਹ ਜਦੋਂ ਪਿੱਛੋਂ ਧਰਤੀ ਦਰਿਆ ਆਉਂਦੇ ਆਪਣੇ ਨਾਲ ਮਿੱਟੀ ਲੈ ਕੇ ਆਉਂਦੇ ਆ ਅਤੇ ਮਿੱਟੀ ਇੱਥੇ ਵਿਛਾਈ ਜਾਂਦੇ ਆ ਅਤੇ ਮਿੱਟੀ ਇੱਕ ਥਾਂ 'ਤੇ ਇਕੱਠੀ ਹੋਈ ਜਾਂਦੀ, ਦਰਿਆ ਸਾਈਡਾਂ ਤੋਂ ਵਗਣ ਲੱਗ ਪੈਂਦੇ ਆ, ਠੀਕ ਹੈ। ਆਹ ਦੇਖੋ ਇੱਥੋਂ ਪਾਣੀ ਜਾਂਦੇ ਆ, ਜਿਹੜਾ ਨੀਲਾ ਆ ਪਾਣੀ ਵਾਲਾ ਇਲਾਕਾ ਆ। ਅਤੇ ਇੱਥੇ ਕੀ ਹੋ ਜਾਂਦਾ, ਜੰਗਲ ਹੋ ਜਾਂਦਾ, ਬਨਸਪਤੀ ਹੋ ਜਾਂਦੀ ਆ, ਲੋਕ ਖੇਤੀ ਕਰਦੇ, ਬਹੁਤ ਵੱਡਾ ਖੇਤਰ ਹੋ ਜਾਂਦਾ। ਹੁਣ ਥੱਲੇ ਦੇਖੋ ਲਿਖਿਆ ਸੁੰਦਰੀ ਰੁੱਖ। ਸੁੰਦਰਬਨ ਦਾ ਡੇਲਟਾ ਜਿਹੜਾ ਹੈ ਇਹਨੂੰ ਸੁੰਦਰਬਨ ਕਿਉਂ ਕਿਹਾ ਜਾਂਦਾ, ਕਿਉਂਕਿ ਇੱਥੇ ਸੁੰਦਰੀ ਨਾਂ ਦੇ ਰੁੱਖ ਮਿਲਦੇ ਆ, ਜਿਹੜੇ ਬਹੁਤ ਕੀਮਤੀ ਲੱਕੜ ਹੈ, ਬਹੁਤ ਉਪਯੋਗੀ ਲੱਕੜ ਹੈਗੀ, ਇਸ ਕਰਕੇ ਇਹਨੂੰ ਸੁੰਦਰਬਨ ਦਾ ਡੇਲਟਾ ਕਿਹਾ ਜਾਂਦਾ, ਜਿਹੜਾ ਭਾਰਤ ਅਤੇ ਬੰਗਲਾਦੇਸ਼ ਦੋ ਦੇਸ਼ਾਂ ਦੇ ਵਿੱਚ ਆ, ਠੀਕ ਹੈ ਬੱਚਿਓ। ਹੁਣ ਇਹਦੀਆਂ ਵਿਸ਼ੇਸ਼ਤਾਵਾਂ ਦੇਖ ਲੈਂਦੇ ਹਾਂ। ਇਹ ਜੰਗਲ ਦਰਿਆਵਾਂ ਦੇ ਡੇਲਟਿਆਂ ਦੇ ਇਲਾਕੇ 'ਚ ਮਿਲਦੇ ਆ। ਇਹ ਜੰਗਲ ਮੈਂਗਰੋਵ ਜੰਗਲ ਆ, ਉਹ ਡੇਲਟੇ ਵਾਲੇ ਇਲਾਕੇ 'ਚ ਮਿਲਦੇ ਆ। ਜਿੱਥੇ ਜਿੱਥੇ ਡੇਲਟਾ ਬਣਦਾ ਆ, ਅੱਗੇ ਮੈਪ ਇੱਕ ਹੈਗਾ, ਉਹ 'ਚ ਤੁਹਾਨੂੰ ਦਿਖਾਊਂਗਾ ਕਿੱਥੇ ਕਿੱਥੇ ਡੇਲਟਾ ਬਣਦਾ ਆ। ਮਹਾਨਦੀ ਬਣਾਉਂਦੀ ਆ, ਕ੍ਰਿਸ਼ਨਾ, ਕਾਵੇਰੀ, ਠੀਕ ਹੈ, ਗੋਦਾਵਰੀ, ਇਹ ਨਦੀਆਂ ਡੇਲਟਾ ਬਣਾਉਂਦੀਆਂ। ਉਹ ਡੇਲਟਾਈ ਖੇਤਰ 'ਚ ਇਹ ਜਿਹੜੇ ਦਰਖਤ ਮਿਲਦੇ ਆ, ਸਮੁੰਦਰੀ ਤੱਟਾਂ ਦੇ ਨਾਲ ਨਾਲ ਮਿਲਦੇ ਆ। ਜਵਾਰ ਭਾਟਿਆਂ ਦਾ ਪ੍ਰਭਾਵ ਹੁੰਦਾ। ਗੰਗਾ, ਬ੍ਰਹਮਪੁੱਤਰ, ਮਹਾਨਦੀ, ਗੋਦਾਵਰੀ, ਕ੍ਰਿਸ਼ਨਾ, ਕਾਵੇਰੀ ਨਦੀਆਂ ਦੇ ਡੇਲਟੇ 'ਚ ਮਿਲਦੇ ਆ। ਕਿਸ ਕਿਸਮ ਦੇ ਜੰਗਲ ਸੰਘਣੇ ਹੁੰਦੇ ਆ, ਤਾਜ਼ੇ ਜਾਂ ਨਮਕੀਨ ਪਾਣੀਆਂ ਵਿੱਚ ਮਿਲਦੇ ਆ। ਤਾੜ ਜਾਂ ਨਾਰੀਅਲ ਦੇ ਰੁੱਖ ਮਿਲਦੇ ਆ। ਰਾਇਲ ਟਾਈਗਰ ਜਿਹੜਾ ਆ ਪ੍ਰਮੁੱਖ ਆ। ਆਹ ਮੈਂਗਰੋਵ ਜੰਗਲ ਦੇਖੋ, ਆਹ ਸੁੰਦਰਬਨ ਦਾ ਡੇਲਟਾ ਆ, ਠੀਕ ਹੈ। ਆਹ ਮਹਾਨਦੀ ਬਣਾਉਂਦੀ ਆ, ਆਹ ਕ੍ਰਿਸ਼ਨਾ ਅਤੇ ਗੋਦਾਵਰੀ ਬਣਾਉਂਦੀ ਆ, ਆਹ ਕਾਵੇਰੀ ਬਣਾਉਂਦੀ ਆ, ਠੀਕ ਹੈ। ਇੱਧਰਲੇ ਪਾਸੇ ਵੀ ਪੱਛਮੀ ਘਾਟ ਵੱਲ ਵੀ ਇੱਕ ਦੋ ਜਿਹੜੇ ਹੈਗੇ ਆ, ਇਹ ਸਾਡੇ ਕੋਲ ਡੇਲਟੇ ਮਿਲ ਜਾਂਦੇ ਆ। ਉਹਨਾਂ ਡੇਲਟਾਈ ਖੇਤਰਾਂ ਵਿੱਚ ਤੁਸੀਂ ਇਹ ਯਾਦ ਰੱਖਣਾ ਵੀ ਮੈਂਗਰੋਵ ਬਨਸਪਤੀ ਡੇਲਟਾਈ ਖੇਤਰਾਂ 'ਚ ਮਿਲਦੀ ਆ, ਠੀਕ ਹੈ ਜੀ। ਆਹ ਇੰਗਲਿਸ਼ ਦੇ ਵਿੱਚ ਇਹਦੇ ਬਾਰੇ ਜਾਣਕਾਰੀ ਦਿੱਤੀ ਗਈ ਆ। ਉਸ ਤੋਂ ਬਾਅਦ ਅੱਗੇ ਪਰਬਤੀ ਜੰਗਲ। ਇਹ ਤਾਂ ਸਿੱਧਾ ਹੀ ਸਾਡੇ ਲਈ ਸਪਸ਼ਟ ਸਾਫ਼ ਆ ਵੀ ਪਰਬਤੀ ਜੰਗਲ ਕਿੱਥੇ ਮਿਲਦੇ, ਜਿੱਥੇ ਪਰਬਤ ਹੁੰਦੇ ਆ। ਪਰਬਤ ਮਤਲਬ ਪਹਾੜ ਹੁੰਦੇ ਆ। ਪਹਾੜਾਂ 'ਤੇ ਮਿਲਣ ਵਾਲੀ ਬਨਸਪਤੀ, ਕੁਦਰਤੀ ਬਨਸਪਤੀ ਜਿਹੜੀ ਆ, ਉਹ ਪਰਬਤੀ ਜੰਗਲਾਂ ਦੇ ਵਿੱਚ ਸਾਨੂੰ ਜਿਹੜੀ ਮਿਲਦੀ ਆ, ਉਹ ਅਲੱਗ ਕਿਸਮ ਦੀ ਹੁੰਦੀ ਆ, ਠੀਕ ਹੈ। ਇਹਦੇ ਬਾਰੇ ਦੇਖਦੇ ਹਾਂ ਆਪਾਂ। ਆਹ ਦੇਖੋ ਸਾਡੇ ਕੋਲ ਨਕਸ਼ਾ ਹੈਗਾ, ਇਹਦੇ ਵਿੱਚ ਆਹ ਖੇਤਰ ਜਿੱਥੇ ਮਾਰਕ ਕੀਤਾ, ਆ ਜਿਹੜਾ ਲਾਈਟ ਗ੍ਰੀਨ ਕਲਰ ਹੈਗਾ, ਇਹ ਪਰਬਤੀ ਜੰਗਲ ਆ, ਠੀਕ ਹੈ ਜੀ। ਆਹ ਦੇਖੋ ਪਹਾੜਾਂ ਦੇ ਵਿੱਚ ਇੱਦਾਂ ਦੇ ਜੰਗਲ ਹੈ। ਉਚਾਈ ਵਧਣ ਦੇ ਨਾਲ ਨਾਲ ਤਾਪਮਾਨ 'ਚ ਗਿਰਾਵਟ ਹੁੰਦੀ ਆ, ਇਹ ਸਾਨੂੰ ਪਤਾ ਹੀ ਆ। ਅਲਪਾਈਨ ਕਿਸਮ ਦੀ ਬਨਸਪਤੀ ਆ। ਸ਼ਿਵਾਲਿਕ ਦੀਆਂ ਪਹਾੜੀਆਂ ਵਿੱਚ ਅਖਰੋਟ, ਓਕ, ਚੀਲ ਦੇ ਰੁੱਖ ਮਿਲਦੇ। ਇਸ ਤੋਂ ਉੱਪਰ ਕੋਨਧਾਰੀ ਜੰਗਲ ਮਿਲਦੇ ਹਨ, ਜਿੱਥੇ ਸਪਰੂਸ, ਫਰ, ਦਿਆਰ ਅਤੇ ਚੀਲ ਦੇ ਰੁੱਖ ਮਿਲਦੇ ਹਨ। ਇਸ ਤੋਂ ਉੱਪਰ ਘਾਹ ਅਤੇ ਝਾੜੀਆਂ ਮਿਲਦੀਆਂ ਹਨ। ਹੁਣ ਦੇਖੋ ਇੱਕ ਹੱਦ ਤੱਕ ਜਿਹੜਾ ਨਾ ਬੱਚਿਓ, ਜਦੋਂ ਆਪਾਂ ਅੱਗੇ ਤੁਹਾਨੂੰ ਦਿਖਾਊਂਗਾ ਮੈਂ, ਇੱਕ ਹੱਦ ਤੱਕ ਜੰਗਲ ਤੁਹਾਨੂੰ ਮਿਲਣਗੇ, 'ਚ ਲੰਮੇ ਲੰਮੇ ਦਰਖਤ ਮਿਲਣਗੇ। ਉਸ ਤੋਂ ਉੱਪਰ ਜਾ ਕੇ ਸਿਰਫ ਘਾਹ ਅਤੇ ਝਾੜੀਆਂ ਰਹਿੰਦੀਆਂ। ਉਸ ਤੋਂ ਉੱਪਰ ਜਾ ਕੇ ਬਿਲਕੁਲ ਹੀ ਪੱਧਰਾ ਰੜਾ ਮੈਦਾਨ ਹੋ ਜਾਂਦਾ। ਕਿਉਂ ਹੁੰਦਾ? ਕਿਉਂਕਿ ਜਿੱਥੇ ਸਾਰਾ ਸਾਲ ਬਰਫ਼ ਪਈ ਰਹਿੰਦੀ ਹੈ ਨਾ, ਅਤੇ ਜੇਕਰ ਪਿਘਲਦੀ ਆ ਤਾਂ 1 ਜਾਂ 2 ਮਹੀਨੇ ਦੇ ਲਈ ਜਿਹੜਾ ਉਹ ਏਰੀਆ ਥੋੜ੍ਹਾ ਜਿਹਾ ਨੰਗਾ ਹੁੰਦਾ ਆ, ਮਿੱਟੀ ਦਿਖਦੀ ਆ। ਉਹਨੇ ਚਿਰ 'ਚ ਕੋਈ ਉੱਥੇ ਪੇੜ ਪੌਦਾ ਜਾਂ ਬਨਸਪਤੀ ਨਹੀਂ ਹੁੰਦੀ, ਕਿਉਂਕਿ ਬਰਫ਼ ਪਈ ਰਹਿਣ ਕਰਕੇ ਜੇਕਰ ਥੱਲੇ ਪੇੜ ਪੌਦੇ ਘਾਹ ਕੁਛ ਹੈਗਾ ਤਾਂ ਉਹ ਸਾਰਾ ਦਾ ਸਾਰਾ ਮਰ ਜਾਂਦਾ ਹੈ ਨਾ, ਠੀਕ ਹੈ ਜੀ। ਯਾਕ, ਹਿਰਨ, ਬਾਰਾਸਿੰਗਾ, ਚੀਤਾ, ਭਾਲੂ, ਜੰਗਲੀ ਭੇਡਾਂ ਆ, ਬੱਕਰੀਆਂ ਇੱਥੇ ਮਿਲਦੀਆਂ। ਆਹ ਦੇਖੋ ਹੁਣ ਆਹ ਬਰਫ਼ ਪਈ ਹੋਈ ਹੈ ਨਾ। ਹੁਣ ਇਹ ਤਾਂ ਹੈ ਪਹਾੜ, ਹੈ ਬਹੁਤ ਉੱਚੇ। ਦੇਖੋ ਇੱਥੇ ਇਸ ਜਗ੍ਹਾ ਦੇ ਉੱਤੇ, ਇਸ ਜਗ੍ਹਾ ਦੇ ਉੱਤੇ ਜਿੱਥੋਂ ਬਰਫ਼ ਪਿਘਲ ਗਈ ਆ ਉੱਥੇ ਕੋਈ ਹੈਗਾ, ਕੋਈ ਘਾਹ ਦਿਖਦਾ? ਕੁਛ ਨਹੀਂ ਦਿਖ ਰਿਹਾ ਸਾਨੂੰ। ਕਿਉਂ ਨਹੀਂ ਦਿਖ ਰਿਹਾ? ਕਿਉਂਕਿ ਇਹ ਉਹ ਖੇਤਰ ਆ ਜਿੱਥੋਂ ਬਰਫ਼ ਪਿਘਲੀ ਆ, ਅਤੇ ਥੋੜ੍ਹੇ ਚਿਰ ਬਾਅਦ ਫਿਰ ਇੱਥੇ ਬਰਫ਼ ਪੈ ਜਾਣੀ ਹੈ, ਅਤੇ ਇਸ ਕਰਕੇ ਘਾਹ ਪੌਦਾ ਇੱਥੇ ਕੁਛ ਵੀ ਨਹੀਂ ਹੁੰਦਾ, ਠੀਕ ਹੈ ਜੀ। ਹੁਣ ਅੱਗੇ ਆਪਾਂ ਗੱਲ ਕਰਨੀ ਆ ਪੰਜਾਬ ਦੀ ਕੁਦਰਤੀ ਬਨਸਪਤੀ ਦੇ ਖਿਚਾਤ। ਇਹ ਤਾਂ ਆਪਾਂ ਭਾਰਤ ਦੀ ਗੱਲ ਕੀਤੀ ਸੀ ਵੀ ਭਾਰਤ ਦੇ ਵਿੱਚ 5 ਤਰ੍ਹਾਂ ਦੀ ਕੁਦਰਤੀ ਬਨਸਪਤੀ ਮਿਲਦੀ ਹੈ, 5 ਤਰ੍ਹਾਂ ਦੇ ਜੰਗਲ ਮਿਲਦੇ ਹਨ। ਹੁਣ ਪੰਜਾਬ ਦੀ ਵੀ ਗੱਲ ਕਰਨੀ ਆ ਵੀ ਪੰਜਾਬ ਦੇ ਵਿੱਚ ਕੁਦਰਤੀ ਬਨਸਪਤੀ ਕਿਹੋ ਜਿਹੀ ਮਿਲਦੀ ਆ। ਸਭ ਤੋਂ ਪਹਿਲਾਂ ਆਪਾਂ ਦੇਖਣਾ ਵੀ ਮਿੱਟੀਆਂ ਕਿਹੋ ਜਿਹੀਆਂ ਮਿਲਦੀਆਂ, ਕਿਉਂਕਿ ਜਿਹੋ ਜਿਹੀ ਮਿੱਟੀ ਹੋਊਗੀ, ਜਿਹੋ ਜਿਹਾ ਤਾਪਮਾਨ ਹੋਊਗਾ, ਜਿਹੋ ਜਿਹੀ ਵਰਖਾ ਹੋਊਗੀ, ਉਸੇ ਹਿਸਾਬ ਦੇ ਨਾਲ ਆਪਾਂ ਪਹਿਲਾਂ ਤੱਤ ਪੜ੍ਹੇ ਆ ਨਾ ਵੀ ਕਿਹੜੇ ਤੱਤ ਜਿਹੜੇ ਕੁਦਰਤੀ ਬਨਸਪਤੀ ਨੂੰ ਤੈਅ ਕਰਦੇ ਆ,
ਉਹ ਸਾਨੂੰ ਪਤਾ ਹੋਣਗੇ ਸੂਰਜ ਦੀ ਰੋਸ਼ਨੀ ਕਿੰਨੀ ਪੈਂਦੀ ਹੈ, ਫਿਰ ਹੀ ਅਸੀਂ ਜਿਹੜਾ ਆ ਕਿਸੇ ਖੇਤਰ ਦੀ ਕੁਦਰਤੀ ਬਨਸਪਤੀ ਦੀ ਜਾਣਕਾਰੀ ਲੈ ਸਕਦੇ ਹਾਂ। ਪਹਿਲਾ ਜਲੋੜੀ ਦਰਿਆਈ ਮਿੱਟੀ, ਐਲੂਵੀਅਲ ਔਰ ਰਿਵਰ ਸੋਇਲ, ਰੇਤਲੀ ਮਿੱਟੀ, ਸੈਂਡੀ ਸੋਇਲ, ਚੀਕਨੀ ਮਿੱਟੀ, ਕਲੇ ਸੋਇਲ, दोमट मिट्टी, लोमी सॉयल, पहाड़ी मिट्टी, हिल सॉयल, सोडी या खारी मिट्टी यानी नमकीन मिट्टी, सोडिक ते सलाइन सॉयल, ये पंजाब च इस तरह की मिट्टी मिलती है। सो बच्चों ये पंजाब का नक्शा आ तो ये मिट्टियां के बारे दसिया होया। तो जी हरी आ देखो लूमी सॉयल है, लूमी सॉयल मतलब दोमट मिट्टी आ हरा ला जो कई तरह की दोमट के नाल होर भी आ जाती है। ठीक है जी। तो कले सॉयल जोड़ा है वो जो जिथे ज़्यादा डार्क एरिया है, देखो आ दोवें तरह का हरा, एक हरा है एक हरा है। ठीक है। तो जोड़ा आ वाला खेतर इत्थे सानू मिलती है चीकनी मिट्टी, चीकनी मिट्टी जी दरियावां के कंढियां के कोल मिलती है। ठीक है। फिर सैंडी सॉयल हैगी, आ वाला खेतर रेतीली मिट्टी है, ये पंजाब का एरिया है सारा बच्चों। आ देखो आ सतलुज दरिया आ ब्यास दरिया आ। ठीक है जी। आ थाडा रावी दरिया आ, यानी ये किहड़ा खेतर आ, ये साडा ब्यास तो लैके रावी का एरिया जिहड़ा हैगा ये साडे च रेतीली मिट्टी भी मिलती है। ठीक है जी। उस तो बाद साल्ट अफैक्टिड आ वाला खेतर आ, इत्थे कुछ नमकीन मिट्टी मिलती, खारी मिट्टी जिन्होंने कहने। तो ये पंजाब दे विच मिट्टियां वक्-वक् तरह ਦੀਆਂ ਜਿਹੜੀਆਂ ਸਾਨੂੰ ਮਿਲਦੀਆਂ, ਉਹਦੇ ਬਾਰੇ ਇਹ ਮੈਪ ਸੀਗਾ। ਆ ਡਿਟੇਲ ਦੇ ਵਿੱਚ ਇਹਨੂੰ ਫਿਰ ਉਹਨੂੰ ਚੀਜ਼ ਨੂੰ ਹਾਈਲਾਈਟ ਕੀਤਾ ਕਲਰ ਨੂੰ, ਤਾਂ ਕਿ ਕਿਉਂਕਿ ਉਹ ਛੋਟਾ ਸਾਨੂੰ ਪਤਾ ਨਹੀਂ ਲੱਗਦਾ ਸੀ ਨਾ ਵਿੱਚ। ਆ ਜਲੋੜੀ ਮਿੱਟੀ, ਫਲੱਡਡ ਮਿੱਟੀ ਜਿਹੜੀ ਨੀਲੇ ਰੰਗ ਦੀ ਆ, ਇਹਨੂੰ ਡਿਟੇਲ ਦੇ ਵਿੱਚ ਤੁਸੀਂ ਦੇਖ ਸਕਦੇ ਹੋ। ਹੁਣ ਅਗਲੀ ਗੱਲ ਜਿਹੜੀ ਆ ਵੀ ਪੰਜਾਬ ਦਾ ਕੁੱਲ ਖੇਤਰਫਲ ਜੋ ਜੰਗਲਾਂ ਹੇਠ ਆ, ਜੰਗਲਾਂ ਹੇਠ ਸਿਰਫ ਪੰਜਾਬ ਦਾ ਖੇਤਰਫਲ 6.7% ਆ, यानी बहुत ही थोड़ा इलाका आ। आम तौर पर यह मन्निया जाता है भी उस खेतर का वातावरण चंगा होगा जिथे तीजा हिस्सा जगह के उत्ते जंगल या पेड़ पौधे आ, यानी 33% जोड़ा होना चाहिए सीगा, पर साढ़े पंजाब दे विच सिर्फ 6.7% है, जो कि बहुत ही घट है। प्यारे बच्चों, हुण आपां पंजाब की कुदरती बनस्पति दीयां किस्मां दे बारे पढ़ांगे। इहदे विच देखो सब तो पहली किस्म बच्चों हैगी आ हिमालय प्रकार की सिल्ली शीत ऊष्ण बनस्पति, हिमालयन टाइप मॉइस्ट टैंपरेट वैजीटेशन, यानी ये वो बनस्पति है जो हिमालयी खेत्रों च मिलती है। तो पंजाब का भी एक कुछ खेत्र हैगा जिहदे विच ये बनस्पति मिलती है। देखो बच्चों आ मार्क किया है, ये पठानकोट का एरिया है। ठीक है बच्चों, ये पठानकोट के उपरली एरिए थले नहीं, जिहड़ा एरिया पहाड़ों के नाल लगता है उस एरिए दे विच मिलती है। तो की ये फीचर्स है, उचाई ते मिलती है तो ज़्यादा वर्खा, जिहड़े खेतर विच वर्खा ज़्यादा होंदी उत्थे मिलती है। चील, शैतूत, टाली, अंब, पहाड़ी किक्कर, ये कुछ खास दरख्त आ जिहड़े इस खेतर च मिलते हैं। सो बच्चों आ जिहड़ा साडा हुण दे पंजाब का नक्शा है। ठीक है। तो ये जोड़ा आपां हुण पढ़ते पे भी किस तरह की बनस्पति मिलती है। अगली किस्म की बनस्पति है उप ऊष्ण चील बनस्पति, सब ट्रॉपिकल पाइन वैजीटेशन। सो आ कुछ एरिया मार्क किया है बच्चों, ये पठानकोट का कुछ एरिया है, हुशियारपुर आ, तो इन्हां दी जिहड़ियां उपरलियां ढलानां आ, जिवें आपां पढ़िया सीगा शिवालिक दीयां पहाड़ियां जिहड़ियां वो हिमालय पर्वत के सब तो हेठले पासे हैगियां, तो उन्हां दे नाल लगदे जिहड़े इलाके हैगे बच्चों, उन्हां दे विच इस प्रकार की बनस्पति मिलती है। तो खैर, शैतूत, टाली, हल्की किस्म के चील के दरख्त। ठीक है। ये दरख्त जिहड़े आ इन्हां खेतरां दे विच मिलदे आ। अगली बनस्पति है उप ऊष्ण झाड़ीदार पहाड़ी बनस्पति, उप ऊष्ण झाड़ीदार पहाड़ी बनस्पति। तो बच्चों ऊष्ण शब्द याद रखियो, ऊष्ण का मतलब होंदा गर्म। ठीक है। सब ट्रॉपिकल स्क्रब हिल वैजीटेशन, ये पठानकोट के जोड़े बाकी इलाके बच जाते हैं। हुशियारपुर का जोड़ा इलाका आ, रूपनगर यानी रोपड़ का इलाका आ सारा एरिया मार्क किया हुआ है।
ਪੰਜਾਬ ਦੇ ਨਕਸ਼ੇ ਦੇ ਵਿੱਚ। ਅਤੇ ਇਹਦੇ 'ਚ ਇਹ ਸਾਰੀ ਬਨਸਪਤੀ ਮਿਲਦੀ ਆ। ਦੇਖੋ ਆਹ ਉੱਪਰਲਾ ਏਰੀਆ ਪਠਾਨਕੋਟ ਦਾ ਆ। ਪਠਾਨਕੋਟ ਤੋਂ ਬਾਅਦ ਥੱਲੇ ਤੁਹਾਡਾ ਆਹ ਹੁਸ਼ਿਆਰਪੁਰ ਦਾ ਏਰੀਆ ਇੰਨਾ ਹੈਗਾ, ਇੱਥੇ ਰੂਪਨਗਰ ਹੈਗਾ। ਠੀਕ ਹੈ, ਜਦੋਂ ਤੁਸੀਂ ਨਕਸ਼ੇ 'ਚ ਮਾਰਕ ਕਰਨਾ ਜਾਂ ਉੱਦਾਂ ਦੱਸਣਾ ਹੈ ਤਾਂ ਆਪਾਂ ਇਹ ਦੱਸ ਸਕਦੇ ਹਾਂ ਵੀ ਇਹ ਕਿਹੜੇ ਖੇਤਰਾਂ 'ਚ ਮਿਲਦੀ ਹੈ। ਸਬ ਟ੍ਰੋਪੀਕਲ ਸਕ੍ਰਬ ਹਿਲ ਵੈਜੀਟੇਸ਼ਨ, ਇਹ 'ਚ ਜ਼ਿਆਦਾਤਰ ਝਾੜੀਦਾਰ ਬਨਸਪਤੀ ਮਿਲਦੀ ਹੈ। ਖੈਰ, ਟਾਹਲੀ, ਨਿੰਮ, ਸ਼ਤੂ, ਧਰੇਕ, ਬਾਂਸ, ਸਿੰਬਲ, ਕਿੱਕਰ, ਅਮਲਤਾਸ ਦੇ ਦਰਖਤ ਇਹਨਾਂ 'ਚ ਖੇਤਰਾਂ 'ਚ ਮਿਲਦੇ ਆ। ਅਗਲੀ ਕਿਸਮ ਦੀ ਪੰਜਾਬ ਦੀ ਬਨਸਪਤੀ ਹੈ ਬੱਚਿਓ। ਯਾਦ ਰੱਖਿਓ, ਪੰਜਾਬ ਦੀ ਗੱਲ ਕਰਦੇ ਪਏ ਹਾਂ ਅਸੀਂ, ਭਾਰਤ ਦੀ ਗੱਲ ਪਹਿਲਾਂ ਕਰ ਚੁੱਕੇ ਹਾਂ। ਊਸ਼ਨ ਖੁਸ਼ਕ ਪਤਝੜੀ ਬਨਸਪਤੀ। ਠੀਕ ਹੈ, ਊਸ਼ਨ ਖੁਸ਼ਕ ਦਾ ਮਤਲਬ ਹੈ ਜਿਹੜੇ ਖੇਤਰਾਂ ਦੇ ਵਿੱਚ ਜ਼ਿਆਦਾ ਵਰਖਾ ਨਹੀਂ ਪੈਂਦੀ, ਉਹਨੂੰ ਆਪਾਂ ਖੁਸ਼ਕ ਕਹਿ ਦਿੰਦੇ ਹਾਂ। ਠੀਕ ਹੈ, ਪਤਝੜੀ ਜਿਨ੍ਹਾਂ ਦੇ ਪੱਤੇ ਛੇਤੀ ਝੜਦੇ ਆ, ਉਹਦੀ ਗੱਲ ਕਰਦੇ ਆ ਇਹਦੇ ਵਿੱਚ। ਇਹ ਕੀ ਆ, ਗਰਮ ਅਤੇ ਖੁਸ਼ਕ ਇਲਾਕਿਆਂ 'ਚ ਮਿਲਦੀ ਹੈ। ਇਹਨਾਂ ਦੇ ਹੋਰ ਵੀ ਕੁਛ ਨਾਂ ਹੈਗੇ, ਜਿਵੇਂ ਝੰਗੀ, ਬੀੜ, ਚਿੜੀ। ਠੀਕ ਹੈ, ਛੱਤ ਬੀੜ, ਬੀੜ ਬਸੋ, ਬੀੜ ਮੋਤੀ ਬਾਗ, ਬੀੜ ਭੁੰਨਰ ਹੇੜੀ, ਇਹ ਕੁਛ ਐਸੇ ਏਰੀਏ ਆ ਜਿਨ੍ਹਾਂ ਦੇ ਵਿੱਚ ਇਸ ਤਰ੍ਹਾਂ ਦੀ ਬਨਸਪਤੀ ਮਿਲਦੀ ਹੈ। ਹੁਣ ਛੱਤ ਬੀੜ ਜਿਹੜਾ ਚੰਡੀਗੜ੍ਹ ਦੇ ਕੋਲ, ਅਕਸਰ ਲੋਕ ਜਿਹੜੇ ਉੱਥੇ ਘੁੰਮਣ ਜਾਂਦੇ ਆ, ਤਾਂ ਇੱਥੇ ਬਹੁਤ ਸਾਰੇ ਦਰਖਤ ਆ। ਇਹ ਦਰਖਤ ਜਿਹੜੇ ਹੈਗੇ ਊਸ਼ਨ ਖੁਸ਼ਕ ਪਤਝੜੀ ਬਨਸਪਤੀ ਦੇ ਵਿੱਚ ਆਉਂਦੇ ਆ ਬੱਚਿਓ। ਤਾਂ ਇਹਦੇ ਵਿੱਚ ਕੀ ਆ, ਟਾਹਲੀ, ਨਿੰਮ, ਸਫੇਦਾ, ਨਿੰਬੂ, ਪਾਪੂਲਰ ਵਰਗੇ ਜਿਹੜੇ ਦਰਖਤ ਇਹਦੇ ਵਿੱਚ ਮਿਲਦੇ ਆ। ਉਸ ਤੋਂ ਅੱਗੇ ਬਨਸਪਤੀ ਹੈਗੀ ਆ ਊਸ਼ਨ ਕੰਢੇਦਾਰ ਬਨਸਪਤੀ, ਟ੍ਰੋਪੀਕਲ ਥੋਰਨੀ ਵੈਜੀਟੇਸ਼ਨ। ਤਾਂ ਤੁਸੀਂ ਇਹ ਦੇਖ ਲਓ, ਇਹ ਉਹ ਏਰੀਆ ਆ ਜਿਹੜਾ ਰਾਜਸਥਾਨ ਦੇ ਨਾਲ ਲੱਗਦਾ ਆ। ਮਾਨਸਾ, ਬਠਿੰਡਾ, ਫਾਜ਼ਿਲਕਾ, ਫਿਰੋਜ਼ਪੁਰ, ਫਰੀਦਕੋਟ, ਆਹ ਸਾਰਾ ਏਰੀਆ ਜਿਹੜਾ ਮਾਰਕ ਕੀਤਾ ਹੋਇਆ ਆ, ਆਹ ਵਾਲਾ ਸਾਰਾ ਏਰੀਆ, ਇਹ ਬਠਿੰਡਾ, ਮਾਨਸਾ, ਫਰੀਦਕੋਟ, ਫਿਰੋਜ਼ਪੁਰ ਵਾਲਾ ਇਲਾਕਾ ਹੈ। ਇੱਥੇ ਕੰਢੇਦਾਰ ਬਨਸਪਤੀ ਮਿਲਦੀ ਆ। ਕੰਢੇਦਾਰ ਝਾੜੀਆਂ, ਕੈਕਟਸ, ਟਾਹਲੀ, ਕਿੱਕਰ, ਜੰਡ ਵਰਗੇ ਦਰਖਤ ਜਿਹੜੇ ਇੱਥੇ ਮਿਲਦੇ ਆ। ਠੀਕ ਹੈ ਬੱਚਿਓ, ਤਾਂ ਇਹ ਪੰਜਾਬ ਦੀ ਬਨਸਪਤੀ ਸੀਗੀ। ਪੰਜਾਬ 'ਚ ਕਿਸ ਤਰ੍ਹਾਂ ਦੀ ਬਨਸਪਤੀ ਮਿਲਦੀ ਹੈ ਉਹਦੀ ਗੱਲ ਆਪਾਂ ਕੀਤੀ ਇਹਦੇ ਵਿੱਚ। ਹੁਣ ਅਗਲੀ ਜਿਹੜੀ ਆਪਾਂ ਗੱਲ ਕਰਨੀ ਆ ਉਹ ਬੱਚਿਓ ਇਹ ਆ ਵੀ ਕੁਦਰਤੀ ਬਨਸਪਤੀ ਕੀ ਆ ਅਤੇ ਉਹਦਾ ਸਾਨੂੰ ਕੀ ਫਾਇਦਾ ਆ। ਠੀਕ ਹੈ, ਇਹ ਤਾਂ ਆਪਾਂ ਪੜ੍ਹ ਲਿਆ ਵੀ ਕੁਦਰਤੀ ਬਨਸਪਤੀ ਕੀ ਆ। ਅੱਗੇ ਦੇਖੋ ਲਿਖਿਆ, ਮਨੁੱਖੀ ਸਮਾਜ ਦੇ ਫੇਫੜੇ ਆਪਾਂ ਸਮਝਦੇ ਨਾ, ਸਾਡੇ ਸਰੀਰ 'ਚ 2 ਫੇਫੜੇ ਆ ਜਿਹੜੇ ਸਾਨੂੰ ਸਾਹ ਲੈਣ ਦੇ ਵਿੱਚ ਮਦਦ ਕਰਦੇ ਆ। ਸੋ ਜਿਹੜੀ ਸਾਡੀ ਕੁਦਰਤੀ ਬਨਸਪਤੀ ਆ ਉਹ ਸਾਡੇ ਲਈ ਸਾਹ ਪ੍ਰਦਾਨ ਕਰਦੀ ਆ। ਤਾਂ ਇਸ ਕਰਕੇ ਕੁਦਰਤੀ ਬਨਸਪਤੀ ਦੀ ਬਹੁਤ ਅਹਿਮ ਭੂਮਿਕਾ ਹੈ ਸਾਡੇ ਜੀਵਨ ਦੇ ਵਿੱਚ। ਇਹ ਕਿਸੇ ਦੇਸ਼ ਦੀ ਆਰਥਿਕਤਾ ਨੂੰ ਵੀ ਮਜ਼ਬੂਤ ਕਰਦੀ ਆ। ਤਾਂ ਆਪਾਂ ਪਹਿਲਾਂ ਪੜ੍ਹਿਆ ਸੀਗਾ ਵੀ ਕਿਸੇ ਵੀ ਦੇਸ਼ ਦੇ ਵਿੱਚ ਘੱਟੋ ਘੱਟ 33% ਹਿੱਸਾ ਜਿਹੜਾ ਜੰਗਲਾਂ ਜਾਂ ਕੁਦਰਤੀ ਬਨਸਪਤੀ ਦਾ ਹੋਣਾ ਚਾਹੀਦਾ ਆ। ਪਰ ਆਪਾਂ ਪੜ੍ਹ ਚੁੱਕੇ ਹਾਂ ਵੀ ਪੰਜਾਬ ਦੇ ਵਿੱਚ ਇਹਦੀ ਸਥਿਤੀ ਬਹੁਤ ਮਾੜੀ ਆ। ਠੀਕ ਹੈ, 2017 'ਚ ਰਿਪੋਰਟ ਆਈ ਸੀ, ਉਸ 'ਚ ਦੇਖੋ ਲਿਖਿਆ 66 ਵਰਗ ਕਿਲੋਮੀਟਰ ਏਰੀਆ ਹੀ ਸਿਰਫ ਜਿਹੜਾ ਆ ਜੰਗਲੀ ਵਧਿਆ, ਯਾਨੀ ਜਿੱਥੇ ਪੇੜ ਲੱਗੇ ਉਹ ਵਧਿਆ ਆ। ਠੀਕ ਹੈ, ਅਤੇ ਕੁੱਲ 1837 ਵਰਗ ਕਿਲੋਮੀਟਰ ਏਰੀਆ ਜੰਗਲਾਂ ਹੇਠ ਆ, ਜਿਨ੍ਹਾਂ 'ਚੋਂ 1385 ਵਰਗ ਕਿਲੋਮੀਟਰ ਸਰਕਾਰੀ ਜੰਗਲਾਂ ਹੇਠ ਆ, ਯਾਨੀ ਸਰਕਾਰ ਦੇ ਅੰਡਰ ਆ, ਅਤੇ 1673 ਵਰਗ ਕਿਲੋਮੀਟਰ ਪ੍ਰਾਈਵੇਟ ਹੈ, ਯਾਨੀ ਲੋਕਾਂ ਦੀ ਆਪਣੀ ਪਰਸਨਲ ਪ੍ਰੋਪਰਟੀ ਆ, ਲੋਕਾਂ ਦੇ ਖੇਤਰ ਦੇ ਵਿੱਚ ਆਉਂਦੀ ਹੈ। ਤਾਂ ਜੰਗਲ ਹੇਠ ਰਕਬੇ ਵਿੱਚ ਹੁਸ਼ਿਆਰਪੁਰ ਦੇ ਵਿੱਚ ਸਭ ਤੋਂ ਜ਼ਿਆਦਾ ਜੰਗਲ ਆ। ਜੇਕਰ ਇਹ ਪੁੱਛਿਆ ਜਾਵੇ ਤੁਹਾਨੂੰ ਵੀ ਪੰਜਾਬ ਵਿੱਚ ਕਿਹੜਾ ਖੇਤਰ ਆ ਜਿਹਦੇ ਵਿੱਚ ਸਭ ਤੋਂ ਜ਼ਿਆਦਾ ਜੰਗਲ ਆ, ਤਾਂ ਉਹ ਹੁਸ਼ਿਆਰਪੁਰ ਆ। 20.45% ਏਰੀਆ ਜਿਹੜਾ ਜੰਗਲੀ ਆ, ਯਾਨੀ ਇੱਥੇ ਦਰਖਤ ਹੈਗੇ ਆ। ਦੂਜੇ ਨੰਬਰ 'ਤੇ ਆ ਰੂਪਨਗਰ 19.17 ਦੇ ਵਿੱਚ, ਅਤੇ ਸਭ ਤੋਂ ਘੱਟ ਬੱਚਿਓ 1.26% ਹੈਗਾ ਮਾਨਸਾ, ਯਾਨੀ ਮਾਨਸੇ ਦੇ ਵਿੱਚ ਨਾ ਮਾਤਰ ਹੀ ਜੰਗਲ ਆ। ਅਤੇ ਇੱਕ ਗੱਲ ਹੋਰ ਵੀ ਵਿੱਚ ਆ ਜਾਂਦੀ ਆ ਕਿ ਵੀ ਇੱਕ ਜੰਗਲਾਤ ਵਿਭਾਗ ਆ ਜਿਹਦੇ ਵਿੱਚ 6500 ਦੇ ਕਰੀਬ ਲੋਕ ਕੰਮ ਕਰਦੇ ਪਏ ਆ। ਸਰਕਾਰੀ ਵਿਭਾਗ ਆ ਜਿਹੜਾ ਜੰਗਲ ਨੂੰ ਵਧਾਉਣ ਦੇ ਵਿੱਚ ਕੰਮ ਕਰਦਾ ਹੈ, ਦਰਖਤਾਂ ਨੂੰ ਬਚਾਉਣ ਦੇ ਲਈ ਕੰਮ ਕਰਦਾ ਹੈ। ਤੁਸੀਂ ਦੇਖਿਆ ਹੋਣਾ ਬੱਚਿਓ, ਸੜਕਾਂ ਦੇ ਕਿਨਾਰੇ ਦਰਖਤ ਲੱਗੇ ਹੋਏ ਆ, ਉਹਨਾਂ ਦਰਖਤਾਂ 'ਤੇ ਕੁਛ ਨੰਬਰ ਵੀ ਲਿਖੇ ਹੋਏ ਆ। ਉਹ ਸਰਕਾਰੀ ਦਰਖਤ ਹੈ, ਉਹਨਾਂ ਨੂੰ ਕੋਈ ਵੱਢ ਨਹੀਂ ਸਕਦਾ, ਜੇ ਕੋਈ ਵੱਢਦਾ ਤਾਂ ਉਹਨੂੰ ਸਜ਼ਾ ਹੋ ਸਕਦੀ ਆ। ਤਾਂ ਜੰਗਲਾਤ ਵਿਭਾਗ ਇੱਕ ਐਸਾ ਵਿਭਾਗ ਹੈ ਜਿਹੜਾ ਇਸ ਖੇਤਰ ਦੇ ਵਿੱਚ ਕੰਮ ਕਰ ਰਿਹਾ ਆ, ਲੋਕਾਂ ਨੂੰ ਜਾਗਰੂਕ ਕਰ ਰਿਹਾ ਆ। ਠੀਕ ਹੈ, ਤਾਂ ਕਿ ਜਿਹੜੇ ਆ ਵੱਧ ਤੋਂ ਵੱਧ ਜਿਹੜਾ ਪੇੜ ਲਾਏ ਜਾ ਸਕਣ, ਉਹਨਾਂ ਦੀ ਸੰਭਾਲ ਕੀਤੀ ਜਾ ਸਕੇ।
ਐਸੀ ਗੱਲ ਨਹੀਂ ਹੈਗੀ, ਪੇੜ ਤਾਂ ਬਹੁਤ ਲੱਗਦੇ ਆ, ਬਹੁਤ ਜ਼ਿਆਦਾ ਲਾਏ ਜਾ ਰਹੇ ਆ, ਪਰ ਉਹਦੀ ਸੰਭਾਲ ਨਹੀਂ ਹੋ ਪਾ ਰਹੀ, ਉਹਨੂੰ ਪਾਣੀ ਨਹੀਂ ਮਿਲ ਰਿਹਾ। ਜਦ ਤੱਕ ਪੇੜ 1 ਸਾਲ ਜਾਂ 2 ਸਾਲ ਤੱਕ ਆਪਾਂ ਪਾਣੀ ਨਹੀਂ ਦਿੰਦੇ ਉਹਨੂੰ ਸਹੀ ਤਰ੍ਹਾਂ ਜਾਨਵਰਾਂ ਤੋਂ, ਕਿਉਂਕਿ ਜਾਨਵਰ ਜਦੋਂ ਘਾਹ ਖਾਂਦੇ ਨਾਲ ਪੇੜ ਵੀ ਉੱਤੋਂ ਖਾ ਲੈਂਦੇ ਅਤੇ ਪੇੜ ਉਹ ਜਿਹੜਾ ਸੁੱਕ ਜਾਂਦਾ ਆ। ਅਤੇ ਜੇਕਰ ਅਸੀਂ ਉਹਦੀ 1 ਸਾਲ 2 ਸਾਲ ਸੰਭਾਲ ਅਸੀਂ ਕਰਾਂਗੇ, ਖਿਆਲ ਰੱਖਾਂਗੇ, ਤਾਂ ਉਹ ਜਿਹੜਾ ਆ ਇੱਕ ਹੱਦ ਤੋਂ ਜਦੋਂ ਉੱਪਰ ਵੱਧ ਜਾਂਦਾ ਫਿਰ ਆਪਣੇ ਆਪ ਹੀ ਗਰੋ ਕਰਦਾ, ਫਿਰ ਆਪਣੇ ਆਪ ਹੀ ਵੱਧਦਾ ਜਾਂਦਾ। ਸੋ ਇਸ ਕਰਕੇ ਸਾਡੇ ਜਾਗਰੂਕ ਹੋਣ ਦੀ ਵੀ ਲੋੜ ਹੈ, ਇਕੱਲੀ ਸਰਕਾਰ ਦੇ ਕੀਤੇ 'ਤੇ ਕੁਛ ਨਹੀਂ ਹੋਣਾ। ਠੀਕ ਹੈ ਬੱਚਿਓ, ਤਾਂ ਇਹ ਆ ਕੁਦਰਤੀ ਬਨਸਪਤੀ ਜਿਹਨੂੰ ਸਮਾਜ ਦੇ ਫੇਫੜੇ ਕਿਹਾ ਜਾਂਦਾ ਆ। ਹੁਣ ਅਗਲੀ ਗੱਲ ਹੈ ਵੀ ਜੰਗਲਾਂ ਦਾ ਕੀ ਮਹੱਤਵ ਆ। ਕੁਛ ਪੁਆਇੰਟ ਇਹਦੇ ਵਿੱਚੋਂ ਇੰਪੋਰਟੈਂਟ ਹੈ। ਅਕਸਰ ਕੁਐਸਚਨ ਆ ਜਾਂਦਾ 1 ਨੰਬਰ ਦਾ, 2 ਨੰਬਰ ਦਾ, 3 ਨੰਬਰ ਦਾ ਜਾਂ 5 ਨੰਬਰ ਦਾ। ਤਾਂ ਸਭ ਤੋਂ ਪਹਿਲਾ ਪੁਆਇੰਟ ਹੈ ਵੀ ਸਾਨੂੰ ਲੱਕੜ ਪ੍ਰਦਾਨ ਕਰਦੇ ਆ, ਬਹੁਤ ਤਰ੍ਹਾਂ ਦੀ ਲੱਕੜ, ਕੀਮਤੀ ਲੱਕੜ, ਕਈ ਤਰ੍ਹਾਂ ਦੀ ਲੱਕੜ ਸਾਨੂੰ ਮਿਲਦੀ ਆ। ਅਸੀਂ ਘਰਾਂ ਦੇ ਦਰਵਾਜ਼ੇ, ਬੈਂਚ, ਕਈ ਚੀਜ਼ਾਂ ਅਸੀਂ ਇਹਦੀਆਂ ਬਣਾਉਂਦੇ ਹਾਂ। ਵਰਖਾ ਲਿਆਉਣ ਲਈ ਸਹਾਇਕ ਆ। ਤਾਂ ਇਹ ਵੀ ਇੱਕ ਬਹੁਤ ਇੰਪੋਰਟੈਂਟ ਪੁਆਇੰਟ ਆ ਵੀ ਜੰਗਲ ਜਿਹੜੇ ਵਰਖਾ ਲਿਆਉਣ ਦੇ ਲਈ ਵੀ ਸਹਾਇਕ ਆ, ਕਿਉਂਕਿ ਜਿਸ ਖੇਤਰ ਦੇ ਵਿੱਚ ਜੰਗਲ ਹੁੰਦੇ ਉਸ ਖੇਤਰ ਦੇ ਵਿੱਚ ਨਮੀ ਜ਼ਿਆਦਾ ਹੁੰਦੀ, ਠੰਡਕ ਜ਼ਿਆਦਾ ਹੁੰਦੀ ਹੈ। ਠੀਕ ਹੈ। ਫਿਰ ਭੂਮੀ ਦੇ ਖੁਰਨ ਨੂੰ ਅਤੇ ਹੜ੍ਹਾਂ ਤੋਂ ਕੰਟਰੋਲ ਕਰਦੇ ਆ। ਜਦੋਂ ਦਰਿਆਵਾਂ ਦੇ ਵਿੱਚ ਜਾਂ ਬਰਸਾਤਾਂ ਵਾਲੇ ਮੌਸਮ 'ਚ ਪਾਣੀ ਵੱਧ ਆ ਜਾਂਦਾ ਆ, ਬਰਸਾਤ ਦਾ ਪਾਣੀ ਆ ਜਾਂਦਾ, ਮਿੱਟੀ ਨੂੰ ਰੋੜਦਾ ਆ। ਜੇਕਰ ਦਰਖਤ ਲੱਗੇ ਹੋਣਗੇ, ਘਾਹ ਲੱਗਾ ਹੋਊਗਾ, ਝਾੜੀਆਂ ਲੱਗੀਆਂ ਹੋਣਗੀਆਂ ਤਾਂ ਮਿੱਟੀ ਨੂੰ ਰੋੜਨ ਨਹੀਂ ਦਿੰਦਾ ਅਤੇ ਦਰਿਆਵਾਂ ਦੇ ਕੰਢਿਆਂ ਨੂੰ ਟੁੱਟਣ ਨਹੀਂ ਦਿੰਦਾ। ਅਤੇ ਇਸ ਤਰ੍ਹਾਂ ਹੜ੍ਹਾਂ ਤੋਂ ਜਿਹੜਾ ਆ ਪਿੰਡਾਂ ਦਾ, ਲੋਕਾਂ ਦਾ ਬਚਾਅ ਕਰਦਾ ਹੈ। ਹਵਾ ਦਾ ਤਾਪਮਾਨ ਠੰਡਾ ਰੱਖਦੇ ਆ। ਕਦੇ ਵੀ ਤੁਸੀਂ ਦੇਖ ਲਿਓ ਜਿਸ ਖੇਤਰ ਵਿੱਚ ਵੱਧ ਰੁੱਖ ਲੱਗੇ ਹੋਏ ਆ, ਜੇਕਰ ਤੁਸੀਂ ਦੂਜੇ ਕਿਸੇ ਖੇਤਰ 'ਚੋਂ ਆ ਰਹੇ ਜਿੱਥੇ ਰੁੱਖ ਨਹੀਂ ਹੈਗੇ, ਉੱਥੇ ਜਦੋਂ ਪਹੁੰਚੋਗੇ ਤੁਹਾਨੂੰ ਠੰਡਕ ਦਾ ਮਹਿਸੂਸ ਹੋਊ। ਉਹ ਕੁਦਰਤੀ ਠੰਡਕ ਦਿੰਦੇ ਆ ਤੁਹਾਨੂੰ, ਉਹ ਏਰੀਆ ਨੂੰ ਠੰਡਾ ਰੱਖਦੇ ਆ। ਫਿਰ ਕਾਰਬਨ ਡਾਈਆਕਸਾਈਡ ਗੈਸ ਨੂੰ ਖਿੱਚਦੇ ਆ ਅਤੇ ਆਕਸੀਜਨ ਛੱਡਦੇ ਆ। ਇਹ ਸਭ ਤੋਂ ਮਹੱਤਵਪੂਰਨ ਕੰਮ ਹੈ, ਬੜੀ ਵਾਰੀ ਸਾਇੰਸ 'ਚ ਆਪਾਂ ਪੜ੍ਹਿਆ। ਧਰਤੀ ਹੇਠਲੇ ਪਾਣੀ ਦਾ ਪੱਧਰ ਵੀ ਉੱਚਾ ਬਣਾਈ ਰੱਖਦੇ ਆ ਅਤੇ ਜੰਗਲਾਂ ਦੇ ਵਿੱਚੋਂ ਸਾਨੂੰ ਜੜੀਆਂ ਬੂਟੀਆਂ ਅਤੇ ਦਵਾਈਆਂ ਵਾਸਤੇ ਜਿਹੜਾ ਆ ਸਮਾਨ ਮਿਲਦਾ ਆ। ਕਈ ਚੀਜ਼ਾਂ ਜਿਹੜੀਆਂ ਆ ਉਹਨਾਂ ਤੋਂ, ਜਿਵੇਂ ਅੰਬਾਂ ਦੀ ਗੁਠਲੀ, ਉਹਦੇ ਤੋਂ ਵੀ ਦਵਾਈ ਬਣਦੀ ਆ, ਔਲੇ ਤੋਂ ਦਵਾਈ ਬਣਦੀ ਹੈ ਨਾ। ਤਾਂ ਬਹੁਤ ਸਾਰੇ ਐਸੇ ਪੇੜ ਪੌਦੇ ਜਿਨ੍ਹਾਂ ਤੋਂ ਦਵਾਈਆਂ ਬਣਦੀਆਂ। ਤਾਂ ਜੰਗਲਾਂ ਦਾ ਸਾਡੇ ਜੀਵਨ ਦੇ ਵਿੱਚ ਬੱਚਿਓ ਬਹੁਤ ਮਹੱਤਵ ਆ। ਅੱਗੇ ਜੰਗਲਾਂ ਦੀ ਸਾਂਭ ਸੰਭਾਲ। ਜੰਗਲਾਂ ਦੀ ਸਾਂਭ ਸੰਭਾਲ ਉਹੀ ਚੀਜ਼ ਹੈ ਜਿਵੇਂ ਆਪਾਂ ਇੱਕ ਰੁੱਖ ਦੀ ਸੰਭਾਲ ਕਰ ਸਕਦੇ ਹਾਂ। ਠੀਕ ਹੈ। ਆਪਾਂ ਨੂੰ ਲੱਕੜ ਜਿਹੜੀ ਆ ਉਹ ਦੀ ਵਰਤੋਂ ਘੱਟ ਕਰਨੀ ਚਾਹੀਦੀ ਹੈ। ਅੱਜ ਕੱਲ੍ਹ ਲੱਕੜ ਦੇ ਬਦਲ ਬੜੇ ਆ ਗਏ ਆ, ਉਹਦੀ ਥਾਂ 'ਤੇ ਆਪਾਂ ਕੋਈ ਹੋਰ ਚੀਜ਼ ਵਰਤ ਸਕਦੇ ਹਾਂ। ਘਰਾਂ ਦੇ ਦਰਵਾਜ਼ੇ ਆਪਾਂ ਲੱਕੜ ਦੀ ਲਾਉਣ ਦੀ ਬਜਾਏ ਐਲੂਮੀਨੀਅਮ ਦੇ ਲਾ ਸਕਦੇ ਹਾਂ, ਲੋਹੇ ਦੇ ਲਾ ਸਕਦੇ ਹਾਂ। ਅਤੇ ਸਿੰਥੈਟਿਕ ਜਿਹੜੀਆਂ ਪਲਾਸਟਿਕ ਦੀਆਂ ਸ਼ੀਟਾਂ ਐਸੀਆਂ ਆ ਗਈਆਂ ਜਿਹਦੀਆਂ ਬਹੁਤ ਵਧੀਆ ਕਿਸਮ ਦੀਆਂ, ਜਿਹਦੇ ਨਾਲ ਆਪਾਂ ਦਰਵਾਜ਼ੇ ਖਿੜਕੀਆਂ ਲਾ ਸਕਦੇ ਹਾਂ ਨਾ। ਟੇਬਲ ਕੁਰਸੀਆਂ ਵੀ ਇਸ ਚੀਜ਼ ਦੀਆਂ ਯੂਜ਼, ਅਸੀਂ ਘੱਟ ਤੋਂ ਘੱਟ ਲੱਕੜ ਦੀ ਵਰਤੋਂ ਕਰਨ ਦੀ ਆਪਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਬੱਚਿਓ। ਫਿਰ ਜੰਗਲ ਜਿਹੜੇ ਕੱਟੇ ਜਾ ਰਹੇ ਆ, ਕਾਹਦੇ ਲਈ ਕੱਟੇ ਜਾ ਰਹੇ ਆ? ਲੋਕ ਕੀ ਕਰਦੇ ਆ, ਉੱਥੇ ਘਰ ਬਣਾਉਣ ਵਾਸਤੇ, ਕਲੋਨੀਆਂ ਬਣਾਉਣ ਵਾਸਤੇ ਕੱਟ ਰਹੇ ਆ, ਜਾਂ ਖੇਤੀ ਵਾਸਤੇ ਜ਼ਮੀਨ ਬਣਾ ਰਹੇ ਆ। ਤਾਂ ਇਸ ਨੂੰ ਵੀ ਰੋਕਿਆ ਜਾਣਾ ਚਾਹੀਦਾ ਹੈ। ਠੀਕ। ਕਈ ਵਾਰੀ ਕੀ ਹੁੰਦਾ ਆ, ਹੁਣ ਗਰਮੀਆਂ ਦੇ ਮੌਸਮ ਦੇ ਵਿੱਚ ਰੁੱਖਾਂ ਦੇ ਪੱਤੇ ਵੀ ਡਿੱਗਦੇ ਆ ਥੱਲੇ, ਅਤੇ ਇਨਸਾਨੀ ਗਲਤੀਆਂ ਕਾਰਨ ਜਾਂ ਸ਼ਾਰਟ ਸਰਕਟ ਦੇ ਕਾਰਨ ਅੱਗ ਲੱਗ ਜਾਂਦੀ ਆ। ਫਿਰ ਉਹ ਅੱਗ ਸਾਰੇ ਜੰਗਲ ਨੂੰ ਸਾੜ ਦਿੰਦੀ ਹੈ। ਠੀਕ ਹੈ। ਪਿੱਛੇ ਆਪਾਂ ਪੜ੍ਹਿਆ ਸੀ ਆਸਟ੍ਰੇਲੀਆ ਦੇ ਵਿੱਚ, ਅਮੈਰੀਕਾ 'ਚ ਅੱਗ ਲੱਗ ਗਈ ਅਤੇ ਉਹ ਕਿੰਨੇ ਹੀ ਏਰੀਏ ਦੇ ਵਿੱਚ ਕਿੰਨੇ ਕਿਲੋਮੀਟਰਾਂ ਵਿੱਚ ਸਾਰੇ ਦਰੱਖਤ ਜਿਹੜੇ ਆ ਸੜ ਗਏ। ਉੱਥੇ ਜਿਹੜੇ ਜਾਨਵਰ ਰਹਿੰਦੇ ਸੀ ਉਹਨਾਂ ਦਾ ਵੀ ਬਹੁਤ ਨੁਕਸਾਨ ਹੋਇਆ। ਤਾਂ ਇਹਨਾਂ ਨੂੰ ਸਾਂਭ ਸੰਭਾਲ ਦੇ ਲਈ ਸਾਨੂੰ ਖਿਆਲ ਰੱਖਣਾ ਪੈਣਾ, ਪੌਦਿਆਂ ਨੂੰ ਲਾ ਕੇ ਉਹਨੂੰ ਸੰਭਾਲਣਾ ਪੈਣਾ ਆ। ਬੰਜਰ ਜ਼ਮੀਨ ਜਿਹੜੀ ਆ ਉਹਨੂੰ ਖੇਤੀਯੋਗ ਬਣਾਉਣੀ ਪੈਣੀ ਆ। ਜੇ ਨਹੀਂ ਹੈਗੀ ਖੇਤੀਯੋਗ ਤਾਂ ਉੱਥੇ ਆਪਾਂ ਪੌਦੇ ਲਾ ਸਕਦੇ ਹਾਂ। ਠੀਕ ਹੈ। ਜਿਹੜੀ ਸਰਕਾਰੀ ਜ਼ਮੀਨ ਹੈ ਜਾਂ ਸੜਕਾਂ ਦੇ ਕਿਨਾਰੇ ਆਪਾਂ ਪੇੜ ਲਾ ਸਕਦੇ ਹਾਂ ਨਾ। ਤਾਂ ਲੋਕਾਂ ਨੂੰ ਜਾਗਰੂਕ ਕਰ ਸਕਦੇ ਹਾਂ। ਸਰਕਾਰ ਨੂੰ ਵੀ ਚਾਹੀਦਾ ਵੀ ਸਖਤ ਕਾਨੂੰਨ ਬਣਾਏ ਜਾਣ, ਲੋਕਾਂ ਨੂੰ ਜਿਹੜੇ ਇਸ ਤਰ੍ਹਾਂ ਗਲਤ ਕੰਮ ਕਰਦੇ, ਗੈਰ ਕਾਨੂੰਨੀ ਢੰਗ ਦੇ ਨਾਲ ਲੱਕੜਾਂ ਨੂੰ ਜਾਂ ਰੁੱਖਾਂ ਨੂੰ ਕੱਟਦੇ, ਉਹਨਾਂ ਨੂੰ ਸਜ਼ਾ ਦੇਣੀ ਚਾਹੀਦੀ ਹੈ। ਤਾਂ ਹੀ ਜਿਹੜਾ ਆਪਾਂ ਜੰਗਲਾਂ ਦੀ ਸਾਂਭ ਸੰਭਾਲ ਕਰ ਸਕਦੇ ਹਾਂ। ਹੁਣ ਅਗਲਾ ਜਿਹੜਾ ਪੋਰਸ਼ਨ ਹੈਗਾ ਸਾਡੇ ਇਸ ਪਾਠ ਦਾ, ਉਹ ਹੈ ਜੰਗਲੀ ਜੀਵਨ। ਹੁਣ ਬੱਚੇ ਜੰਗਲੀ ਜੀਵਨ ਕੀ ਆ? ਪਰਿਭਾਸ਼ਾ ਦਿੱਤੀ ਹੋਈ ਹੈ, ਕੁਦਰਤੀ ਜਗ੍ਹਾ, ਜਿਹੜੀ ਕੁਦਰਤੀ ਜਗ੍ਹਾ ਜਿਹੜਾ ਕੁਦਰਤ ਨੇ ਬਣਾਈਆਂ, ਜਿਵੇਂ ਗੁਫਾਵਾਂ ਆ ਜਾਂ ਇਸ ਤਰ੍ਹਾਂ ਦੇ ਵੱਡੇ ਵੱਡੇ ਦਰੱਖਤ ਹੈਗੇ ਆ। ਜੰਗਲਾਂ 'ਚ ਰਹਿ ਰਹੇ ਜਾਨਵਰਾਂ, ਪੰਛੀਆਂ ਅਤੇ ਕੀੜੇ ਮਕੌੜਿਆਂ ਨੂੰ ਜੰਗਲੀ ਜੀਵਨ ਕਿਹਾ ਜਾਂਦਾ ਹੈ। ਯਾਨੀ ਕੁਦਰਤੀ ਜਗ੍ਹਾ ਜਾਂ ਜੰਗਲਾਂ ਵਿੱਚ ਰਹਿਣ ਵਾਲੇ
ਭਾਵੇਂ ਜਾਨਵਰ ਆ, ਭਾਵੇਂ ਪੰਛੀ ਆ, ਭਾਵੇਂ ਕੀੜੇ ਮਕੌੜੇ ਆ, ਭਾਵੇਂ ਮੱਛਲੀਆਂ ਆ, ਉਹ ਸਾਰਿਆਂ ਨੂੰ ਆਪਾਂ ਜੰਗਲੀ ਜੀਵਨ ਦੇ ਖੇਤਰ ਦੇ ਵਿੱਚ ਲੈਂਦੇ। ਇਹ ਬੱਚਿਓ ਉਹਦੀ ਪਰਿਭਾਸ਼ਾ ਆ। ਹੁਣ ਕੀ ਆ, ਜਾਨਵਰਾਂ ਦੀਆਂ ਤਕਰੀਬਨ 99,000 ਕਿਸਮ ਦੀਆਂ ਪ੍ਰਜਾਤੀਆਂ ਸਾਡੇ ਦੇਸ਼ 'ਚ ਮਿਲਦੀਆਂ। ਠੀਕ ਹੈ, 99,000, 1 ਘੱਟ 90 ਯਾਦ ਰੱਖਿਆ ਜਾ ਸਕਦਾ, 89,000। ਹੁਣ ਇਹ ਸੰਸਾਰ ਦਾ 6.5% ਆ, ਯਾਨੀ ਸੰਸਾਰ 'ਚ ਤੁਸੀਂ ਆਪ ਹਿਸਾਬ ਲਾ ਲਓ ਕਿੰਨੇ ਕਿਸਮ ਦੀਆਂ ਜਿਹੜੀਆਂ ਪ੍ਰਜਾਤੀਆਂ ਮਿਲਦੀਆਂ ਹੋਣਗੀਆਂ। ਸਿਰਫ 6% ਆ, ਬਾਕੀ 84% ਜਿਹੜਾ ਆ ਹੋਰ ਪ੍ਰਜਾਤੀਆਂ ਹੈਗੀਆਂ, ਹੋਰ ਜਾਨਵਰ ਹੈਗੇ ਆ। ਅਤੇ ਕਿੰਨੇ ਹੋਣਗੇ, ਉਹ ਲੱਖਾਂ ਜਾਨਵਰ ਹੋਰ ਹੋਣਗੇ। ਮੱਛੀਆਂ ਦੀਆਂ 2546 ਪ੍ਰਜਾਤੀਆਂ ਮਿਲਦੀਆਂ ਆ ਭਾਰਤ ਵਿੱਚ, ਪੰਛੀਆਂ ਦੀਆਂ 2000, ਰੇਂਗਣ ਵਾਲੇ ਜਿਹੜੇ ਜਾਨਵਰ ਉਹਨਾਂ ਦੀਆਂ 458 ਪ੍ਰਜਾਤੀਆਂ, ਕੀੜੇ ਮਕੌੜਿਆਂ ਦੀਆਂ 60,000 ਤੋਂ ਜ਼ਿਆਦਾ ਪ੍ਰਜਾਤੀਆਂ ਮਿਲਦੀਆਂ। ਪ੍ਰਜਾਤੀਆਂ ਮਤਲਬ ਕਿਸਮਾਂ। ਠੀਕ ਹੈ, ਇਹ ਆ ਪੰਜਾਬ ਆਪਣੇ ਭਾਰਤ ਦੇ ਵਿੱਚ ਵੀ ਇਸ ਤਰ੍ਹਾਂ ਦਾ ਜਿਹੜਾ ਮਿਲਦਾ। ਹੁਣ ਜਿਹੜੀਆਂ ਮੁੱਖ ਜਾਨਵਰ ਜਿਹੜੇ ਹੈਗੇ ਸਾਡੇ ਜੰਗਲੀ ਜੀਵਨ ਦੇ, ਉਹਨਾਂ ਦੀ ਗੱਲ ਕਰਦੇ ਹਾਂ। ਹਾਥੀ ਦੀ ਜੇਕਰ ਆਪਾਂ ਗੱਲ ਕਰੀਏ, ਠੀਕ ਹੈ, ਹਾਥੀ ਨੂੰ ਸਭ ਤੋਂ ਵੱਡਾ ਥਣਧਾਰੀ ਪ੍ਰਾਣੀ ਕਿਹਾ ਜਾਂਦਾ ਹੈ, ਜਾਨਵਰ ਕਿਹਾ ਜਾਂਦਾ। ਇਹ ਅਸਾਮ, ਪੱਛਮੀ ਬੰਗਾਲ, ਕਰਨਾਟਕ, ਕੇਰਲ, ਮੱਧ ਭਾਰਤ ਦੇ ਜੰਗਲਾਂ ਵਿੱਚ ਮਿਲਦਾ ਆ। ਠੀਕ ਹੈ, ਆ ਦੇਖੋ ਮਾਰਕ ਕੀਤਾ ਹੋਇਆ ਕਿੱਥੇ ਕਿੱਥੇ ਜਿਹੜਾ ਹਾਥੀ ਮਿਲਦਾ ਆ। ਠੀਕ ਹੈ, ਨਕਸ਼ੇ ਵਿੱਚ ਤੁਸੀਂ ਇਸ ਤਰ੍ਹਾਂ ਭਰ ਸਕਦੇ ਹੋ ਉਹਨੂੰ। ਅੱਗੇ ਆ ਇੱਕ ਸਿੰਗ ਵਾਲਾ ਗੈਂਡਾ, ਆਹ ਹੈਗਾ ਪੱਛਮੀ ਬੰਗਾਲ। ਠੀਕ ਹੈ ਜੀ, ਅਤੇ ਆਹ ਖੇਤਰ ਜਿਹੜਾ ਅਸਾਮ ਦਾ ਜਾਂ ਪੂਰਬ ਦਾ ਖੇਤਰ ਆ। ਵੈਸੇ ਇਸ ਖੇਤਰ 'ਚ ਵੀ ਮਿਲਦਾ ਆ, ਪਰ ਮੁੱਖ ਜਿਹੜੀ ਗੱਲ ਆ ਜ਼ਿਆਦਾਤਰ ਇਸ ਖੇਤਰ 'ਚ ਮਿਲਦੇ ਆ। ਇਹ ਇੱਕ ਸਿੰਗ ਵਾਲੇ ਗੈਂਡੇ ਆ। ਠੀਕ ਹੈ, ਅਤੇ ਦੇਖੋ ਆਪਾਂ ਲਿਖਿਆ 1500 ਤੋਂ ਵੀ ਘੱਟ ਰਹਿ ਗਈ ਇਹਨਾਂ ਦੀ ਗਿਣਤੀ। ਐਡਾ ਵੱਡਾ ਦੇਸ਼ ਆ ਅਤੇ 1500 ਤੋਂ ਵੀ ਘੱਟ ਜਿਹੜੇ ਆ ਇੱਕ ਸਿੰਗ ਵਾਲੇ ਗੈਂਡੇ ਸਾਡੇ ਦੇਸ਼ 'ਚ ਰਹਿ ਗਏ ਆ। ਅੱਗੇ ਅਰਨਾ ਅਤੇ ਜੰਗਲੀ ਮੱਝ, ਆਹ ਅਸਾਮ ਆ, ਆਹ ਛੱਤੀਸਗੜ੍ਹ ਆ। ਇਸ ਖੇਤਰ ਵਿੱਚ ਇਹ ਜ਼ਿਆਦਾ ਮਿਲਦੇ ਆ। ਫਿਰ ਗੌਰ ਜਾਂ ਜੰਗਲੀ ਬਲਦ, ਇਹ ਮੱਧ ਭਾਰਤ 'ਚ ਮਿਲਦੇ ਆ। ਮੱਧ ਭਾਰਤ ਆ ਬੱਚੋ, ਇਹ 'ਚ ਮੱਧ ਪ੍ਰਦੇਸ਼ ਆ ਜਾਂਦਾ, ਆ ਉੱਤਰ ਪ੍ਰਦੇਸ਼ ਆ ਰਾਜਸਥਾਨ ਆ ਛੱਤੀਸਗੜ੍ਹ ਦਾ ਕੁਛ ਇਲਾਕਾ ਆ। ਇਸ ਖੇਤਰ ਦੇ ਵਿੱਚ ਗੌਰ ਜਾਂ ਜੰਗਲੀ ਬਲਦ ਮਿਲ ਜਾਂਦੇ ਆ। ਫਿਰ ਅੱਗੇ ਆ ਬੱਚਿਓ ਸ਼ੇਰ, ਭਾਰਤ ਵਿੱਚ ਲਗਭਗ 3000 ਸ਼ੇਰ ਆ। ਜੇ 1500 ਗੈਂਡੇ ਆ ਤਾਂ 3000 ਸ਼ੇਰ ਆ ਬਸ। ਕਿਉਂਕਿ ਆਪਾਂ ਜਾਣਦੇ ਹਾਂ ਵੀ ਸਾਡੇ ਜਦੋਂ ਸਾਡਾ ਦੇਸ਼ ਆਜ਼ਾਦ ਨਹੀਂ ਸੀ, ਰਾਜੇ ਮਹਾਰਾਜੇ ਰਹਿੰਦੇ ਸੀਗੇ, ਤਾਂ ਉਹ ਸ਼ੇਰਾਂ ਦਾ ਸ਼ਿਕਾਰ ਕਰਨ ਜਾਂਦੇ ਹੁੰਦੇ ਸੀਗੇ। ਠੀਕ ਹੈ, ਬੇਸ਼ੱਕ ਬਹੁਤ ਕੋਸ਼ਿਸ਼ ਕੀਤੀ ਗਈ ਹੈ ਜਾਂ ਕੀਤੀ ਜਾ ਰਹੀ ਆ ਵੀ ਸ਼ੇਰ ਚੀਤੇ ਜਿਹੜੇ ਹਾਥੀਆਂ ਨੂੰ ਬਚਾਇਆ ਜਾ ਸਕੇ। ਫਿਰ ਵੀ ਸਾਡੇ ਕੋਲ ਸਿਰਫ 3000 ਸ਼ੇਰ ਹੀ ਆ ਜਿਹੜੇ ਪੂਰਬੀ ਹਿਮਾਲਿਆ ਖੇਤਰ 'ਚ ਰਹਿੰਦੇ ਆ। ਪੂਰਬੀ ਹਿਮਾਲਿਆ ਦਾ ਖੇਤਰ ਆ, ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਬੱਚਿਓ, ਆ ਉੱਤਰ ਆ, ਆ ਦੱਖਣ ਆ ਪੱਛਮ ਆ ਪੂਰਬ ਆ। ਇਹਨੂੰ ਯਾਦ ਰੱਖਿਓ ਦਿਸ਼ਾਵਾਂ ਨੂੰ। ਠੀਕ ਹੈ ਨਾ, ਦਿਸ਼ਾਵਾਂ ਯਾਦ ਰੱਖੋਗੇ ਤਾਂ ਸਾਰੀ ਗੱਲ ਸਾਡੇ ਦਿਮਾਗ 'ਚ ਪੈਂਦੀ ਰਹੂਗੀ। ਅੱਗੇ ਯਾਕ ਵਿੱਚੋਂ ਪਹਾੜੀ ਖੇਤਰਾਂ 'ਚ ਮਿਲਦਾ, ਖਾਸ ਕਰ ਆਹ ਮਨਾਲੀ ਨੂੰ ਜਾਈਏ ਤਾਂ ਲੋਕ ਫੋਟੋਆਂ ਖਿਚਾਉਂਦੇ ਆ ਉੱਥੇ ਯਾਕ ਦੇ ਨਾਲ। ਠੀਕ ਹੈ, ਅਤੇ ਯਾਕ ਜਿਹੜਾ ਇੱਕ ਪਹਾੜੀ ਜਾਨਵਰ ਹੈਗਾ, ਲੱਦਾਖ ਵਿੱਚ ਮਿਲਿਆ। ਲੱਦਾਖ ਦੇਖੋ ਦੱਸਿਆ ਹੋਇਆ, ਆਹ ਲੱਦਾਖ ਦਾ ਖੇਤਰ ਹੈ, ਇੱਥੇ ਮਿਲਦਾ। ਭਾਅ ਢੋਣ ਲਈ ਇਹਨੂੰ ਵਰਤਿਆ ਜਾਂਦਾ ਆ। ਫਿਰ ਜੰਗਲੀ ਭੇਡਾਂ, ਬੱਕਰੀਆਂ ਦੇਖੋ, ਇਹ ਹਿਮਾਲਈ ਖੇਤਰ 'ਚ ਮਿਲਦੀਆਂ। ਜਿੱਥੇ ਹਿਮਾਲਿਆ ਪਰਬਤ ਦੀਆਂ ਪਹਾੜੀਆਂ, ਇਹਨਾਂ ਖੇਤਰਾਂ ਦੇ ਵਿੱਚ ਇਹ ਜੰਗਲੀ ਭੇਡਾਂ ਅਤੇ ਬੱਕਰੀਆਂ ਵਿੱਚੋਂ ਮਿਲਦੀਆਂ। ਹਿਰਨ, ਬਾਰਾਸਿੰਗਾ ਵੀ ਭਾਰਤੀ ਜੰਗਲਾਂ ਵਿੱਚ ਆਮ ਘੁੰਮਦੇ ਫਿਰਦੇ ਦਿਖਦੇ ਨੇ। ਥੰਮਨ ਇੱਕ ਬਹੁਤ ਹੀ ਸੁੰਦਰ ਕਿਸਮ ਦਾ ਹਿਰਨ ਹੈ ਜਿਸ ਤੋਂ ਕਸਤੂਰੀ ਪ੍ਰਾਪਤ ਹੁੰਦੀ ਹੈ। ਕਿੱਥੇ ਮਿਲਦਾ ਹੈ? ਥੰਮਨ ਕਿਸਮ ਦਾ ਹਿਰਨ ਮਿਲਦਾ ਮਣੀਪੁਰ ਦੇ ਵਿੱਚ। ਠੀਕ ਹੈ, ਹੋਰ ਵੀ ਵੈਸੇ ਤਾਂ ਹਰ ਥਾਂ ਦੇ ਉੱਤੇ ਹਿਰਨ ਮਿਲਦੇ ਆ, ਭਾਵੇਂ ਥੋੜ੍ਹੇ ਭਾਵੇਂ ਜ਼ਿਆਦਾ। ਇੱਦਾਂ ਹੀ ਬਾਂਦਰ ਅਤੇ ਲੰਗੂਰ ਵੀ ਤਕਰੀਬਨ ਸਾਰੇ ਭਾਰਤ ਦੇ ਵਿੱਚ ਮਿਲਦੇ ਆ। ਚਿੰਕਾਰਾ ਅਤੇ ਛੱਲੇਦਾਰ ਸਿੰਗਾਂ ਵਾਲਾ ਹਿਰਨ, ਕਾਲਾ ਹਿਰਨ ਜਾਂ ਭਾਰਤੀ ਹਿਰਨ, ਨੀਲ ਗਾਂ, ਨੀਲਾ ਬਲਦ, 4 ਸਿੰਗਾਂ ਵਾਲਾ ਹਿਰਨ, ਜੰਗਲੀ ਕੁੱਤਾ, ਲੂੰਬੜ, ਗਿੱਦੜ, ਲੱਕੜਬੱਗਾ, ਨਿਓਲਾ, ਚਮਗਾਦੜ, ਗਲਹਿਰੀ ਆਦਿ ਹੋਰ ਕਈ ਕਿਸਮ ਦੇ ਜਾਨਵਰ ਆ ਜੋ ਸਾਡੇ ਭਾਰਤੀ ਜੰਗਲਾਂ ਦੇ ਵਿੱਚ ਬੱਚਿਓ ਮਿਲਦੇ ਆ। ਮਗਰਮੱਛ, ਘੜਿਆਲ, ਕੱਛੂ ਕੁੰਮੇ ਦਰਿਆਵਾਂ 'ਚ ਮਿਲਦੇ ਆ, ਝੀਲਾਂ, ਤੱਟੀ ਭਾਗਾਂ ਵਿੱਚ ਮਿਲਦੇ ਆ। ਦੇਖੋ ਮਗਰਮੱਛ ਆ ਕੱਛੂ ਕੁੰਮਾ ਆ ਸ਼ੰਖ ਦੇਖੋ, ਸ਼ੰਖ ਵੀ ਕਈ ਕਿਸਮ ਦੇ ਸਾਨੂੰ ਸਮੁੰਦਰ ਤੋਂ ਜਾਂ ਝੀਲਾਂ ਤੋਂ ਜਾਂ ਕਿਤੇ ਨਾ ਕਿਤੋਂ ਮਿਲਦੇ ਆ, ਜਿਹੜੇ ਆਮ ਆਪਾਂ ਵਜਾਉਣ ਲਈ ਜਾਂ ਛੋਟੀਆਂ ਸਿੱਪੀਆਂ ਦੇ ਤੌਰ 'ਤੇ ਵਰਤਦੇ ਹਾਂ। ਹੁਣ ਅਗਲੀ ਗੱਲ ਹੋਰ ਆ, ਕੀ ਗੱਲ ਆ
ਵੀ ਕੁਛ ਐਸੇ ਪੰਛੀ ਆ ਜਿਹੜੇ ਦੂਜੇ ਦੇਸ਼ਾਂ ਵਿੱਚੋਂ ਸਾਡੇ ਦੇਸ਼ 'ਚ ਆਉਂਦੇ ਆ ਦੇਖੋ ਸਰਦੀਆਂ ਦੇ ਮੌਸਮ ਵਿੱਚ ਆਉਣ ਵਾਲੇ ਪ੍ਰਵਾਸੀ ਪੰਛੀ ਉਹ ਪੰਛੀ ਆ ਜਿਹੜੇ ਦੂਜੇ ਦੇਸ਼ਾਂ ਤੋਂ ਸਾਡੇ ਦੇਸ਼ 'ਚ ਆਉਂਦੇ ਆ, ਉਹਨਾਂ ਨੂੰ ਅਸੀਂ ਪ੍ਰਵਾਸੀ ਪੰਛੀ ਕਹਿੰਦੇ ਆ। ਤਾਂ ਦੇਖੋ ਕਈ ਨਾਂ ਲਿਖੇ ਆ, ਜਾਇਜ਼ ਬਰਿਆਈ ਸਾਜ, ਕਾਲੇ ਖੰਭਾਂ ਵਾਲੀ ਸਟਿਲਟ, ਲੌਂਗ ਬਿਲਡ ਪਿਪਿਟ, ਗ੍ਰੇਟਰ ਫਲੈਮਿੰਗੋ, ਆਮ ਟੀਲ, ਗਰਵਾਲ, ਰਫ ਆਮ, ਗ੍ਰੀਨ ਸਾਰਕ, ਸਟਾਰਲਿੰਗ। ਤਾਂ ਬੱਚਿਓ ਇਹ ਉਹ ਪੰਛੀ ਆ ਜਿਹੜੇ ਸਰਦੀਆਂ ਦੇ ਮੌਸਮ ਵਿੱਚ ਸਾਡੇ ਕੋਲ ਆਉਂਦੇ ਆ। ਦੇਖੋ ਉਹਨਾਂ ਦੀ ਫੋਟੋਜ਼ ਵੀ ਹੈਗੀ ਉਹਨਾਂ ਦੇ ਵਿੱਚ। ਕੁਛ ਐਸੇ ਪੰਛੀ ਉਹ ਗਰਮੀਆਂ 'ਚ ਮੌਸਮ ਸਾਡੇ ਕੋਲ ਆਉਂਦੇ ਆ, ਕੁੰਬ ਡੱਕ, ਕੁੱਕੂ, ਕੋਇਲ ਜਿਹਨੂੰ ਬਲੂ ਚੀਕਡ ਬੀ ਈਟਰ, ਏਸ਼ੀਆਈ ਕੋਇਲ, ਯੂਰੇਸ਼ੀਅਨ ਗੋਲਫਨ ਓਰੀਅਲ, ਵਾਗਟੇਲ, ਬਲੂ ਟੇਲਡ ਬੀ ਈਟਰ, ਬਲੈਕ ਕਰਾਊਂਡ ਨਾਈਟ ਹੈਰੋਨ। ਤਾਂ ਇਹ ਉਹ ਪੰਛੀ ਆ ਜੋ ਗਰਮੀਆਂ ਦੇ ਮੌਸਮ ਸਾਡੇ ਦੇਸ਼ 'ਚ ਆਉਂਦੇ ਆ। ਅਤੇ ਬੱਚਿਓ ਕਾਰਨ ਕੀ ਆ, ਦੇਖੋ ਹਜ਼ਾਰਾਂ ਕਿਲੋਮੀਟਰ ਦਾ ਸਫ਼ਰ ਇਹ ਤੈਅ ਕਰਕੇ ਆਉਂਦੇ ਆ। ਕਾਰਨ ਇਹਦਾ ਇਹ ਆ ਵੀ ਇਹ ਜਿਹੜੇ ਮੌਸਮ 'ਚ ਜਿਹੜੀ ਕੁਦਰਤੀ ਬਨਸਪਤੀ ਜਿਹੜੇ ਤਾਪਮਾਨ 'ਚ ਰਹਿੰਦੇ ਆ ਨਾ, ਜਦੋਂ ਉੱਥੇ ਤਾਪਮਾਨ ਚੇਂਜ ਹੁੰਦਾ ਆ, ਮੰਨ ਲਓ ਸਰਦੀਆਂ ਵਾਲੇ ਪੰਛੀ ਆ ਜਿਹੜੇ ਸਰਦੀਆਂ 'ਚ ਭਾਰਤ ਆਉਂਦੇ ਆ, ਜਦੋਂ ਭਾਰਤ ਤੋਂ ਆਉਂਦੇ ਆ ਸਾਈਬੇਰੀਆ ਤੋਂ ਜਾਂ ਕਿਸੇ ਹੋਰ ਦੇਸ਼ ਤੋਂ ਆਉਂਦੇ ਆ, ਤਾਂ ਉੱਥੇ ਕੀ ਹੁੰਦਾ, ਉੱਥੇ ਉਸ ਵੇਲੇ ਗਰਮੀ ਪੈਣ ਲੱਗ ਪੈਂਦੀ ਆ। ਪਹਿਲਾਂ ਠੰਡ ਹੁੰਦੀ, ਜਦੋਂ ਗਰਮੀ ਪੈਣ ਲੱਗ ਪੈਂਦੀ ਫਿਰ ਉੱਥੋਂ ਇਹ ਮੂਵ ਕਰ ਜਾਂਦੇ ਆ, ਭਾਰਤ ਆ ਜਾਂਦੇ ਆ। ਠੀਕ ਹੈ, ਸਾਰੀਆਂ ਸਰਦੀਆਂ ਇੱਥੇ ਰਹਿੰਦੇ ਆ, ਫਿਰ ਜਦੋਂ ਇੱਥੇ ਗਰਮੀ ਪੈਣ ਲੱਗ ਪਈ ਫਿਰ ਇਹ ਵਾਪਸ ਆਪਣੇ ਦੇਸ਼ ਚਲ ਜਾਂਦੇ। ਇੱਦਾਂ ਹੀ ਗਰਮੀਆਂ 'ਚ ਹੋ ਜਾਂਦਾ। ਜਿਹੜੇ ਗਰਮੀਆਂ 'ਚ ਸਾਡੇ ਕੋਲ ਆਉਂਦੇ ਆ ਉਹ ਗਰਮੀਆਂ 'ਚ ਰਹਿਣ ਵਾਲੇ ਪੰਛੀ ਆ। ਠੀਕ ਹੈ, ਤਾਂ ਇਹ ਕੁਦਰਤੀ ਪਰਮਾਤਮਾ ਨੇ ਸਿਸਟਮ ਬਣਾਇਆ ਉਹਨਾਂ ਦਾ। ਅੱਗੇ ਜੰਗਲੀ ਜੀਵਾਂ ਦੀ ਸੁਰੱਖਿਆ। ਹੁਣ ਜੇਕਰ ਸਾਡੇ ਕੋਲ ਜੰਗਲੀ ਜੀਵ ਆ ਤਾਂ ਉਹਨਾਂ ਨੂੰ ਸੁਰੱਖਿਆ ਦੇ ਲਈ ਅਸੀਂ ਕੀ ਕਰ ਰਹੇ ਹਾਂ। ਠੀਕ ਹੈ, ਤਾਂ ਅਸੀਂ ਜਾਣਦੇ ਹਾਂ ਵੀ ਸਾਡੇ ਦੇਸ਼ ਦੇ ਵਿੱਚ ਬਹੁਤ ਸਾਰੀਆਂ ਜੰਗਲੀ ਜੀਵ ਦੀਆਂ ਪ੍ਰਜਾਤੀਆਂ ਜਿਹੜੀਆਂ ਘੱਟ ਗਈਆਂ ਆ। ਕਈ ਐਸੇ ਆ ਜਿਹੜੇ ਬਹੁਤ ਹੀ ਮਤਲਬ ਐਂਡ 'ਤੇ ਆ, ਜਿਹੜੀਆਂ ਪ੍ਰਜਾਤੀਆਂ ਜਿਹੜੇ ਜਾਨਵਰ ਖਤਮ ਹੋਣ ਵਾਲੇ ਆ, ਗਿਣਤੀ ਦੇ ਹੀ ਉਹ ਜਾਨਵਰ ਰਹਿ ਗਏ। ਅਤੇ ਇੱਕ ਬਹੁਤ ਵੱਡੀ ਸਮੱਸਿਆ ਆ। ਇਹਦੇ ਲਈ ਸਰਕਾਰ ਨੇ ਬਹੁਤ ਕਦਮ ਚੁੱਕੇ ਆ, ਪਰ ਜਿਹੜਾ ਆ ਪੂਰੀ ਤਰ੍ਹਾਂ ਅਜੇ ਸਫਲ ਨਹੀਂ ਹੋ ਪਾਏ ਆ। ਤਾਂ ਜੰਗਲੀ ਜੀਵਾਂ ਲਈ ਭਾਰਤੀ ਬੋਰਡ ਦਾ ਗਠਨ 1952 ਵਿੱਚ ਹੋਇਆ ਸੀ। ਠੀਕ ਹੈ, ਜਾਨਵਰਾਂ ਨੂੰ ਕਿਵੇਂ ਬਚਾਉਣਾ ਆ, ਇਹਨੂੰ ਸਲਾਹ ਦੇਣਾ, ਕੌਮੀ ਪਾਰਕਾਂ, ਜੰਗਲੀ ਜਿਹੜੀਆਂ ਜੀਵ ਪਨਾਹਗਾਹਾਂ ਆ, ਬਾਗਾਂ ਦਾ ਨਿਰਮਾਣ ਕਰਨਾ ਅਤੇ ਜੰਗਲੀ ਜੀਵਾਂ ਨੂੰ ਸੰਭਾਲਣਾ, ਇਸ ਤਰ੍ਹਾਂ ਦੇ ਕੰਮ ਇਹਦੇ ਵਿੱਚ ਕੀਤੇ ਗਏ। ਦੂਜਾ ਹੈ ਜੰਗਲੀ ਜੀਵ ਸੁਰੱਖਿਆ ਕਾਨੂੰਨ 1972। ਤਾਂ ਕਾਨੂੰਨ ਬਣਾਇਆ ਗਿਆ ਵੀ ਜਿਹੜੇ ਲੋਕ ਜੰਗਲੀ ਜੀਵਾਂ ਨੂੰ ਜਾਂ ਜੰਗਲ ਦੀ ਪ੍ਰੋਪਰਟੀ ਨੂੰ ਨੁਕਸਾਨ ਪਹੁੰਚਾਉਣਗੇ ਅਤੇ ਉਹਨਾਂ ਨੂੰ ਸਜ਼ਾ ਦਿੱਤੀ ਜਾਊਗੀ। ਠੀਕ ਹੈ, ਇਸ ਕਰਕੇ ਬਣਾਇਆ ਗਿਆ। ਇਹ ਸ਼ੇਰ, ਹਾਥੀ, ਗੈਂਡਾ, ਮਗਰਮੱਛ, ਇਹਨਾਂ ਚੀਜ਼ਾਂ ਨੂੰ ਬਚਾਉਣ ਦੇ ਲਈ ਇਹ ਜਿਹੜਾ 1972 ਵਾਲਾ ਵਾਈਲਡ ਲਾਈਫ ਪ੍ਰੋਟੈਕਸ਼ਨ ਐਕਟ ਬਣਾਇਆ ਗਿਆ ਸੀ। ਅੱਗੇ ਰਾਖਵੀਂ ਜੀਵ ਮੰਡਲਾਂ ਦੀ ਸਥਾਪਨਾ। ਤਾਂ ਰਾਖਵੇਂ ਜੀਵ ਮੰਡਲ ਬਣਾਏ ਗਏ ਆ ਜਿੱਥੇ ਜਾਨਵਰਾਂ ਨੂੰ ਸੁਰੱਖਿਅਤ ਰੱਖਿਆ ਜਾ ਸਕਦਾ ਆ, ਜਿਹੜਾ ਸਰਕਾਰ ਦੀ ਕਸਟਡੀ ਦੇ ਅਧੀਨ ਰਹਿੰਦੇ ਆ। ਫਿਰ ਇੱਦਾਂ ਦੇ ਸਾਡੇ ਕੋਲ 18 ਰਾਖਵੇਂ ਜੀਵ ਮੰਡਲ ਆ ਜਿਹਨੂੰ ਕੁਦਰਤੀ ਰਿਹਾਇਸ਼ਗਾਹ ਕਿਹਾ ਜਾਂਦਾ ਹੈ। ਤਾਂ ਬੱਚੋ ਇਹਦੇ ਚਾਰੇ ਪਾਸੇ ਜਾਂ ਤਾਂ ਤਾਰ ਲਾ ਕੇ ਜਾਂ ਕੰਧ ਕਰਕੇ ਇੱਦਾਂ ਨਾ ਉਹਨੂੰ ਸੇਵ ਕਰ ਲਿਆ ਜਾਂਦਾ ਹੈ, ਤਾਂ ਕਿ ਬਾਹਰੋਂ ਕੋਈ ਐਂਟਰੀ ਨਾ ਹੋਵੇ, ਬਾਹਰੋਂ ਲੋਕ ਨਾ ਜਾਣ ਅੰਦਰ, ਅਤੇ ਇਸ ਤਰ੍ਹਾਂ ਕਰਕੇ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ। ਅਤੇ ਸਰਕਾਰ ਦੁਆਰਾ ਜੰਗਲੀ ਜੀਵਾਂ ਨੂੰ ਬਚਾਅ ਅਤੇ ਸਾਂਭ ਸੰਭਾਲ ਲਈ 103 ਕੌਮੀ ਪਾਰਕਾਂ, 103 ਕੌਮੀ ਪਾਰਕ ਅਤੇ 544 ਜੰਗਲੀ ਜੀਵ ਪਨਾਹਗਾਹਾਂ ਬਣਾਈਆਂ ਗਈਆਂ। ਯਾਨੀ ਜਿੱਥੇ ਜਿੱਥੇ ਵੀ ਜੰਗਲ ਆ, ਉੱਥੇ ਜਿੱਥੇ ਜਾਨਵਰ ਹੈਗੇ ਆ, ਉਹਨੂੰ ਸੇਫ ਕਰ ਦਿੱਤਾ ਗਿਆ ਆ। ਸਰਕਾਰ ਜਿਵੇਂ ਪੁਲਿਸ ਦੀ ਜਾਂ ਇੱਦਾਂ ਨਿਗਰਾਨੀ ਦੇ ਅਧੀਨ ਉਹ ਸਾਰਾ ਏਰੀਆ ਰਹਿੰਦਾ ਆ, ਕੋਈ ਬਾਹਰੋਂ ਬੰਦਾ ਉਹਦੇ ਵਿੱਚ ਐਂਟਰ ਨਹੀਂ ਕਰ ਸਕਦਾ। ਠੀਕ ਹੈ, ਇਹ ਕਦਮ ਜਿਹੜੇ ਆ ਜੰਗਲੀ ਜੀਵਾਂ ਨੂੰ ਜਿਹੜੇ ਆ ਕਰਨ ਦੇ ਲਈ ਜਿਹੜਾ ਆ ਬਚਾਉਣ ਦੇ ਲਈ ਸਰਕਾਰ ਨੇ ਅਪਣਾਏ ਆ। ਹੋਰ ਵੀ ਕਦਮ ਜਿਹੜੇ ਆ ਚੁੱਕੇ ਜਾ ਰਹੇ, ਇਨਸਾਨਾਂ ਨੂੰ, ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ। ਫਿਰ ਜੰਗਲੀ ਜੀਵਾਂ ਨੂੰ ਸੰਭਾਲਣ ਦੇ ਤਰੀਕੇ ਕੀ ਆ, ਵੀ ਕਿਵੇਂ ਆਪਾਂ ਸੰਭਾਲ ਸਕਦੇ, ਕਿਵੇਂ ਬਚਾ ਸਕਦੇ ਹਾਂ। ਠੀਕ ਹੈ, ਤਾਂ ਇਹ ਤਾਂ ਜਿਹੜੇ ਕੰਮ ਕੀਤੇ ਸੀ, ਜਿਹੜੇ ਆਪਾਂ ਪਿੱਛੇ ਪੜ੍ਹੇ, ਹੁਣ ਅਗਲੇ ਕੰਮ ਕੀ ਹੈਗੇ ਆ, ਕੀ ਆ, ਹੋਰ ਕੌਮੀ ਪਾਰਕ ਅਤੇ ਜੰਗਲੀ ਜੀਵ ਪਨਾਹਗਾਹਾਂ ਬਣਾਈਆਂ ਜਾਣ। ਜਿੰਨੀਆਂ ਬਣਾਈਆਂ ਉਹ ਘੱਟ ਆ, ਹੋਰ ਕਿਉਂਕਿ ਦੇਸ਼ ਬਹੁਤ ਵੱਡਾ ਆ, ਹੋਰ ਬਣਾਈਆਂ ਜਾ ਸਕਦੀਆਂ। ਸਾਡੇ ਕੌਮੀ ਪਾਰਕਾਂ ਅਤੇ ਜੰਗਲੀ ਜੀਵ ਪਨਾਹਗਾਹਾਂ ਵਿੱਚ ਜੰਗਲੀ ਜੀਵਾਂ ਲਈ ਪ੍ਰਬੰਧ ਚੰਗਾ ਹੋਣਾ ਚਾਹੀਦਾ ਹੈ। ਪ੍ਰਬੰਧ ਵੀ ਹੋਣਾ ਚਾਹੀਦਾ, ਉਹਨਾਂ ਨੂੰ ਖਾਣ ਵਾਸਤੇ, ਉਹਨਾਂ ਵਾਸਤੇ ਪਾਣੀ, ਉਹਨਾਂ ਦੇ ਸਮੇਂ 'ਤੇ ਦਵਾਈ, ਇਹ ਸਾਰਾ ਇੰਤਜ਼ਾਮ ਵੀ ਹੋਣਾ ਚਾਹੀਦਾ ਹੈ। ਸ਼ਿਕਾਰ ਕਰਨ 'ਤੇ ਪਾਬੰਦੀ ਲਾਉਣੀ ਚਾਹੀਦੀ ਆ। ਸ਼ਿਕਾਰੀਆਂ ਅਤੇ ਚਰਵਾਹਿਆਂ ਨੂੰ ਵੀ ਇਸ ਖੇਤਰ ਵਿੱਚ ਜਾਣੋਂ ਰੋਕਣਾ ਚਾਹੀਦਾ। ਖਤਮ ਹੋਣ ਵਾਲੀਆਂ ਪ੍ਰਜਾਤੀਆਂ ਨੂੰ ਬਚਾਉਣ ਦੇ ਲਈ ਜਿਹੜਾ ਖਾਸ ਕਦਮ ਜਿਹੜੇ ਚੁੱਕਣੇ ਚਾਹੀਦੇ ਆ।
ਫਿਰ ਜੰਗਲੀ ਜੀਵਾਂ ਨੂੰ ਬਚਾਉਣ ਲਈ ਵੱਡੇ ਪੱਧਰ 'ਤੇ ਪ੍ਰਬੰਧਕੀ, ਤਕਨੀਕੀ ਅਤੇ ਕਾਨੂੰਨ ਨਿਰਮਾਣ ਸੰਬੰਧੀ ਕਦਮ ਉਠਾਉਣ ਦੀ ਲੋੜ ਹੈਗੀ ਹੈ। ਕਾਨੂੰਨ ਬਣਾਉਣੇ ਚਾਹੀਦੇ ਆ ਤਾਂ ਕਿ ਜਿਹੜੇ ਆ ਲੋਕਾਂ ਵਿੱਚ ਡਰ ਪੈਦਾ ਕਰਨ ਅਤੇ ਲੋਕ ਜਿਹੜਾ ਗਲਤੀਆਂ ਨਾ ਕਰਨ। ਠੀਕ ਹੈ। ਅਤੇ ਮੈਡੀਕਲ ਸਹੂਲਤਾਂ ਪ੍ਰਬੰਧ ਕਰਨੀਆਂ ਚਾਹੀਦੀਆਂ। ਲੋਕਾਂ ਨੂੰ ਜਾਗਰੂਕ ਕਰਨ ਲਈ ਸੈਮੀਨਾਰ, TV 'ਤੇ ਐਡ ਜਾਂ ਬੈਨਰ ਬਣਾਉਣੇ ਚਾਹੀਦੇ। ਲੋਕ ਜਿਹੜੇ ਇਸ ਗੱਲ ਨੂੰ ਸਮਝਣ, ਉਹਨਾਂ ਦੇ ਦਿਮਾਗ 'ਚ ਇਹ ਗੱਲ ਪਵੇ ਵੀ ਇਹ ਸਾਡੇ ਲਈ ਜ਼ਰੂਰੀ ਆ, ਤਾਂ ਇਹ ਚੀਜ਼ਾਂ ਜਿਹੜੀਆਂ ਆ ਕੀਤੀਆਂ ਜਾ ਸਕਦੀਆਂ। ਹੁਣ ਕੁਛ ਹੋਰ ਚੀਜ਼ਾਂ ਆ ਬੱਚਿਓ। ਭਾਰਤ ਵਿੱਚ ਔਸ਼ਧੀ ਦਵਾਈਆਂ ਵਿੱਚ ਵਰਤੇ ਜਾਣ ਵਾਲੇ ਪੌਦੇ, ਜਿੱਥੋਂ ਦਵਾਈ ਬਣਾਉਂਦੀ ਜਾਂਦੀ ਆ, ਉਹ ਪੌਦੇ ਕਿਹੜੇ ਹੈਗੇ ਆ, ਉਹਨਾਂ ਦੇ ਵਿੱਚ ਵੀ ਬਾਰੇ ਵੀ ਸੰਖੇਪ ਜਾਣਕਾਰੀ ਆਪਾਂ ਲੈ ਲਈਏ। ਔਲਾ ਆ, ਜਿਵੇਂ ਸਾਨੂੰ ਪਤਾ ਔਲਾ ਇਹਦੇ ਵਿੱਚ ਵਿਟਾਮਿਨ C ਹੁੰਦੀ ਆ, ਤਾਂ ਇਹ ਸਾਡੀ ਪਾਚਨ ਸ਼ਕਤੀ ਨੂੰ, ਖਾਂਸੀ, ਸ਼ੂਗਰ, ਕਬਜ਼ਾਤ ਵਾਸਤੇ ਜਿਹੜਾ ਬਹੁਤ ਵਧੀਆ ਆ। ਸਰਪਗੰਧਾ ਆ, ਇਹ ਖੂਨ ਦੇ ਦੌਰੇ ਨੂੰ ਸੁਧਾਰ ਕਰਦੇ ਆ ਪੌਦਾ ਇਹ। ਨਿੰਮ ਦੇ ਬਾਰੇ ਸਾਨੂੰ ਪਤਾ, ਨਿੰਮ ਸਾਡੇ ਲਈ ਬਹੁਤ, ਸਾਡੇ ਖੂਨ ਨੂੰ ਸਹੀ ਕਰਦਾ, ਜਿਹੜੀਆਂ ਫੋੜੇ ਫਿੰਸੀਆਂ ਨੂੰ ਠੀਕ ਕਰਦਾ ਯਾਰ। ਅੱਜ ਕੱਲ੍ਹ ਬਹੁਤ ਸਾਰੇ ਸਾਬਣ, ਸ਼ੈਂਪੂ, ਕਰੀਮਾਂ, ਟੂਥਪੇਸਟ ਜਿਹੜੇ ਆ ਉਹ ਇਹਦੇ ਬਣੇ ਆਉਂਦੇ ਆ। ਤੁਲਸੀ ਵੀ ਬਹੁਤ ਆਪਾਂ ਵਰਤਦੇ ਹਾਂ, ਚਾਹ ਦੇ ਵਿੱਚ ਪਾਉਂਦੇ ਹਾਂ ਅਸੀਂ, ਹੈ ਨਾ। ਖਾਂਸੀ, ਜ਼ੁਕਾਮ, ਬੁਖਾਰ ਆਦਿ ਲਈ ਤੁਲਸੀ ਲਾਹੇਵੰਦ ਆ। ਬਿੱਲ ਇੱਕ ਕੋਈ ਪੌਦਾ ਕਬਜ਼ ਅਤੇ ਦਸਤ ਦੇ ਲਈ ਇਹ ਵੀ ਵਰਤਿਆ ਜਾਂਦਾ। ਚੰਦਨ ਦੇ ਦਰਖਤ ਆ, ਪੁਰਾਣੀਆਂ ਸਾਹ ਦੀਆਂ ਬਿਮਾਰੀਆਂ ਅਤੇ ਚਮੜੀ ਦੀਆਂ ਬਿਮਾਰੀਆਂ ਨੂੰ ਠੀਕ ਕਰਨ ਵਾਸਤੇ ਵਰਤਿਆ ਜਾਂਦਾ। ਸਿੰਕੋਨਾ ਬਹੁਤ ਇੰਪੋਰਟੈਂਟ ਦਰਖਤ ਹੈ, ਇੱਥੋਂ ਕਨੀਮ ਬਣਾਈ ਜਾਂਦੀ ਦਵਾਈ, ਜਿਹੜੀ ਮਲੇਰੀਆ ਵਾਸਤੇ ਬਹੁਤ ਇੰਪੋਰਟੈਂਟ ਹੈ, ਬੁਖਾਰ ਦੇ ਵਾਸਤੇ ਬਹੁਤ ਜ਼ਰੂਰੀ ਹੈਗੀ ਆ। ਇਹ ਸਿੰਕੋਨਾ ਦਰਖਤ ਹੈ। ਜਾਮਣ ਜਿਹੜਾ ਪਾਚਨ ਸ਼ਕਤੀ ਲਈ ਵਧੀਆ, ਦੀਆਂ ਗੁਠਲੀਆਂ ਤੋਂ ਸ਼ੂਗਰ ਨੂੰ ਕੰਟਰੋਲ ਕਰਨ ਵਾਲੀਆਂ ਚੀਜ਼ਾਂ ਬਣਾਈਆਂ ਜਾਂਦੀਆਂ। ਸੋ ਬੱਚਿਓ, ਇਹ ਸੀ ਸਾਡਾ ਪਾਠ ਕੁਦਰਤੀ ਬਨਸਪਤੀ ਅਤੇ ਜੰਗਲੀ ਜੀਵਨ। ਅਤੇ ਕਾਫੀ ਵੱਡਾ ਪਾਠ ਸੀ, ਥੋੜ੍ਹਾ ਵੀਡੀਓ ਵੱਡੀ ਬਣੀ ਆ, ਪਰ ਕਿਉਂਕਿ ਜਿਸ ਤਰ੍ਹਾਂ ਦੇ ਵਿੱਚ ਇਹਦੇ ਵਿੱਚ ਟੌਪਿਕ ਸੀ, ਅਲੱਗ-ਅਲੱਗ ਟੌਪਿਕ, ਉਹ ਸਾਰੇ ਟੌਪਿਕ ਨੂੰ ਡਿਟੇਲ ਦੇ ਵਿੱਚ ਦੱਸਣ ਦੇ ਲਈ ਥੋੜ੍ਹਾ ਜਿਹਾ ਸਾਨੂੰ ਸਮਾਂ ਚਾਹੀਦਾ ਸੀਗਾ, ਤਾਂ ਆਪਾਂ ਉਹਨੂੰ ਚੰਗੀ ਤਰ੍ਹਾਂ ਕੀਤਾ ਹੈ। ਹੋਰ ਤੁਸੀਂ ਇਹਨੂੰ 1-2 ਵਾਰੀ ਵੀਡੀਓ ਨੂੰ ਦੇਖੋਗੇ, ਚੰਗੀ ਤਰ੍ਹਾਂ ਸਾਰੀਆਂ ਗੱਲਾਂ ਇਹਨੂੰ ਸਮਝ ਜਾਓਗੇ। ਸੋ ਇਹ ਸਾਡੇ ਲਈ ਬਹੁਤ ਇੰਪੋਰਟੈਂਟ ਟੌਪਿਕ ਹੈਗਾ ਆ, ਕੁਦਰਤੀ ਬਨਸਪਤੀ ਅਤੇ ਜੰਗਲੀ ਜੀਵਨ। ਥੈਂਕਸ, ਧੰਨਵਾਦ ਤੁਹਾਡਾ ਬਹੁਤ ਬਹੁਤ।